ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ। ਹਰ ਰੋਜ਼ ਅਸੀਂ ਆਪਣੇ ਸਮੇਂ ਮੁਤਾਬਕ ਆਪ ਜੀ ਦੇ ਨਾਲ ਖਬਰਾਂ ਦੀ ਗੱਲਬਾਤ ਕਰਨ ਦੇ ਲਈ ਆ ਜਾਈਦਾ। ਵੈਸੇ ਤਾਂ ਗੱਲਾਂ ਬਾਤਾਂ ਬਹੁਤ ਹੁੰਦੀਆਂ, ਪਰ ਮੁੱਖ ਰੂਪ ਦੇ ਵਿੱਚ ਤੇ ਉਹਦੇ 'ਚ ਖਬਰਾਂ ਡਿਸਕਸ ਕਰੀਦੀਆਂ ਆਪਾਂ। ਅੱਜ ਵੀ ਗੱਲਬਾਤ ਕਰਾਂਗੇ ਕਿ ਵੀ ਇੱਕ ਤਾਂ ਜੋ ਪਿਛਲੇ ਦਿਨੀ ਘਟਨਾਵਾਂ ਘਟੀਆਂ ਪੰਜਾਬ ਦੇ ਵਿੱਚ, ਉਹਨਾਂ ਨਾਲ ਸੰਬੰਧਿਤ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਕੁਝ ਪੁਲਿਸ ਨੇ ਆਪਣੇ ਵੱਲੋਂ ਚੀਜ਼ਾਂ ਦੱਸੀਆਂ ਨੇ। ਫਿਰ ਸਰਕਾਰੀ ਜ਼ਮੀਨਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਸੀਗਾ ਤੇ ਉਹਦੇ 'ਚ ਇੱਕ ਜਿਹੜਾ ਟਵੀਟ ਕੀਤਾ ਗਿਆ ਉਹਦੇ ਤੋਂ ਬਾਅਦ ਕਹਿੰਦੇ ਵੀ ਕਾਫੀ ਅਸਰ ਹੋਇਆ। ਜਿੱਦਾਂ ਕਿਸੇ ਵੇਲੇ ਹੁੰਦਾ ਨਾ ਵੀ ਟੀਕਾ ਉਹ ਲੱਗਣ ਤੋਂ ਬਾਅਦ ਲੜਦਾ, ਕਹਿੰਦੀ ਉਸ ਤਰ੍ਹਾਂ ਕੁਛ ਲੜਿਆ। ਉਹਦਾ ਜ਼ਿਕਰ ਵੀ ਕਰ ਲਵਾਂਗੇ। ਫਿਰ ਆਪਾਂ ਜ਼ਿਕਰ ਕਰਾਂਗੇ ਜੀ ਕਿ ਵੀ ਜਿਹੜੀ ਕੇਂਦਰੀ ਸਿਆਸਤ ਹੈ ਉਹਦੇ ਵਿੱਚ ਕੁਛ ਹਲਚਲ ਹੈ। ਉਹਦੇ ਦੂਸਰੇ ਪਾਸੇ SGPC ਨੇ ਵੀ ਇੱਕ ਇਕੱਤਰਤਾ ਸੱਦੀ ਸੀ, ਉਹਦੇ ਵਿੱਚ ਵੀ ਕਾਫੀ ਸ਼ਖਸੀਅਤਾਂ ਪਹੁੰਚੀਆਂ। ਉੱਥੇ ਕੀ ਫੈਸਲਾ ਹੋਇਆ, ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਨਾਲ ਆਪਣੇ ਪਰਮਵੀਰ ਬਾਠ ਹੋ ਰਹੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਸਿਹਤਾਂ ਪੂਰੀਆਂ ਵੱਲ ਨੇ। ਵਧੀਆ। ਦੇਖੋ, ਸਿਹਤ ਵੱਲ ਹੋਣੀ ਚਾਹੀਦੀ ਹੈ, ਸਿਹਤ 'ਚ ਵੱਲ ਨਹੀਂ ਹੋਣਾ ਚਾਹੀਦਾ। ਦੇਖੋ, ਵੱਲ ਤਾਂ ਸਿਆਸਤਦਾਨਾਂ 'ਚ ਹੁੰਦਾ, ਆਮ ਬੰਦੇ 'ਚ ਵੱਲ ਨਹੀਂ ਹੁੰਦਾ। ਆਹੀ ਵੀ ਗੱਲ ਹੈਗੀ ਹੈ ਨਾ। ਤੁਸੀਂ ਇਹ ਦੇਖੋ, ਮੈਂ ਤਾਂ ਇਹ ਸੋਚਦਾ ਸੀ ਹਰ ਆਮ ਬੰਦਾ ਜਿਹੜਾ ਖਾਸ ਬਣਨਾ ਚਾਹੁੰਦਾ, ਹਰ ਆਮ ਬੰਦਾ ਜਿਹੜਾ ਚਿੱਟਾ ਕੁੜਤਾ ਪਜਾਮਾ ਪਾਉਣਾ ਚਾਹੁੰਦਾ ਤੇ ਐਂ ਕਰਕੇ ਤਸਵੀਰ ਖਿਚਾਉਣੀ ਚਾਹੁੰਦਾ, ਉਹਨਾਂ ਨੂੰ ਅੱਜ ਹੀ ਸਲਾਹ ਆ ਤੇ ਸਮੇਤ ਸਬੂਤਾਂ ਕਿ ਕੁਛ ਨਹੀਂ ਰੱਖਿਆ, ਔਖਾ ਕੰਮ ਬੜਾ। ਜੇ ਇਸ ਲਈ ਜਿੰਨਾ ਕਮਾਉਂਦੇ ਹੋ ਓਨਾ ਖਾਂਦੇ ਹੋ, ਵਧੀਆ, ਨਹੀਂ ਤਾਂ ਕਰਜ਼ਾਈ ਹੋ ਜਾਓਗੇ। ਮੈਂ ਕੋਲੋਂ ਨਹੀਂ ਕਹਿੰਦਾ। ਤੁਸੀਂ ਇਹ ਦੇਖੋ ਕਿ ਸਿਆਸਤ ਇੰਨੀ ਔਖੀ ਆ, ਇੰਨੀ ਖਰਚੀਲੀ ਆ, ਇੰਨਾ ਬੰਦੇ ਨੂੰ ਆਰਥਿਕ ਤੌਰ ਦੇ ਉੱਤੇ, ਵਿੱਤੀ ਤੌਰ ਦੇ ਉੱਤੇ ਭਾਰ ਪਾ ਦਿੰਦੀ ਆ ਕਿ ਜੇ ਤੁਸੀਂ 9-9.5 ਸਾਲ ਮੁੱਖ ਮੰਤਰੀ ਵੀ ਰਹੇ ਹੋਵੋ, ਜੇ ਤੁਹਾਡੇ ਪਰਿਵਾਰ ਦਾ ਕੋਈ MP ਵੀ ਹੋਵੇ, ਜੇ ਤੁਹਾਡੇ ਕੋਲੇ ਫਾਰਮ ਵੀ ਹੋਵੇ, ਫਿਰ ਵੀ ਤੁਹਾਨੂੰ ਇਲੈਕਸ਼ਨ ਲੜਨ ਲਈ 20-25 ਲੱਖ ਰੁਪਈਆ ਕਰਜ਼ਾ ਲੈਣਾ ਪੈਂਦਾ ਹੈ ਉਧਾਰ। ਇਹ ਆ ਜਿਹੜੀ ਗੱਲ ਹੁਣ ਤੁਸੀਂ ਆਉਂਦਿਆਂ ਕਰਨ ਲੱਗ ਪਏ, ਗੱਲਾਂ ਤੇ ਮਾੜੀਆਂ ਨੇ। ਨਹੀਂ, ਹੁਣ ਜੇ ਦੇਖੋ, ਇੱਕ ਹੁੰਦੀ ਗੱਲ ਦਰਦ ਵੰਡਾਇਆ ਘਟਦਾ ਹੁੰਦਾ, ਮੈਂ ਉਸ ਪੱਖ ਤੋਂ ਗੱਲ ਕਰ ਰਿਹਾ। ਨਹੀਂ, ਦਰਦ ਤਾਂ ਵੰਡਾਇਆ ਕਰਦਾ ਜਦੋਂ ਦਰਦ ਹੋ ਰਿਹਾ ਹੋਵੇ। ਜਦੋਂ ਦਰਦ ਹਟ ਗਿਆ ਹੋਵੇ ਫਿਰ ਪੁੱਛੇ ਨਾ ਵੀ ਉਦੋਂ ਲੱਤ ਟੁੱਟੀ ਸੀ, ਉਹਦੇ ਐਵੇਂ ਚੇਤਾ ਕਰਾਉਣ ਵਾਲੀ ਗੱਲ ਹੀ ਹੁੰਦੀ ਆ। ਅੱਛਾ, ਪਿੰਡ 'ਚ ਨਾ ਆਮ ਤੌਰ 'ਤੇ ਚਰਚਾ ਚੱਲਦੀ ਹੁੰਦੀ, ਯਾਰ ਫਲਾਨਿਆਂ ਦਾ ਉਹ ਗੁਰੂ ਤੇ ਚੰਗਾ ਭਲਾ ਪਰਿਵਾਰ ਹੈ, ਚੰਗੇ ਖਾਂਦੇ ਪੀਂਦੇ ਘਰ ਦੇ ਬੰਦੇ ਨੇ, ਤੇ ਅਚਾਨਕ ਬੰਦਾ ਜਿਹੜਾ ਕੋਈ ਇੱਧਰੋਂ ਉੱਧਰੋਂ ਸ਼ਹਿਰੋਂ ਆਇਆ ਹੁੰਦਾ ਨਾ, ਉਹ ਕਹਿੰਦਾ ਮੈਂ ਬੈਂਕ 'ਚ ਲੱਗਾ, ਮੈਨੂੰ ਪਤਾ ਵੀ ਕਿੰਨਾ ਖਾਂਦਾ ਪੀਂਦਾ ਪਰਿਵਾਰ ਆ, ਲਿਮਟ ਵੇਖੋ ਉੱਧਰ, ਕਹਿੰਦਾ ਉੱਧਰ ਜਾ ਕੇ ਤੇ ਫਰਦ ਕਢਾ ਕੇ ਵੇਖੋ ਵੀ ਕਿੱਦਾਂ ਲਾਲ ਲੀਕਾਂ ਵੱਜੀਆਂ ਸਾਰੇ ਪਾਸੇ। ਸੋ ਉਹ ਗੱਲ ਮੈਨੂੰ ਲੱਗਦਾ ਵੀ ਇਸ ਕੇਸ 'ਚ ਹੋਈ ਹੈ ਵੀ ਦੇਖੋ, ਮਹਾਰਾਜਾ ਸਾਹਿਬ ਦਾ ਪਰਿਵਾਰ ਹੋਵੇ ਤੇ ਖੁਦ ਮਹਾਰਾਜਾ ਸਾਹਿਬ ਇਲੈਕਸ਼ਨ ਲੜੇ ਹੋਣ ਤੇ ਬੰਦਾ ਕੋ ਆਖੀ ਜਾਵੇ ਵੀ 25 ਲੱਖ ਦਾ ਚੈੱਕ ਮੈਂ ਦਿੱਤਾ ਜੀ ਵੀ ਇਲੈਕਸ਼ਨ ਲੜਨ ਨੂੰ। ਫਿਰ ਨਹੀਂ, ਸੰਧਾਲੀਆ ਸਾਹਿਬ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਪਾਰਟੀ ਦੇ ਮੁਖੀਆ ਨੇ, 5 ਸਾਲ ਪਹਿਲਾਂ 4.5 ਸਾਲ ਮੁੱਖ ਮੰਤਰੀ ਰਹੇ ਆ। ਸੁਖਨਾ ਉਸੇ ਸਮਾਲਾ ਫਾਰਮ ਵੀ ਵੱਡਾ ਸੋ ਕਾਫੀ ਹੈ। ਇੱਥੋਂ ਤੱਕ ਕਿ ਮੰਤਰੀ MLA ਕਈ ਜਣੇ ਕਹਿੰਦੇ ਹੁੰਦੇ ਸੀ ਕਿ ਭਾਈ ਉਹ ਮਿਲਦੇ ਨਹੀਂ ਸਾਨੂੰ, ਔਖਾ ਬਹੁਤ ਹੈ, ਪਤਾ ਨਹੀਂ ਕਿੱਦਾਂ ਆ, ਕਦੇ ਇੱਥੇ ਰਹਿੰਦੇ ਆ, ਉੱਥੇ ਰਹਿੰਦੇ ਆ, ਬੜੀ ਚਰਚਾ ਚੱਲਦੀ ਹੁੰਦੀ ਸੀ। ਪਰ ਤੁਸੀਂ ਦੇਖੋ ਕਿ ਜਿਹੜਾ ਦੂਰੋਂ ਬੰਦਾ ਬਹੁਤ ਚਮਕਦਾ ਨਜ਼ਰ ਆਉਂਦਾ, ਕਿੰਨਾ ਹੈਗਾ ਔਖਾ ਨਾ ਕੰਮ ਅੰਦਰਲੇ ਪਾਸਿਓਂ, ਕਿ ਤੁਸੀਂ ਚੋਣ ਲੜਨੀ ਹੈ, ਪਾਰਟੀ ਨਵੀਂ ਬਣਾਈ ਹੈ, ਗੱਠਜੋੜ ਨਵੇਂ ਨੇ, ਤੇ ਫਿਰ ਤੁਹਾਡੇ ਕੋਲੇ ਸੱਤਾ ਵੀ ਨਹੀਂ ਰਹੀ। ਮੈਂ ਕਹਿੰਦਾ ਕਿ ਬੱਲੇ ਬੱਲੇ ਉਸ ਬੰਦੇ ਦੇ ਜਿਹਨੇ ਸੱਤਾ ਚਲੇ ਵੀ ਗਈ ਤਾਂ ਵੀ 25 ਲੱਖ ਰੁਪਈਏ ਦਾ ਯਕੀਨ ਕੀਤਾ ਕਿ ਨਹੀਂ ਭਾਈ ਆਪਾਂ 25 ਲੱਖ ਰੁਪਈਆ ਉਧਾਰ ਦਿੰਨੇ ਆ। ਮਿੱਤਰ ਨੇ ਆਪਣੇ, ਜਾਣੀ ਕੈਪਟਨ ਅਮਰਿੰਦਰ ਸਿੰਘ ਹੋਰੀ ਲਿਖ ਕੇ ਦਿੱਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿ ਮੈਂ ਪੰਜਾਬ ਲੋਕ ਕਾਂਗਰਸ ਦਾ ਆਗੂ, ਮੈਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ, ਮੇਰਾ 39 ਲੱਖ ਰੁਪਈਆ ਖਰਚ ਹੋਇਆ ਤੇ ਉਹਦੇ ਵਿੱਚੋਂ 25 ਲੱਖ ਰੁਪਈਆ ਮੈਂ ਇਸ ਬੰਦੇ ਤੋਂ ਉਧਾਰਾ ਲਿਆ ਸੀ ਤੇ ਉਹ ਬੰਦਾ ਸ਼ਰਾਬ ਦਾ ਕਾਰੋਬਾਰੀ ਹੈ। ਹਾਂ, ਮਤਲਬ ਇਹ ਦੇਖੋ ਵੀ ਮੋਟੀ ਜੀ ਆਪਾਂ ਗੱਲ ਕਰੀ ਵੀ 40 ਲੱਖ ਦੀ ਲਿਮਿਟ ਸੀਗੀ ਜੀ, 40 ਲੱਖ ਤੋਂ ਉਹਨੇ ਘੱਟ ਖਰਚ ਕੀਤਾ। 25 ਲੱਖ ਜੀ ਇੱਕ ਬੰਦੇ ਨੇ ਦੇ ਦਿੱਤਾ ਤੇ ਬਾਕੀ ਮਤਲਬ 15 ਕੁ ਬਚਿਆ। ਇੰਨਾ ਕੀ ਬਚਿਆ? 14-15 ਜੀ, 14-15 ਉਹਨਾਂ ਦੇ ਕੋਲ ਸੀਗਾ। ਫਿਰ ਵੀ ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਯਾਰ, ਬੰਦੇ ਆਪਣੇ ਨਾਲ ਖਲੋਤੇ। ਵੈਸੇ ਇੱਕ ਗੱਲ ਤੇ ਹੈਗੀ ਆ ਵੀ ਕੈਪਟਨ ਸਾਹਿਬ ਨੇ ਯਾਰ ਤੇ ਕਮਾਏ ਆ ਨਾ। ਹਾਂ, ਵੀ ਉਹਨਾਂ ਆਖਿਆ ਵੀ ਯਾਰ ਕੈਪਟਨ ਸਾਹਿਬ ਤੁਸੀਂ ਪਾਰਟੀ ਬਣਾ ਲਈ, ਕੋਈ ਗੱਲ ਨਹੀਂ, ਇਲੈਕਸ਼ਨ ਲੜਨੀ ਕੋਈ ਗੱਲ ਨਹੀਂ, ਬੰਦੇ ਭਾਵੇਂ ਤੁਸੀਂ ਚੋਣ ਨਿਸ਼ਾਨ ਦਿੰਦੇ ਹੋ, ਅਗਲੇ ਭੱਜ ਕੇ ਨਹੀਂ ਕਹਿੰਦੇ ਨਹੀਂ ਅਸੀਂ ਇਹ ਚੋਣ ਨਿਸ਼ਾਨ ਦੇ ਇਲੈਕਸ਼ਨ ਨਹੀਂ ਲੜਨੇ, ਅਸੀਂ ਤਾਂ ਉੱਤੇ ਲੜਨੇ। ਪਰ ਫਿਰ ਵੀ ਉਹਨਾਂ ਆਖਿਆ ਵੀ ਤੁਹਾਡੀ ਜੇਬ 'ਚ ਭਾਵੇਂ ਥੋੜੇ ਨੇ ਪਰ ਅਸੀਂ ਤੁਹਾਨੂੰ ਦਿੰਦੇ ਹਾਂ। ਦੇਖੋ, ਇਹ ਤਾਂ ਗੱਲ, ਜੇ ਕੋਈ ਪਿੰਡ ਦਾ ਬੰਦਾ, ਸ਼ਹਿਰ ਦਾ ਬੰਦਾ ਰਾਜਨੀਤੀ ਜਾਣਾ ਚਾਹੁੰਦਾ, ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਭਾਈ। ਉਹ ਕਹਿੰਦੇ ਆ ਕਿ ਮੁੱਖ ਮੰਤਰੀ ਦੀ ਕੁਰਸੀ ਵੀ ਗਈ, ਪਾਰਟੀ ਵੀ ਗਈ, MLA-ਸ਼ਿਪ ਵੀ ਗਈ, ਉਹ ਗੱਠਜੋੜ ਵਾਲੇ ਵੀ ਹੁਣ ਤਾਂ ਤਕਰੀਬਨ ਗਏ ਹੀ ਆ, ਤੇ ਉੱਪਰੋਂ 25 ਲੱਖ ਦੇਣ ਵਾਲਾ ਪਿਆ। ਪਰ ਕੋਈ ਗੱਲ ਨਹੀਂ, ਚਿੰਤਾ ਨਾ ਕਰੋ। ਉਹਨਾਂ ਕਾਗਜ਼ਾਂ ਦੇ ਵਿੱਚ ਹੀ ਜਿਹੜੀ ਮੋਟੀ ਜੀ ਉਹਨਾਂ ਨੇ ਆਪਣੀ ਚੱਲ ਜਾਇਦਾਦ ਦੱਸੀ ਸੀ, ਮੇਰੇ ਖਿਆਲ ਨਾਲ 60-70 ਕਰੋੜ ਦੀ, ਤਾਂ ਉਹੀ ਉਹ ਬਣਦੀ। ਤੇ ਉਹਦੇ ਹਿਸਾਬ ਨਾਲ 25 ਲੱਖ ਤਾਂ ਕਿਆ ਗੱਲ ਕਰਦੇ ਹੋ ਯਾਰ ਵੀਰ ਜੀ ਤੁਸੀਂ।
ਕਿਆ ਗੱਲ ਕਰਦੇ ਹੋ? ਨਹੀਂ ਮੈਂ ਤੇ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਅਸੀਂ ਆਮ ਬੰਦੇ ਆ ਨਾ, ਅਸੀਂ ਬਾਰ-ਬਾਰ ਕਰਜ਼ਾ ਇਦਾਂ ਵੀ ਨਹੀਂ ਕਹਿ ਸਕਦੇ। ਮੈਂ ਵੀ ਕਰਜ਼ਾ ਲਿਆ ਸੀ ਉਦੋਂ, ਮੈਂ ਵੀ ਵਿਧਾਨ ਸਭਾ ਚੋਣ ਲੜਨ ਦੇ ਲਈ ਕਰਜ਼ਾ ਲਿਆ ਸੀ, ਮੈਂ ਮੁੜ ਕੇ ਵਾਪਸ ਕਰ ਦਿੱਤਾ ਸੀ। ਨਹੀਂ ਉਹ ਵਾਪਸ ਤਾਂ ਉਹਨਾਂ ਨੇ ਵੀ ਕਰ ਦੇਣਾ, ਪਰ ਚਲੋ ਕੁੱਲ ਮਿਲਾ ਕੇ ਇੰਨਾ ਵੀ ਇਹ ਦਿਨ ਵੀ ਆ ਜਾਂਦੇ ਆ ਜੀ। ਮਤਲਬ ਜੇ ਇਹ ਗੱਲ ਸੱਚੀ ਆ, ਜੇ ਇਹ ਇਦਾਂ ਹੀ ਹੋਇਆ ਤੇ ਤੁਸੀਂ ਇਹ ਦੇਖੋ ਕਿ ਵੀ ਉਹ ਜਿਹੜੀ ਗੱਲ ਉਹ ਮਾਨ ਸਾਹਿਬ ਵਾਰ-ਵਾਰ ਕਹਿੰਦੇ ਹੁੰਦੇ ਵੀ ਬੰਦਾ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਕਦੋਂ ਕਿੱਧਰ ਨੂੰ ਚਲੇ ਜਾਵੇ ਪਤਾ ਨਹੀਂ ਲੱਗਦਾ, ਵੀ 17 ਵਾਲੀ ਚੜ੍ਹ ਉਹ ਸੀਗੀ ਕਿ ਇੱਕੋ ਇੱਕ ਸ਼ਖਸ ਜੀ ਜਿਹਦੇ ਨਾਂ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ ਗਈ ਉਹ ਬੰਦਾ ਮੁੱਖ ਮੰਤਰੀ ਬਣਿਆ, ਐਂਡ ਉਹ 5 ਸਾਲ ਪੂਰੇ ਨਹੀਂ ਹੋਏ ਤੇ ਆਪਾਂ ਇਹੋ ਜਿਹੀਆਂ ਖਬਰਾਂ ਦੱਸਣ ਡਏ ਆ। ਮਾਲਵਿੰਦਰ ਸਿੰਘ ਕੰਗ ਹੋਰੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਉਹ ਕਹਿੰਦੇ ਕਮਾਲ ਹੈ, 25 ਲੱਖ ਰੁਪਏ ਤੁਹਾਨੂੰ ਕਰਜ਼ੇ ਦੀ ਕਿੱਦਾਂ ਲੋੜ ਪੈ ਗਈ? ਕਹਿੰਦੇ ਤੁਸੀਂ 5 ਸਾਲਾਂ ਦੇ ਵਿੱਚ ਉਹ ਫਾਰਮ ਹਾਊਸ ਬਣਾ ਲਿਆ ਏਡਾ ਵੱਡਾ, ਕਰੋੜਾਂ ਦਾ, ਇੰਨੀ ਤੁਹਾਡੀ ਪ੍ਰਾਪਰਟੀ, ਤੇ ਹੁਣ ਕਾਗਜ਼ਾਂ ਦੇ ਵਿੱਚ ਰਲਾ ਮਿਲਾ ਜਾ ਕਰਕੇ ਨਾ ਸਾਨੂੰ ਦਿਖਾਓ ਪੰਜਾਬ ਦੇ ਲੋਕਾਂ ਨੂੰ ਕਿ ਕਰਜ਼ਾ ਲਿਆ। ਗੱਲ ਕਹਿੰਦੇ ਕੁਛ ਹੋਰ ਹੈ। ਚਲੋ ਉਹ ਵਿਰੋਧੀ ਨੇ ਭਾਈ, ਉਹਨਾਂ ਦਾ ਕਹਿਣਾ ਬਣਦਾ ਜੀ। ਅਗਲਿਆਂ ਨੇ ਜਿਹੜੀ ਗੱਲ ਕਾਗਜ਼ੀ ਪੱਤਰੀ ਕਰਨੀ ਸੀ ਉਹਨਾਂ ਨੇ ਕਰ ਦਿੱਤੀ। ਦੇਖੋ ਕਾਰਨ ਆ ਵੀ ਮੈਨੂੰ ਲੱਗਦਾ ਵੀ ਹੁਣ ਆਪਾਂ ਬਹੁਤਾ ਇਹ ਗੱਲ ਡਿਸਕਸ ਨਾ ਕਰੀਏ। ਉਹ ਕਹਿੰਦੇ ਹੁੰਦੇ ਵੀ ਜਿਹੜਾ ਇਹੋ ਜਿਹਾ ਹੋਵੇ ਨਾ ਵੀ ਉਹ ਐਵੇਂ ਢੱਕੀ ਦਾ ਹੁੰਦਾ, ਉਹ ਗੱਲ ਸ਼ਰੀਕਿਆਂ ਵਾਲੀ ਨਹੀਂ ਕਰੀਦੀ ਹੁੰਦੀ ਵੀ ਚਲੋ ਉਹ ਲੈਣਾ ਦੇਣਾ ਹੱਥ ਧਾਰ ਤੇ ਹੁੰਦਾ ਹੀ ਯਾਰ, ਪਿੰਡਾਂ 'ਚ ਕਿਹਦਾ ਨਹੀਂ ਆ। ਪਰ ਸੰਧਾਲੀਆ ਸਾਹਿਬ ਦੇਖੋ, ਜਦੋਂ ਪੈਸਿਆਂ ਦੀ ਗੱਲ ਚੱਲੀ ਹੈ, ਇਧਰਲੇ ਪਾਸੇ ਹੈ ਨਹੀਂ ਸੀ ਮਿੱਤਰਾਂ ਨੇ ਦਿੱਤੇ, ਉਧਰਲੇ ਪਾਸੇ ਆਪਾਂ ਪਿਛਲੇ ਦਿਨ ਇੱਕ ਚਰਚਾ ਤੋਰੀ ਸੀ ਕਿ ਝਾਰਖੰਡ ਦੀ ਇੱਕ ਮਨਰੇਗਾ ਦੀ ਸੂਬਾ ਸਕੱਤਰ ਹੈ ਬੀਬੀ ਪੂਜਾ ਸਿੰਘਲ, IAS ਅਧਿਕਾਰੀ, ਐਨ ਸਿਖਰਲੇ ਅਧਿਕਾਰੀ ਹੁੰਦੇ IAS। ਉਹ ਬੀਬੀ ਪੂਜਾ ਸਿੰਘਲ ਦੇ ਟਿਕਾਣਿਆਂ ਦੇ ਉੱਤੇ ਛਾਪੇ ਪਏ, ਰਾਜਸਥਾਨ, ਦਿੱਲੀ, ਝਾਰਖੰਡ, ਇਧਰਲੇ ਪਾਸੇ ਹਰਿਆਣੇ 'ਚ, ਕਿੰਨੀ ਜਗ੍ਹਾ, ਬਿਹਾਰ ਤੱਕ, ਯੂਪੀ 'ਚ। ਤੇ ਕਹਿੰਦੇ ਸੀ ਕਿ ਜਿਹੜਾ ਉਹਨਾਂ ਦਾ ਚਾਰਟਰਡ ਅਕਾਊਂਟੈਂਟ ਹੈ ਉਹਦੇ ਕੋਲੋਂ 17 ਕਰੋੜ ਰੁਪਈਆ ਕੈਸ਼ ਨਕਦ ਮਿਲਿਆ, ਤੇ ਉਹ ਮਸ਼ੀਨਾਂ ਮੰਗਾਉਣੀਆਂ ਪਈਆਂ ਸੀ ਕਿ ਨੋਟ ਗਿਣਨੇ, ਅਸਲੀ ਨਕਲੀ ਦਾ ਵੀ ਪਤਾ ਕਰਨਾ ਹੈ। ਬੀਬੀ ਜੀ ਦੇ ਘਰੇ ਵੀ ਛਾਪਾ ਪਿਆ। 2 ਦਿਨਾਂ ਦੇ ਵਿੱਚ 16 ਘੰਟੇ ਹੁਣ ਬੀਬੀ ਤੋਂ ਪੁੱਛਗਿੱਛ ਕੀਤੀ ਹੈ, ਤੇ ਬੀਬੀ ਕਹਿੰਦੇ ਪਹਿਲੇ ਦਿਨ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਪਹਿਲੇ ਦਿਨ ਤਾਂ ਬੀਬੀ ਜੀ ਅੜਦੇ ਰਿਹਾ, ਪਰ ਦੂਜੇ ਦਿਨ ਕੋਈ ਮਨਰੇਗਾ ਦੇ ਘਪਲੇ 'ਚ ਕਹਿੰਦੇ ਆ ਹੌਲੀ ਦੇਣੀ ਉਹਨਾਂ ਨੇ ਇੱਕ ਫਿਰ ਮੰਤਰੀ ਸਾਹਿਬ ਦਾ ਨਾਂ ਲੈਤਾ ਕਿ ਮੈਂ ਕਿਹੜਾ ਗੱਲੀ ਸੀ, ਮੰਤਰੀ ਸਾਹਿਬ ਵੀ ਤਾਂ ਵਿੱਚ ਨਾਲ ਹੀ ਸੀਗੇ। ਤੇ ਹੁਣ ਬੀਬੀ ਜੀ ਨੂੰ 5 ਦਿਨ ਦੇ ਲਈ ਕਹਿੰਦੇ ਉਹਨਾਂ ਨੇ ਜੇਲ੍ਹ ਭੇਜਿਆ, ਤੇ ਬਾਕੀ ਸਾਰਾ ਹਿਸਾਬ ਦੇ ਹੋ ਗਿਆ ਸੀ। ਉਹਨਾਂ ਨੇ ਕਿਹਾ ਜੀ ਇੰਨੀ ਬੀਬੀ ਜੀ ਤੁਹਾਡੀ ਤਨਖਾਹ, ਇੰਨੇ ਬੀਬੀ ਜੀ ਤੁਹਾਡੇ ਭੱਤੇ, ਆਹ ਤੁਹਾਨੂੰ ਇਸ ਕਾਰੋਬਾਰ ਤੋਂ ਤੁਹਾਨੂੰ ਇਨਕਮ ਆਉਂਦੀ ਆ, 1.5 ਕਰੋੜ ਰੁਪਈਆ ਤੁਹਾਡੇ ਬੈਂਕ ਖਾਤੇ 'ਚ, ਫਿਰ ਵੀ ਵਾਧਾ ਮੜ ਜਾ ਹਿਸਾਬ ਦਿਓ। ਕਹਿੰਦੇ ਬੀਬੀ ਤੋਂ ਹਿਸਾਬ ਨਹੀਂ ਦਿਓ ਹੋਇਆ, 1.5 ਕਰੋੜ। ਇਹ ਦੇਖੋ ਇੱਕ ਗੱਲ ਤਾਂ ਹੈਗੀ, ਜੇ ਬਾਕੀ ਸਾਰਿਆਂ ਨੇ ਪਰਿਵਾਰ ਦੇ ਮੈਂਬਰਾਂ ਵੀ ਸ਼ਾਇਦ ਫੋਟੋ ਵੇਖੀ ਹੋਣੀ, ਜਦੋਂ ਉਹ ਛਾਪਾ ਪੈਂਦਾ ਜੀ ਉਹਦੇ ਨਾਲ ਇੱਕ ਫੋਟੋ ਨਜ਼ਰ ਆਉਂਦੀ ਆ ਵੀ ਜਿੱਦਾਂ ਆਪਣੇ ਨਾ ਇੱਟਾਂ ਦਾ ਚੱਕਾ ਜਿਹਾ ਨਹੀਂ ਲਾ ਲਈਦਾ, ਵੀ ਜਿੱਦਾਂ ਪਹਿਲੀ ਟਰਾਲੀ ਜਾਂ ਜਿੱਦਾਂ ਉਹ ਮਤਲਬ ਖੱਚਰ ਰੇੜੇ ਦੇ ਉੱਪਰ ਇੱਟਾਂ ਦਾ ਪਹਿਲਾ ਰੇੜਾ ਆ ਗਿਆ ਇੱਟਾਂ ਦਾ ਚੱਕਾ ਜਿਹਾ ਇੱਕ ਲਾ ਲਿਆ, ਉਹ ਚੱਕਾ ਜਿਹਾ ਲੱਗਾ ਹੁੰਦਾ ਤੇ ਪਿੰਡ ਵਾਲੇ ਉਦੋਂ ਹੀ ਲਾਗੇ ਆਣ ਗਿਆ, ਨਾਲੇ ਕੰਨ ਜਿਹਾ ਖੁਰ ਗਿਆ, ਨਾਲੇ ਅੱਛਾ ਬਣਾਉਣ ਲੱਗੇ ਕੋਈ, ਫਿਰ ਕੋਈ ਡੰਗਰਾਂ ਵਾਲਾ ਬਰਾਂਡਾ ਪਾਉਣ ਲੱਗੇ, ਦੋਮ ਲੱਗਦੀ ਆ ਹਨਾ ਅੱਬਲ। ਉਹ ਜਿੱਡਾ ਚੱਕਾ ਲਾਏ ਤੋਂ ਆਂਢੀ ਗੁਆਂਢੀ ਆਪਾਂ ਨੂੰ ਇਹ ਪੁੱਛਣ ਲੱਗ ਪੈਂਦੇ ਆ ਨਾ ਵੀ ਕੁਛ ਬਣਾਉਣ ਲੱਗੇ ਜੀ। ਏਡਾ ਚੱਕਾ ਜੇ ਤੋਂ ਵੱਡਾ ਹੀ ਉਹ ਨੋਟਾਂ ਦੀਆਂ ਦੱਥੀਆਂ ਦਾ ਹੀ ਸੀਗਾ ਜਿੱਦਣ ਉਹ ਗਏ ਪੁੱਛਗਿੱਛ ਕਰਨ। ਫਿਰ ਵੀ ਮੈਂ ਨਾ ਅਗਲੀ ਤਕੜੀ ਆ ਵੀ ਉਹਨੇ ਸਾਰਾ ਕੁਝ ਕਰ ਕਤਰ ਕੇ ਸਿਰਫ 1.5 ਕਰੋੜ ਹੀ ਬਚਿਆ, ਬਾਕੀ ਸਾਲ ਬਚਿਆ ਵੀ ਇੰਨਾ, ਫਿਰ ਵੀ ਉਹ ਕਿਤੇ ਖਪਾ ਹੀ ਦਿੱਤਾ ਬਾਕੀ। ਸੰਧਾਲੀਆ ਸਾਹਿਬ ਮੈਂ ਸੋਚਦਾ ਸੀ ਕਿ ਆਮ ਬੰਦੇ ਤੇ ਖਾਸ ਬੰਦੇ 'ਚ ਫਰਕ ਬੜਾ, ਅਫਸਰਸ਼ਾਹੀ ਵੀ ਬੜੀ ਤਕੜੀ, ਲੀਡਰ ਵੀ ਬੜੇ ਤਕੜੇ। ਆਮ ਬੰਦੇ ਨੇ ਜੇ ਕਿਤੇ 400 ਇੱਟ ਸਟਾਲੀ ਨਾ ਕਿਤੇੋਂ, ਚੱਕਾ ਘਰ ਦੇ ਬਾਹਰ ਹੀ ਲੱਗਣਾ। ਮੇਰੇ ਵਰਗੇ ਨੇ ਰੋਜ਼ ਸਵੇਰੇ ਬਿਸਤਰੇ ਦੇ ਵਿੱਚੋਂ ਨਿਕਲ ਕੇ ਝਗਾ ਜਿਹਾ ਪਾ ਕੇ ਉਸ ਵੇਲੇ ਸਭ ਤੋਂ ਪਹਿਲਾਂ ਇੱਟਾਂ ਵਾਲੇ ਚੱਕੇ ਦੇ ਚਾਰੇ ਪਾਸੇ ਗੇੜਾ ਮਾਰਨਾ, ਉਦੋਂ ਇੱਟਾਂ ਦੋ ਕੈ ਨੂੰ ਕਰੇ ਠੋਕਰ ਜੀ ਮਾਰ, ਐਂ ਦੇਖ ਵਿੱਚੋਂ ਕਿਸੇ ਨੇ ਕੱਢ ਤਾਂ ਨਹੀਂ ਲਈ, ਜੇ ਮਾੜੀ ਜੀ ਕਿਸੇ ਨਿਆਣੇ ਨੇ ਮੰਨ ਲਓ ਐਂ ਬਾਹਰ ਨੂੰ ਕੱਢੀ, ਉਹਨੂੰ ਠੋਕ ਕੇ ਇੱਧਰ ਉੱਧਰ ਕਰਕੇ ਨਹੀਂ ਠੀਕ ਹੈ। ਰਾਤ ਨੂੰ ਮਾੜਾ ਜਿਹਾ ਬਾਹਰ ਕਿਤੇ ਖੜਕਾ ਹੋਇਆ, ਭਾਵੇਂ ਕੁੱਤੇ ਹੀ ਆਪਸ ਵਿੱਚ ਲੜਦੇ ਹੁਣ, ਉਸ ਵੇਲੇ ਅੱਬੜ ਬਾਈ ਉੱਠ ਕੇ ਉਹ ਕੋਈ ਇੱਟ ਤਾਂ ਨਹੀਂ ਲੈ ਗਿਆ। ਯਾਨੀ ਉਹ ਬੀਬੀ ਪੈਸੇ ਉਹਦਾ ਸੀ, ਇਹ ਪੈਸਾ ਹੀ ਨਹੀਂ ਲੈ ਕੇ ਬੈਠੇ, ਉਹਨਾਂ ਨੂੰ ਫਿਕਰ ਨਹੀਂ, ਸਾਨੂੰ ਇੱਟਾਂ ਦਾ ਹੀ ਫਿਕਰ ਹੁੰਦਾ। ਦੇਖੋ ਇਹੀ ਤੇ ਗੱਲ ਹੈ ਨਾ WhatsApp ਵੀ ਬਾਬਾ ਵੇਂਦਾ, ਉਹਨੂੰ ਪਤਾ ਹੁੰਦਾ ਵੀ ਇਹਦਾ ਹਾਜ਼ਮਾ ਕਿੰਨਾ ਹੈ। ਹੁਣ ਜਿਹਨੇ ਜੇ ਧੱਡਰ ਕੇ ਬੰਦੇ ਨੇ ਉੱਥੇ ਇੱਟਾਂ ਦੇ ਚੱਕੇ ਬਾਰੇ ਇਹੋ ਸੋਚੀ ਜਾਣਾ ਤੇ ਉਹਨੂੰ ਦੇਣਾ ਵੀ ਕੀ ਹੈ ਬਾਬੇ। ਅਜੇ ਤੇ ਤੁਸੀਂ ਉਹ ਨਹੀਂ ਦੱਸਿਆ ਵੀ ਹੋਰ ਕੁਝ ਨਹੀਂ ਹੁੰਦਾ, ਵੀ ਉੱਥੋਂ ਅੱਧਾ ਕਿਲੋ ਕਲੀ ਲਿਆ ਕੇ ਘੋਲ ਕੇ ਨਾ ਉਹ ਛਿੱਟੇ ਜੇ ਮਾਰ ਦਿੰਦੇ ਹੁੰਦੇ ਘਰੇ, ਪਤਾ ਲੱਗ ਜੇ ਮੈਨੂੰ ਵੀ ਜੇ ਕਿ ਚੁੱਕੀ ਵਿੱਚੋਂ ਕੱਢੀ ਤੇ। ਪਰ ਚਲੋ ਇੱਕ ਗੱਲ ਤੇ ਪੱਕੀ ਆ ਵੀ ਜੇ ਇਹ ਕੰਮ ਤੁਰਿਆ ਜੀ, ਵੀ ਜੇ ਹੁਣ ਜਾਂਚ ਏਜੰਸੀਆਂ ਇੱਥੋਂ ਤੱਕ ਤੁਰੀਆਂ ਨੇ, ਕਿਉਂਕਿ ਉਹ ਬੀਬੀ ਬਾਰੇ ਇਹ ਵੀ ਕਿਹਾ ਜਾਂਦਾ ਵੀ ਕੋਲੇ ਦੇ ਵਿੱਚ ਵੀ ਸੈਕਟਰੀ ਰਹੀ ਸੀ ਉਹ, ਤੇ ਉਹਦੇ ਕਿਤੇ ਨਾ ਕਿਤੇ ਪੈਨਾਂ ਦੇ ਨਾਲ ਦਸਤਖਤਾਂ ਦੇ ਨਾਲ ਕੋਲਾ ਵੀ ਇੱਧਰੋਂ ਉੱਧਰੋਂ ਚੱਲਦਾ ਸੀ ਜੀ। ਹੁਣ ਜੇ ਪੁੱਛਗਿੱਛ ਵਾਲਾ ਕੰਮ ਚੱਲਿਆ ਤੇ ਸ਼ਾਇਦ ਕਿਤੇ ਉਹਨਾਂ ਖਾਣਾ ਵਾਲੇ ਕੋਲੇ ਦੇ ਚੱਕਰ 'ਚ ਵੀ ਕੋਈ ਨਾ ਕੋਈ ਹਿਸਾਬ ਕਰ ਲਿਆ ਜਾਵੇ, ਕਿਉਂਕਿ ਰੋਣ ਪਿੱਟਣ ਵਾਲੀ ਗੱਲ ਤੇ ਇੱਥੋਂ ਤੱਕ ਅੱਪੜ ਗਈ ਹੈ ਵੀ ਹੁਣ ਪੰਜਾਬ ਰਾਜ ਬਿਜਲੀ ਬੋਰਡ ਦੇ ਜਿਹੜੇ ਅਫਸਰ ਸਾਹਿਬਾਨ ਨੇ ਨਾ, ਉਹ ਵਿਚਾਰੇ ਸਿਰ ਜੋੜ ਕੇ ਬੈਠੇ ਆ ਤੇ ਉਹ ਕਹਿੰਦੇ ਵੀ ਗੁਰੂਓ ਪਤਾ ਤੇ ਕਰੋ ਵੀ ਬੱਤੀ ਜਾਂਦੀ ਕਿੱਥੇ ਆ। ਉਹ ਕਹਿੰਦੀ ਹੋਇਆ ਕੀ ਮਹਾਰਾਜ, ਕਹਿੰਦੇ ਆ ਮੀਟਰ ਚੈੱਕ ਕਰੋ, ਇੱਧਰ ਸਾਰੇ ਮੀਟਰ ਮੁੱਕਣ ਵਾਲੇ ਹੋ ਗਏ ਆ, ਸੂਈਆਂ ਇੱਥੋਂ ਤੱਕ ਜਾਣ ਡੀਆਂ ਬਿਜਲੀ ਦੀ ਜਿਹੜੀ ਕਹਿੰਦੇ ਵੀ ਮੰਗ ਆ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਆਉਂਦਿਆਂ ਤੱਕ ਹੀ
55% ਵੱਧ ਗਈ ਜੀ ਟੋਟਲ ਨਾਲੋਂ। 32% ਪਹਿਲਾਂ ਅਪ੍ਰੈਲ 'ਚ ਵਧੀ ਸੀ, 38 ਐਤਕੀਆਂ ਵੱਧ ਗਈ, ਤੇ ਟੋਟਲ ਦੇ ਹਿਸਾਬ ਨਾਲ ਕਹਿੰਦੇ ਵੀ ਪਿਛਲੀ ਵਾਰ ਨਾਲੋਂ 55% ਦਾ ਵਾਧਾ ਹੋ ਗਿਆ। ਵੀ ਆਪਾਂ ਲਵਾ ਕੇ ਹੀ ਲਿਆ ਐਸਾ ਵੀ ਬੱਤੀ ਦੇ ਉਹ ਆ, ਬੰਦੇ ਵੀ ਉਹ ਵੱਸਦੇ ਆ, ਵੀ ਇਹ ਕਿੱਥੇ ਤੁਰੀ ਜਾਂਦੀ ਵੀ ਬੱਤੀ। ਕਿਹੜਾ ਸਾਰਾ ਪੰਜਾਬ BCR ਕਿਰਾਏ ਤੇ ਲੈ ਕੇ ਦੇਖਣ ਲੱਗ ਪਿਆ। ਵੀ ਹੁਣ ਉਹ ਕਹਿੰਦੇ ਆ ਵੀ ਉਹ ਵਿਚਾਰੇ ਜਾ ਕੇ ਚੈੱਕ ਕਰਨ ਲੱਗੇ ਵੀ ਆਪਾਂ ਨੂੰ ਇਹ ਪਤਾ ਲੱਗੇ ਵੀ ਇਹਦੇ ਝੋਨਾ ਲੱਗਣਾ, ਮੋਟਰਾਂ ਚੱਲਣੀਆਂ, ਜੀ। ਗਰਮੀਆਂ ਜੇ ਕਹਿੰਦੇ ਹੋਰ ਆਉਣੀਆਂ। ਉਦੋਂ ਪਹਿਲਾਂ ਜੇ ਆਪਣੇ ਇੱਧਰ ਵਾਲੇ ਮੀਟਰ ਵਿਚਾਰੇ ਲਾਲ ਹੋਏ ਫਿਰਦੇ ਤੇ ਟਰਾਂਸਫਾਰਮਰ ਗੜੂੰ ਗੜੂੰ ਕਰਦੇ, ਤੇ ਪੁੱਛੋ ਤੇ ਸੀ ਜਾ ਕੇ ਵੀ ਕਿੱਥੇ ਜਾਂਦੀ ਬੱਤੀ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਇੱਧਰੋਂ ਬੱਤੀ ਛੱਡਦੇ ਆ ਮੇਨ ਥਾਂ ਤੋਂ, ਉਧਰਲੇ ਪਾਸੇ ਮੀਟਰ ਘੁੰਮਦੇ, ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਆ ਬੱਤੀ ਅਸੀਂ ਮੰਨ ਲਓ 5 ਬੱਤੀਆਂ ਛੱਡੀਆਂ, ਆ 5 ਬੱਤੀਆਂ ਬਲ ਗਈਆਂ। ਉਹ ਕਹਿੰਦੇ ਬੱਤੀਆਂ 5 ਛੱਡਦੇ ਆ, ਬਲਦੀਆਂ 3 ਆ, 2 ਕਿੱਥੇ ਜਾਂਦੀਆਂ। ਹੁਣ ਪਤਾ ਲੱਗਾ ਕਿ ਮਾਝੇ ਦੇ ਵਿੱਚ ਇੱਕ ਧਾਰਮਿਕ ਡੇਰਾ ਤੇ ਉੱਥੇ ਵੀ ਉਹ ਗਏ ਸੀ, ਉਹ ਵੀ ਕਹਿੰਦੇ ਸਿੱਧੀਆਂ ਹੀ ਕੁੰਡੀਆਂ। ਫਿਰ ਇੱਧਰਲੇ ਪਾਸੇ ਮਾਲਵੇ ਦੇ ਵਿੱਚ ਇੱਕ ਪੁਲਿਸ ਦੇ ਕਰਮਚਾਰੀ ਅਧਿਕਾਰੀ ਸੀ, ਉਹ ਵੀ ਕਹਿੰਦੇ ਸਿੱਧੀਆਂ ਹੀ ਕੁੰਡੀਆਂ। ਹੋਰ ਵੀ ਕਈ ਪਾਸੇ ਉਹ ਕਹਿੰਦੇ ਜੀ ਇੱਧਰੋਂ ਜਿਹੜੀ 5 ਜਾਂਦੀ ਹੈ ਉਹਦੇ ਵਿੱਚੋਂ 3 ਤਾਂ ਸਿੱਧੀ ਜਾਂਦੀ ਹੈ, 2 ਪੁੱਠੀ ਹੋ ਕੇ ਬਾਲੀ ਜਾਂਦੀ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਤੇ ਜਿਹਨੇ ਕੁੰਡੀ ਲਾਉਣੀ ਉਹਨੇ ਇਹ ਥੋੜੀ ਦੇਖਣਾ ਬੱਤੀ ਬੰਦ ਕਰਨੀ ਹੈ, ਉਹਨੇ ਫਰਾਟਾ ਕੂਲਰ ਤੇ AC ਇਕੱਠੇ ਹੀ ਚਲਾਉਣੇ ਆ। ਨਹੀਂ, ਗੱਲ ਤੇ ਹੈਗੀ। ਦੇਖੋ ਕਾਰਨ ਇਹ ਆ ਵੀ ਇਹ ਮੁਸ਼ਕਲ ਤੇ ਆ ਰਹੀ ਹੈ। ਬਾਕੀ ਹੁਣ ਉਹ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਜਾਂਚ ਪੜਤਾਲ ਕਰ ਲੈਣੀ, ਵੀ ਸਾਨੂੰ ਪਤਾ ਲੱਗ ਜੇ ਵੀ ਅਸਲ ਦੇ ਵਿੱਚ ਕਿਹੜੇ ਸੈਕਟਰ 'ਚ ਕਿੱਥੇ ਜ਼ਿਆਦਾ ਖਪਤਿਆ। ਵੀ ਜਾਂ ਉਹਦੇ ਵਿੱਚ 2 ਹੀ ਕਾਰਨ ਹੋ ਸਕਦੇ, ਵੀ ਜਾਂ ਤੇ ਚੋਰੀ ਹੁੰਦੀ ਹੈ, ਜਾਂ ਫਿਰ ਲੋਡ ਜਿੰਨਾ ਲਿਖਿਆ ਉਹਦੇ ਹਿਸਾਬ ਨਾਲ ਲੋਡ ਅਗਲੇ ਪਾਸੇ ਜ਼ਿਆਦਾ, ਤੇ ਆਪਾਂ ਮੰਨ ਕੇ ਚੱਲਦੇ ਨਹੀਂ ਯਾਰ ਉਹਨਾਂ ਨੇ ਤਾਂ ਇੰਨਾ ਕੀ ਲੋਡ ਰੱਖਿਆ, ਪਰ ਜਦੋਂ ਉਧਰ ਨੂੰ ਜਾਂਦੀ ਤੇ ਤਾਰ ਵੇਖੀ ਤੇ ਤਾਰ ਨੂੰ ਹੱਥ ਨਹੀਂ ਲੱਗਦਾ ਹੈ ਨਾ। ਸੋ ਉਹ ਚਲੋ ਚੈੱਕ ਕਰ ਲੈਣਗੇ ਅਗਲੇ। ਬਾਕੀ ਸੰਧਾਲੀਆ ਸਾਹਿਬ ਮੈਨੂੰ ਐਂ ਲੱਗਦਾ ਕਈ ਵਾਰੀ ਨਾ ਇੱਦਾਂ ਬੀਬੀਆਂ ਬੈਠੀਆਂ ਹੁੰਦੀਆਂ, ਆਉਣ ਵਾਲੇ 20 ਦਿਨਾਂ 'ਚ ਕੰਮ ਬਹੁਤ ਹੋਣਾ, ਤੇ ਉਹਨਾਂ ਨੇ ਪੀੜੀ ਡਾਈ ਹੁੰਦੀ ਆ, ਪੀੜੀ ਤੇ ਬੈਠੀਆਂ, ਇਧਰਲੇ ਪਾਸੇ ਮਾਂਜਣ ਵਾਲੇ ਭਾਂਡੇ, ਇਧਰਲੇ ਪਾਸੇ ਇੱਕ ਟੋਕਰੀ, ਤੇ ਇਧਰਲੇ ਪਾਸੇ ਪਾਣੀ ਦੀ ਬਾਲਟੀ, ਤੇ ਇੱਥੇ ਇੱਕ ਨੇੜੇ ਭਾਂਡੇ ਮਾਂਜਣ ਵਾਲਾ ਸਾਬਣ, ਤੇ ਉਹਦੇ ਵਿੱਚ ਕੂਚੀ ਜੀ। ਨਹੀਂ, ਸਾਬਣ ਕਿਹੜਾ? ਸਾਬਣ ਲਾ ਲਓ, ਸਵਾਹ ਵੀ ਹੋ ਸਕਦੀ ਆ, ਕੁਝ ਵੀ ਹੋ ਸਕਦਾ। ਉਹ ਐ ਚੱਕਣਾ ਭਾਂਡਾ। ਮੈਂ ਪਤਾ ਕਿਉਂ ਪੁੱਛਿਆ? ਹਾਂਜੀ, ਮੈਨੂੰ ਐ ਸੀ ਵੀ ਜੇ ਸਾਬਣ ਤੋਂ ਆਖਣਾ ਵੀ ਉਹ ਫਲਾਨਾ ਹਰਾਜਾ ਕਹਿੰਦੇ ਨਿੰਬੂ ਦੀ ਸ਼ਕਤੀ ਆ, ਮੈਨੂੰ ਐ ਸੀ ਵੀ ਨਿੰਬੂ ਮਹਿੰਗਾ, ਥੋੜਾ ਸਾਬਣ ਹੀ ਘਸਾ ਕੇ ਸਕੰਜਵੀ ਬਣਾ ਲਿਆ ਕਰੀ। ਫਿਰ ਵਿਮ ਹੁੰਦਾ ਨਾ, ਆ ਜਿਹੜਾ ਵਿਮ ਹੁੰਦਾ ਮੇਰੇ ਸੰਧਾਲੀਆ ਸਾਹਿਬ। ਐਂ ਕਰਕੇ ਉਹ ਬੀਬੀਆਂ ਨੇ ਉਹਦੇ ਵਿੱਚੋਂ ਇੱਥੋਂ ਭਾਂਡਾ ਚੱਕਣਾ, ਤੇ ਨਾਲੇ ਗੱਲ ਕਰੀ ਜਾਣੀ, ਤੇ ਨਾਲੇ ਇਹਦਾ ਭਾਂਡਾ ਮਾਂਜੀ ਜਾਣਾ, ਤੇ ਇੱਥੇ ਚੱਕ ਕੇ ਉਹ ਬਾਲਟੀ ਜਾਂ ਤਸਲੇ ਦੇ ਵਿੱਚ ਰੱਖੀ ਜਾਣਾ। ਫਿਰ ਦੂਜੀ ਵਾਰੀ ਜਦੋਂ ਸਾਫ਼ ਪਾਣੀ ਦੇ ਵਿੱਚ ਦੀ ਕੱਢਣਾ, ਤੇ ਇਹਦਾ ਰੱਖੀ ਜਾਣੇ, ਵਿੱਚ ਵਿੱਚ ਕਹਿਣਾ ਹਾਂ ਪਲੇਟ ਨਹੀਂ ਆਪਣੀ ਲੱਗਦੀ, ਹਾਂ ਗਲਾਸ ਤਾਂ ਭੰਨ ਜਾ ਪਿਆ, ਇਹ ਥੋੜੀ ਆਪਣਾ ਦੇਖਤਾ ਕਿਹਨਾਂ ਦਾ, ਇਹ ਦੀਸ਼ੋ ਕਾ ਨਹੀਂ ਸੀਬੋ ਕਾ ਲੱਗਦਾ। ਜਾਨੀ ਉਸੇ ਵੇਲੇ ਉਹਨਾਂ ਨੂੰ ਪਤਾ ਲੱਗਦਾ। ਹੁਣ ਆਉਣ ਵਾਲੇ 20 ਦਿਨ ਸੰਧਾਲੀਆ ਸਾਹਿਬ ਜਿਹੜੇ ਪੰਜਾਬ ਦੇ DC ਦਫ਼ਤਰ ਆ, ਜਿਹੜੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਆ, ਜਿਹੜੇ BDPO ਸਾਹਿਬ ਦੇ ਦਫ਼ਤਰ ਆ, ਉੱਥੇ ਬੜੇ ਲੋਕਾਂ ਨੇ ਜਾਣਾ, ਐਫੀਡੇਵਿਟ ਲਿਖਾ ਜਾਣਾ। ਸਰ ਪਤਾ ਹੀ ਨਹੀਂ ਲੱਗਾ, DC ਸਾਹਿਬ BDPO ਸਾਹਿਬ ਪਤਾ ਹੀ ਨਹੀਂ ਲੱਗਾ, ਆ 5-6 ਏਕੜ ਜ਼ਮੀਨ ਪੰਚਾਇਤ ਦੀ ਪਤਾ ਨਹੀਂ ਕਦੋਂ ਦੱਬ ਹੋ ਗਈ, ਉਹ ਕਿਤੇ ਵੱਟ ਇੱਥੇ ਪਾਉਣੇ ਹੀ ਮੁੰਡੇ ਤੋਂ ਖਰੇ ਪਰਲੇ ਪਾਸੇ ਦੀ ਪੈ ਗਈ। ਆ 4 ਕਨਾਲ ਸਾਡੇ ਕੋਲ ਵੀ ਸੀਗੀ, ਆ 11 ਕਨਾਲ ਸਾਡੇ ਕੋਲ ਸੀ, ਕਿਸੇ ਨੇ ਕਈਆਂ ਨੇ ਇਦਾਂ ਦੇ ਵੀ ਹੋਣਾ। ਫਰਦਾਂ ਤਾਂ ਬਥੇਰੀ ਵਾਰੀ ਕਢਾਈਆਂ, ਬਥੇਰੀ ਵਾਰੀ ਪਟਵਾਰੀ ਸਾਹਿਬ ਤੇ ਕਾਨੂੰਗੋ ਸਾਹਿਬ ਨੂੰ ਲਿਆਂਦਾ, ਬੰਨੇ ਬਥੇਰੀ ਵਾਰੀ ਕਢਾਈ, ਉਹਨਾਂ ਨੇ ਕਦੇ ਦੱਸਿਆ ਹੀ ਨਹੀਂ ਸਰਕਾਰੀ ਜ਼ਮੀਨ ਸਾਡੇ ਥੱਲੇ ਵਗੀ ਜਾਂਦੀ, ਆ ਲਓ ਜੀ ਤੁਸੀਂ ਚੱਕੋ। ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਤਾ, ਮਈ ਮਹੀਨੇ ਦੀ 31 ਤਰੀਕ ਦਿੱਤੀ, ਬਾਅਦ ਚ ਕਹਿੰਦੇ ਪਰਚੇ ਤੇ ਖਰਚੇ ਦੋਨੇ ਪੈਣਗੇ। ਨਹੀਂ, ਉਹਦਾ ਅਸਰ ਵੀ ਹੋਇਆ। ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਨਾ ਵੀ ਉਹਨਾਂ ਨੇ ਟੀਕਾ ਤੇ ਲਾਇਆ ਬਰੀਕ ਸੂਈ ਨਾਲ। ਜੀ, ਮਾਨ ਸਾਹਿਬ ਅੱਜ ਕੱਲ੍ਹ ਡਾਕਟਰ ਚੰਗੇ ਬਣਦੇ ਜਾਂਦੇ ਆ। ਬਰੀਕ ਸੂਈ ਨਾਲ ਟੀਕਾ ਲਾਇਆ, ਤੇ ਟੀਕਾ ਲਾ ਕੇ ਉੱਠਦੇ ਆ ਸਾਰੀ ਮਰੀਜ਼ ਕਹਿੰਦਾ ਵੀ ਨਹੀਂ ਯਾਰ ਪਤਾ ਨਹੀਂ ਲੱਗਾ, ਕਿ 2 ਮਿੰਟ ਕੁਰਸੀ ਦੇ ਵਜ੍ਹਾ ਹੁਣੇ ਲੜਨਾ ਬੜਾ ਲੜਨਾ ਵੀ ਤੂੰ ਐ ਕਰਨਾ। ਸੋ ਮੈਨੂੰ ਲੱਗਦਾ ਵੀ ਉਹ ਟਵੀਟ ਤੇ ਉਹਨਾਂ ਨੇ ਨਿਗਾਹ ਜਿਹਾ ਕੀਤਾ ਬਰੀਕ ਸੂਈ ਵਾਲਾ, ਪਰ ਉਹਦਾ ਅਸਰ ਕਹਿੰਦੇ ਵਾਹਵਾ ਹੋਇਆ। ਹੁਣ ਤੱਕ ਦੀ ਰਿਪੋਰਟ ਤੇ ਕਹਿੰਦੇ ਵੀ ਟਵੀਟ ਕਰਦਿਆਂ ਸਾਰੀ ਉਸੇ ਦਿਨ ਜੀ 300 ਏਕੜ ਤੋਂ ਵੱਧ ਦੇ ਕਾਗਜ਼ ਪੱਤਰ ਸਾਹਮਣੇ ਆ ਗਏ। ਵੀ ਨਹੀਂ ਪਤਾ ਨਹੀਂ, ਸਮਝ ਨਹੀਂ ਲੱਗੀ, ਕਿਤੇ ਬਜ਼ੁਰਗਾਂ ਕਿਤੇ ਉਦੋਂ ਦੱਸਿਆ ਨਹੀਂ ਜੀ, ਤੇ ਅਸੀਂ ਤੇ ਹੁਣ ਦੱਸਿਆ। ਤੇ ਉਹ ਆਪਣੇ ਤਾਇਓ ਨਾਲ ਕਿਹਾ ਉਦੋਂ, ਕਹਿੰਦੇ ਵੀ ਨਹੀਂ ਭਾਊ ਜੀ ਉਹਨਾਂ ਕੋਲ ਸੀਗਾ ਉਦੋਂ ਪ੍ਰੋਗਰਾਮ, ਤੁਸੀਂ ਚੈੱਕ ਕਰਾਓ ਕਾਕਾ, ਕਾਗਜ਼ ਤੇ ਚੈੱਕ ਕਰਾਓ ਆਪਣੇ। ਸੋ ਚਲੋ ਇੱਕ ਗੱਲ ਤੇ ਹੈਗੀ ਆ ਵੀ ਜੇ ਇਹ ਵਾਲੀ ਜਿਹੜੀ ਜ਼ਮੀਨ ਆ ਉਹ ਜ਼ਮੀਨ ਵਾਪਸ ਚਲੀ ਜਾਵੇ, ਉਸ ਜ਼ਮੀਨ ਨੂੰ ਜਦੋਂ ਮੰਨ ਲਓ ਕਿ ਵੀ ਸਟੇਟ ਨੂੰ ਕੋਈ ਨਾ ਕੋਈ ਆਮਦਨ ਆਊਗੀ, ਪੰਚਾਇਤ ਨੂੰ ਕੋਈ ਨਾ ਕੋਈ ਆਮਦਨ ਆਊਗੀ, ਤੇ ਹੈ ਤੇ ਰੋਣਾ ਪਿੱਟਣਾ ਇਸੇ ਚੀਜ਼ ਦਾ ਨਾ ਵੀ ਪੈਸਾ ਨਹੀਂ ਜੀ। ਜੇ ਪੈਸਾ ਨਹੀਂ ਸੀਗਾ, ਰਿਸੋਰਸਿਸ ਹੈਗੇ ਸੀ, ਤੇ ਉਹ ਸਾਰੇ ਕੁਝ ਦੇ ਪੈਸੇ ਨੂੰ ਜੇ ਸਹੀ ਥਾਂ ਤੇ ਵਰਤ ਲਿਆ ਜਾਵੇ, ਟਿਕਾਣੇ ਉਹ ਲੱਗ ਜਾਵੇ, ਤੇ ਆਪੇ ਮਸਲਾ ਹੱਲ ਹੋ ਜੂ। ਜਿੱਦਾਂ ਜ਼ਿਕਰ ਕੀਤਾ ਨਾ ਮਾਨ ਸਾਹਿਬ ਇਹ ਗਏ ਤੇ ਉਹ ਨਿਯੁਕਤੀ ਪੱਤਰ ਦੇਣ ਸੀ, ਉਹ ਤੇ ਸ਼ੁਰੂ ਹੋ ਕਹਿੰਦੇ ਵੀ ਤੜਕੇ ਉੱਠਦਾ ਨਾ ਤੀਲ ਬਾਲ ਲਈਦੀ ਹੈ, ਕਹਿੰਦੇ ਤੀਲ ਬਾਲੀ ਤੇ ਨਾਲ ਹੀ ਤੁਹਾਡਾ ਟੈਕਸ ਸ਼ੁਰੂ ਹੋ ਜਾਂਦਾ। ਉਹ ਕਹਿੰਦੇ ਪਤੀਲੀ ਰੱਖ ਲਈ, ਪਾਣੀ ਪਾ ਲਿਆ, ਵਿੱਚ ਪੱਤੀ ਪਾਈ, ਨਾਲ ਹੀ ਟੈਕਸ ਪੈ ਜਾਣਾ, ਖੰਡ ਪਾਈ, ਨਾਲ ਹੀ ਟੈਕਸ ਪੈ ਜਾਣਾ, ਦੁੱਧ ਤੇ ਵੀ ਟੈਕਸ ਪੈ ਜਾਣਾ। ਕਹਿੰਦੇ ਚਾਹ ਤੁਸੀਂ ਪੀ ਕੇ ਜਦੋਂ ਤੁਸੀਂ ਆਪਣੇ ਕੰਮ ਧੰਦੇ ਤੱਕ ਜਾਣਾ ਨਾ, ਸ਼ਾਮ ਤੱਕ ਜਾਂਦਿਆਂ ਤੁਸੀਂ ਭਾਵੇਂ ਬੱਤੀ ਬਾਲ ਲਓ, ਕੁਛ ਮਰਜ਼ੀ ਕਰ ਲਓ, ਟੈਕਸ ਦਿੰਦੇ ਹੋ ਜੀ। ਕਹਿੰਦੇ ਜਦੋਂ ਪੰਜਾਬ ਦਾ ਕੱਲਾ ਬੰਦਾ ਟੈਕਸ ਦਿੰਦਾ, ਤੇ ਪਿਛਲੇ ਦਿਨ ਹੀ ਰੌਲਾ ਪਈ ਜਾਂਦਾ ਵੀ ਉਹ ਪੰਜਾਬ ਤੇ ਕਰਜ਼ਾ ਬੜਾ, ਖਜ਼ਾਨਾ ਖਾਲੀ, ਵੀ ਜਾਂਦਾ ਕਿਤੇ ਹੈ। ਕਹਿੰਦੇ ਵੀ ਅਸੀਂ ਉਹ ਪੈੜਾਂ ਦੱਬਣ ਡਿਆ, ਹੁਣ ਹੌਲੀ ਹੌਲੀ ਸਾਰਾ ਕੁਝ ਲੱਭ ਜਾਣਾ,
ਐਂਡ ਮੈਨੂੰ ਲੱਗਦਾ ਵੀ ਆ ਜਿਹੜਾ ਜ਼ਮੀਨਾਂ ਵਾਲਾ ਕੰਮ ਸੀਗਾ ਇਹ ਵੀ ਕਿਤੇ ਨਾ ਕਿਤੇ ਇੱਧਰ ਹੀ ਜੋੜਦੇ ਉਹ ਬੰਦੇ ਵੀ ਸਾਨੂੰ ਜਦੋਂ ਆਪੇ ਪਤਾ ਲੱਗ ਗਿਆ ਵੀ ਭਾਈ ਇੱਕ ਘਰ ਹੁੰਦਾ ਨਾ ਵੀ ਮੰਨ ਲਓ ਘਰ ਆ, ਘਰ ਦੀ ਜ਼ਮੀਨ ਆ ਤੇ ਘਰ ਵਾਲਿਆਂ ਨੂੰ ਜ਼ਮੀਨ ਲੱਭੇ ਨਾ ਤੇ ਉਹਨਾਂ ਤੇ ਭੁੱਖੇ ਮਰਨਾ ਹੀ ਆ, ਤੇ ਜੇ ਘਰਦਿਆਂ ਦੀ ਜ਼ਮੀਨ ਲੱਭ ਗਈ ਅਗਲੇ ਉੱਥੇ ਕੋਈ ਨਾ ਕੋਈ 4 ਦਾਣੇ ਦੱਬਣਗੇ, ਕੋਈ ਵੱਟਣਗੇ ਤੇ ਆਪੇ ਰੋਟੀ ਤੇ ਪੈ ਜਾਣਗੇ। ਸੰਧਾਲੀਆ ਸਾਹਿਬ, ਜਦੋਂ ਕੋਈ ਵੀ ਨਵੀਂ ਸਰਕਾਰ ਬਣਦੀ ਹੈ ਐਲਾਨ ਬਹੁਤ ਹੁੰਦੇ ਆ, ਮੰਤਰੀ ਨਵੇਂ ਹੁੰਦੇ ਆ, MLA ਨਵੇਂ ਹੁੰਦੇ ਆ, ਬਹੁਤ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ, ਨੌਕਰੀ ਦੇਵਾਂਗੇ, ਜ਼ਮੀਨਾਂ ਛਡਾਵਾਂਗੇ, ਭ੍ਰਿਸ਼ਟਾਚਾਰ ਬੰਦ ਕਰਾਂਗੇ, ਪੰਜਾਬ ਵਧੀਆ ਕਰ ਦਾਂਗੇ। ਹਰ ਸਰਕਾਰ ਨੇ ਦਾਅਵੇ ਤੇ ਵਾਅਦੇ ਕੀਤੇ ਆ। 5 7 10 ਦਿਨਾਂ ਬਾਅਦ, 2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਫਿਰ ਰੰਗ ਮੁੱਕਣ ਲੱਗ ਪੈਂਦਾ। ਸਿਆਹੀ ਵਾਲਾ ਪੈਨ ਹੁੰਦਾ, ਉਹ ਸਿਆਹੀ ਹੋਊਗੀ ਤਾਂ ਭਰਾਂਗੇ, ਨਹੀਂ ਤਾਂ ਚੱਲਣਾ ਨਹੀਂ ਉਹਨੇ। ਹੁਣ ਹੋਇਆ ਕਿ ਜਦੋਂ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕਿਹਾ ਸੀ, ਕਿਉਂਕਿ ਇਹ ਬੜਾ ਸਿੱਧਾ ਮਸਲਾ ਸੀ, ਰਾਜਪਾਲ ਸਾਹਿਬ ਦੀ, ਕੇਂਦਰ ਸਰਕਾਰ ਦੀ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ, ਪੰਜਾਬ ਸਰਕਾਰ ਨੇ ਆਪਣੀ ਜ਼ਮੀਨ ਛਡਾਉਣੀ ਸੀ। ਜਦੋਂ ਢਾਲੀਵਾਲ ਸਾਹਿਬ ਕਹਿਣ ਲੱਗੇ, ਪਹਿਲਾਂ ਲੋਕਾਂ ਨੇ ਪਹਿਲੀ ਵਾਰੀ ਤਾਂ ਉਹਨਾਂ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਵੀ ਭਾਈ ਉਹ ਕਿੱਥੇ ਐਲਾਨ ਹੀ ਹੁੰਦੇ ਆ। ਫਿਰ ਜਦੋਂ ਉਹਨਾਂ ਨੇ ਮੁਹਾਲੀ ਦੇ ਵਿੱਚ ਜਾ ਕੇ ਪਹਿਲੀ ਜ਼ਮੀਨ ਆਪ ਛਡਾਈ ਸੀ, ਕੋਲ ਖੜ ਕੇ, ਤੇ ਪੱਤਰਕਾਰਾਂ ਨੂੰ ਕਹਿੰਦੇ ਸੀ ਕਾਗਜ਼ ਪੱਤਰ ਪੂਰੇ ਕਰਕੇ ਲਿਆਏ ਆ, ਦਖਲ ਲਿਆਏ, ਦਖਲ ਅਦਾਲਤ ਦਖਲ ਦਿੰਦੀ ਹੁੰਦੀ ਆ ਕਿ ਭਾਈ ਇੱਥੇ ਕੋਈ ਕੁਝ ਕਰ ਨਹੀਂ ਸਕਦਾ। ਬਾਅਦ ਚ ਬੜਾ ਰੌਲਾ ਰੱਪਾ ਪਾਇਆ ਜ਼ਮੀਨ ਦੇ ਪਹਿਲੇ ਮਾਲਕਾਂ ਨੇ ਕਿ ਭਾਈ ਇਦਾਂ, ਪਰ ਗੱਲ ਨਹੀਂ ਹੋਈ। ਫਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਗਏ, ਫਿਰ ਪਟਿਆਲੇ 'ਚ ਵੀ ਗਏ, ਫਿਰ ਜਲੰਧਰ 'ਚ ਵੀ ਗਏ। ਜਦੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਕਿਹਾ ਜੀ ਇੰਨੇ 100 ਏਕੜ ਹੋ ਗਈ, 2.5 ਅਰਬ ਦੀ ਹੋ ਗਈ, ਆਹ ਕੁਛ ਹੋ ਗਿਆ, ਇਹਦੇ ਨਾਲ ਲੋਕਾਂ ਨੂੰ ਥੋੜ੍ਹਾ ਜਿਹਾ ਲੱਗਣ ਲੱਗ ਪਿਆ ਕੁਛ ਕਰਨਗੇ। ਫਿਰ ਇੱਕ ਮਸਲਾ ਸ਼ੁਰੂ ਹੋਇਆ ਕਿ ਭਾਈ ਇਹ ਕੀ ਗੱਲ ਹੈ, ਇਹਨਾਂ ਨੇ 20 25 ਸਾਲਾਂ ਦੀ ਜ਼ਮੀਨ ਦੱਬੀ ਆ, ਤੁਸੀਂ ਖਾਲੀ ਕਰਾ ਲਈ, ਬਹੁਤ ਵਧੀਆ, ਜੁਰਮਾਨੇ ਪਾਓ ਠੋਕ ਕੇ। ਐਂ ਵੀ ਲੱਗਦਾ ਸੀ ਕਿ ਜਿੰਨੇ ਲੱਖ ਏਕੜ ਦੱਬੀ ਉਹ ਤਾਂ 5 ਸਾਲਾਂ ਹੀ ਨਿਬੜਨੀ ਜੀ, ਰਫਤਾਰ ਆ ਰਹੀ। ਫਿਰ ਸੰਧਾਲੀਆ ਸਾਹਿਬ ਜਿਹੜਾ ਟਵੀਟ ਆ ਨਾ, ਇਹਨੇ ਹੁਣ ਕੰਮ ਕਰਨਾ। ਦਿਨ ਮਿਲ ਗਏ 20 ਜਿਨ੍ਹਾਂ ਨੇ ਜ਼ਮੀਨਾਂ ਛੱਡਣੀਆਂ। ਹੁਣ ਸੁੱਖ ਨਾਲ ਝੋਨਾ ਲੱਗਣਾ, ਮੂੰਗੀ ਲੱਗਣੀ ਹੈ, ਬਾਸਮਤੀ ਲੱਗਣੀ ਹੈ। ਆਹੀ ਸਮਾਂ ਹੈ ਕਿ ਜੇ ਜ਼ਮੀਨ ਖਾਲੀ ਹੈ, ਹੁਣ ਖਾਲੀ ਹੋ ਗਈ ਤਾਂ ਠੀਕ ਹੈ, ਨਹੀਂ ਤਾਂ ਅਗਲੇ ਕਹਿਣਾ ਫਸਲ ਬੀਜੀ ਹੈ ਜੀ, ਫੇਰ ਦੇਖਾਂਗੇ 6 ਮਹੀਨੇ ਤੱਕ, ਉਦੋਂ ਪਤਾ ਨਹੀਂ ਕੀ ਹੋਣਾ। ਹੁਣ ਜਿਹੜੇ ਉਹਨਾਂ ਨੇ ਸ਼ਬਦ ਲਿਖੇ ਆ ਬੜੇ ਕਲੀਅਰ ਆ ਟਵੀਟ ਦੇ ਵਿੱਚ। ਉਹ ਕਹਿੰਦੇ ਜੀ ਜਿਨ੍ਹਾਂ ਨੇ ਨਜਾਇਜ਼ ਪੰਚਾਇਤੀ ਜਾਂ ਸਰਕਾਰੀ ਜ਼ਮੀਨ, ਸਰਕਾਰੀ ਦਾ ਮਤਲਬ ਬਿਨਾਂ ਪੰਚਾਇਤੀ ਵੀ ਕੋਈ ਵੀ ਦੱਬੀ ਹੈ, ਭਾਵੇਂ ਉਹ ਲੀਡਰ ਹੈ ਸਿਆਸੀ, ਭਾਵੇਂ ਉਹ ਅਫਸਰ ਹੈ, ਭਾਵੇਂ ਉਹ ਰਸੂਖਦਾਰ ਹੈ। ਕਈ ਬੰਦੇ ਨਾ ਲੀਡਰ ਹੁੰਦੇ ਆ ਨਾ ਅਫਸਰ ਹੁੰਦੇ ਆ, ਉਹ ਰਸੂਖਦਾਰ ਹੁੰਦੇ ਆ। ਮੇਰੇ ਤੋਂ ਹੱਥ ਉੱਧਰ ਨੂੰ ਕਰੋਗੇ, ਤੁਸੀਂ ਲੀਡਰ ਹੋ। ਹਾਂ, ਹੁਣ ਉਹ ਜਿਹੜੇ ਰਸੂਖਦਾਰ ਕਹਿੰਦੇ ਜੀ ਛੱਡ ਦਿਓ, ਅਪੀਲ ਕਰਦੇ ਆ, ਨਹੀਂ ਤਾਂ ਜੇ ਤੁਸੀਂ 31 ਮਈ ਤੱਕ ਛੱਡ ਕੇ ਜ਼ਮੀਨ ਸਰਕਾਰ ਨੂੰ ਨਾ ਸੌਂਪੀ ਤਾਂ 31 ਮਈ ਤੋਂ ਬਾਅਦ ਪਰਚਾ ਤੇ ਪੁਰਾਣਾ ਖਰਚਾ ਕਿ ਤੁਸੀਂ 20 ਸਾਲ ਤੋਂ ਦੱਬੀ ਹੋ ਆ, 25 ਸਾਲ ਤੋਂ ਦੱਬੀ ਹੋ ਆ, ਤੁਹਾਨੂੰ ਪੈਸੇ ਵੀ ਦੇਣੇ ਪੈਣਗੇ ਤੇ ਪਰਚਾ ਵੀ ਹੋਊਗਾ। ਇਹਦਾ ਮਤਲਬ ਕਿ ਸਜ਼ਾ ਵੀ ਹੋ ਸਕਦੀ ਹੈ। ਹੁਣ ਤੁਸੀਂ ਦੇਖਿਓ ਕਿ ਭੰਬੀਰੀਆਂ ਵਾਂਗੂ ਕੰਮ ਚੱਲਣਾ। ਤੇ ਸੰਧਾਲੀਆ ਸਾਹਿਬ ਹੁਣ ਬੜੀ ਵੱਡੀ ਪੱਧਰ ਦੇ ਉੱਤੇ ਗੱਲ ਚੱਲਦੀ ਹੈ, ਆਹ ਵੀ ਕਰਨਾ ਚਾਹੀਦਾ, ਆਹ ਵੀ ਕਰਨਾ ਚਾਹੀਦਾ। ਮੈਂ ਕਹਿੰਦਾ ਕਿ ਜੋ ਵੀ ਬੰਦਾ ਕੋਈ ਇਸ ਮੁੱਦੇ ਦੇ ਉੱਤੇ ਸੁਝਾਅ ਦਿੰਦਾ ਵਧੀਆ, ਪਰ ਜਦੋਂ ਕੋਈ ਬੰਦਾ ਕਹਿੰਦਾ ਜੀ 35 ਸਾਲ ਹੋ ਗਏ, ਹੁਣ ਪਿਛਲੇ ਦਿਨੀ ਇੱਕ ਪਰਿਵਾਰ ਜਿਹੜਾ ਉਹ ਗਏ, ਉਹ ਕਹਿੰਦੇ ਜੀ 35 40 ਸਾਲ ਹੋ ਗਿਆ ਸੀ, ਇੰਨੇ ਕੁ ਸੀ, ਆਹ ਦੇਖੋ ਜੀ DC ਸਾਹਿਬ ਕੋਲ ਜਾ ਕੇ ਅਸੀਂ ਤੁਹਾਨੂੰ ਸੌਂਪ ਦਿੱਤੀ। 35 40 ਸਾਲਾਂ 'ਚ ਕੋਈ ਸਰਕਾਰ ਹੀ ਨਹੀਂ ਆਈ, 35 40 ਸਾਲਾਂ ਦੇ ਵਿੱਚ ਕੋਈ MLA ਨਹੀਂ ਆਇਆ, 35 40 ਸਾਲਾਂ ਦੇ ਵਿੱਚ ਕੋਈ ਅਫਸਰ ਹੀ ਨਹੀਂ ਸੀਗਾ ਉੱਥੇ, ਕੋਈ BDPO, ਕੋਈ ਪਟਵਾਰੀ, ਕੋਈ ਨਾਇਬ, ਕੋਈ ਤਹਿਸੀਲਦਾਰ, ਕਿ ਜਿਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਪਾਈਆ ਸਰਕਾਰੀ ਜ਼ਮੀਨ ਹੈ, ਕਿਉਂਕਿ ਉਹ ਸਰਕਾਰੀਆਂ ਜ਼ਮੀਨਾਂ ਦੇ ਰਾਖੇ ਹੁੰਦੇ ਆ। ਉਹਨਾਂ ਨੇ ਛਡਾਈ ਨਹੀਂ। ਜੇ ਕੋਈ ਛਡਾਉਂਦਾ ਤੇ ਫਿਰ ਆਲੋਚਨਾ ਨਹੀਂ ਕਰਨੀ ਚਾਹੀਦੀ। ਮੈਂ ਫਿਰ ਇੱਕ ਵਾਰੀ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ, MLA ਨੇ ਚੁਣੇ ਹੋਏ, ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਕਿ ਤੁਹਾਡੇ ਹਲਕਿਆਂ 'ਚ ਵੀ ਹੋਣੀ ਹੈ। ਜੇ ਤੁਹਾਡੇ ਹਲਕਿਆਂ ਦੇ ਵਿੱਚ ਕਿਸੇ ਨੇ ਦੱਬੀ ਆ, ਤੁਹਾਡੇ ਆਪਣੇ ਨੇ, ਬਗਾਨੇ ਨੇ, ਤੁਸੀਂ ਆਪ ਜਾ ਕੇ ਛਡਾਓ। ਤੁਸੀਂ ਜ਼ਰੂਰ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਨੂੰ ਸਿਹਰਾ ਲੈਣ ਦੇਣਾ। ਤੁਸੀਂ ਲਿਸਟਾਂ ਜਾਰੀ ਕਰ ਦਿਓ, ਤੁਹਾਡੇ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਤੁਹਾਡੇ ਵਰਕਰ ਨੇ, ਆਪਣੇ ਵਰਕਰਾਂ ਤੋਂ ਪੁੱਛੋ ਕਿ ਤੁਹਾਡੇ ਸ਼ਾਮਲਾਟ ਕਿਸ ਨੇ ਦੱਬੀ, ਤੁਹਾਡੇ ਛੱਪੜ ਕਿਸ ਨੇ ਦੱਬਿਆ, ਤੁਹਾਡੀ ਪੰਚਾਇਤੀ ਜ਼ਮੀਨ ਕਿਸ ਨੇ ਦੱਬੀ। ਆਪ ਲਿਸਟਾਂ ਜਾਰੀ ਕਰੋ ਤੇ ਮੁੱਖ ਮੰਤਰੀ ਹੋਰਾਂ ਨੂੰ ਦਿਓ, ਸਿਰਾ ਤੁਹਾਡੇ ਸਿਰ ਵੀ ਵੱਜੇ। ਪਰ ਜੇ ਅਜੇ ਵੀ ਸਾਰੇ ਬੰਦੇ ਚੁੱਪ ਕਰਕੇ ਬੈਠੇ ਰਹਿਣਗੇ, ਸੰਧਾਲੀਆ ਸਾਹਿਬ ਜ਼ਮੀਨ ਜੇ ਪ੍ਰਾਪਤ ਹੋ ਗਈ, ਖਜ਼ਾਨੇ 'ਚ ਰੌਣਕਾਂ ਲੱਗਣਗੀਆਂ, ਭਗਵੰਤ ਮਾਨ ਸਾਹਿਬ ਦੇ ਸਿਰ ਸਿਹਰਾ ਵੱਜੂ। ਪਰ ਇੱਥੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ 6 ਮਹੀਨਿਆਂ ਬਾਅਦ ਠੁੱਸ ਹੁੰਦੀਆਂ, ਇਹ ਕੰਮ ਨਾ ਹੋਵੇ। ਇਹਦੇ 'ਚ ਮੈਨੂੰ ਲੱਗਦਾ ਵੀ ਠੁੱਸ ਹੋਣ ਵਾਲੀ ਗੱਲ ਘੱਟ ਆ, ਕਿਉਂਕਿ ਇੱਕ ਤੇ ਇਸ ਟਵੀਟ ਤੋਂ ਬਾਅਦ ਇੱਕ ਟਵੀਟ ਹੋਰ ਆਇਆ ਸਿੱਧੂ ਸਾਹਿਬ ਦਾ ਜੀ, ਉਹਦੇ 'ਚ ਉਹ ਕਹਿੰਦੇ ਵੀ ਦੇਖੋ ਪੰਚਾਇਤੀ ਜ਼ਮੀਨਾਂ ਤੇ ਹੈਗੀਆਂ ਹੀ ਹੈਗੀਆਂ, ਜੇ ਬਹੁਤੀ ਪੈਸੇ ਦੀ ਗੱਲ ਕਰੀ ਨਾ ਤੇ ਉਹ ਮਾਇਆ ਲੁਕਿਆ ਸ਼ਹਿਰੀ ਜ਼ਮੀਨਾਂ ਦੇ ਵਿੱਚ ਜੀ, ਕਿਉਂਕਿ ਸ਼ਹਿਰੀ ਜ਼ਮੀਨਾਂ ਮਹਿੰਗੀਆਂ ਨੇ, ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਕਬਜ਼ੇ ਆ, ਤੇ ਉਹ ਤੁਸੀਂ ਚੈੱਕ ਕਰ ਲਓ, ਕਿਉਂਕਿ ਜਿੱਥੇ ਅਗਲੇ ਨੇ ਦੱਬੀ ਆ ਉੱਥੇ ਉਹਨੇ ਕੁਛ ਨਾ ਕੁਛ ਬਣਾ ਲਿਆ, ਤੇ ਉਹ ਉਹਨੂੰ ਛੱਡਣ ਵਾਲਾ ਤੇ ਹੈ ਨਹੀਂ। ਉੱਥੇ ਕਿਹੜਾ ਵੀ ਮੂੰਗੀ ਬੀਜਣੀ ਹੁਣ ਪਿਆ, ਅਗਲਾ ਆਖੇ ਜੇ ਇੰਨੇ ਕੁ ਮਰਲੇ ਥਾਂ 'ਚ ਕੀ ਲਾਈਏ, ਪਰ ਉਹਦਾ ਰੇਟ ਇੰਨਾ ਜ਼ਿਆਦਾ ਵੀ ਜੇ ਤੁਸੀਂ ਉਹਨੂੰ ਰੇਟ ਨੂੰ ਉਸ ਹਿਸਾਬ ਨਾਲ ਪਾ ਕੇ ਤੇ ਰੇਟ ਲੈਂਦੇ ਹੋ ਤੇ ਆਪਣਾ ਜਿਹੜਾ ਖਜ਼ਾਨਾ ਭਰ ਸਕਦਾ, ਇਹ ਸਿੱਧੂ ਸਾਹਿਬ ਸਲਾਹ ਦਿੰਦੇ। ਦੂਜੇ ਪਾਸੇ ਮੈਨੂੰ ਲੱਗਦਾ ਵੀ ਪਹਿਲ ਕਦਮੀ ਤੇ ਹੋਣ ਲੱਗ ਪਈ। ਹੁਣ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦੇ ਜਿਹੜੀ ਲਹਿਰੇ ਵਾਲਾ ਉਹਨਾਂ ਦੀ ਰਿਹਾਇਸ਼ ਹੈ, ਉੱਥੇ ਕਹਿੰਦੇ ਕੋਈ 40 ਸਾਲ ਹੀ ਹੋ ਗਏ ਸੀ ਉਹਨਾਂ ਨੇ ਆਪਣੇ, ਕਿਉਂਕਿ ਜਿਹੜੇ ਸੁਰੱਖਿਆ ਕਰਮੀ ਹੁੰਦੇ ਨਾਲ
ਉਹਨਾਂ ਦੇ ਲਈ ਲੋੜ ਸੀਗੀ ਤੇ ਉਦੋਂ ਕਹਿੰਦੇ ਵੀ ਉਹ ਰਜਬਾਹੇ ਵਾਲਾ ਰਾਹ ਸੀਗਾ ਜਿੱਥੇ ਉਹ ਉਸਾਰੀ ਕੀਤੀ ਸੀ। ਉਹਨਾਂ ਨੇ ਦੇਖੋ, ਕਿਉਂਕਿ ਉੱਥੋਂ ਦੇ ਜਿਹੜੇ ਉਹਨਾਂ ਦੇ ਨਾਲ ਦੇ ਲੀਡਰ ਸਾਹਿਬਾਨ ਨੇ ਉਹ ਕਹਿੰਦੇ ਵੀ ਬੀਬੀ ਜੀ ਨੇ ਆਪ ਕਿਹਾ ਵੀ ਇਹ ਵਧੀਆ ਗੱਲ ਆ ਵੀ ਜਦੋਂ ਆਪਾਂ ਨੂੰ ਹੁਣ ਇਸ ਚੀਜ਼ ਦੀ ਲੋੜ ਨਹੀਂ ਤੇ ਆਪਾਂ ਨੂੰ ਰੱਖਣਾ ਵੀ ਕਾਹਦੇ ਲਈ ਹੈ। ਤੇ ਆਪਾਂ ਇੱਕ ਉਦਾਹਰਨ ਸੈੱਟ ਕਰਦੇ ਹਾਂ। ਹਾਲਾਂਕਿ ਉਹਨੂੰ ਦੂਸਰੇ ਪਾਸੇ ਵੀ ਲੋਕੀ ਕਹਿਣ ਲੱਗ ਪਏ ਵੀ ਆਹ ਦੇਖੋ ਜੀ ਉਹਨਾਂ ਨੇ ਆਪਣੇ ਉਹ ਢਾਹ ਦਿੱਤੇ ਜੀ, ਖਤਮ ਕਰਤੇ ਜੀ ਕਬਜ਼ਾ। ਪਰ ਮੈਂ ਨਾ ਵੀ ਜੇ ਕੀਤਾ, ਖਤਮ ਕੀਤਾ, ਚੰਗੀ ਗੱਲ ਇਹ, ਕੋਈ ਮਾੜੀ ਗੱਲ ਤਾਂ ਨਹੀਂ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਹੁਣ ਤਾਂ ਐਪਰੀਸ਼ੀਏਟ ਹੀ ਕਰਨਾ ਚਾਹੀਦਾ। ਮੁੜ ਕੇ ਕੇਸਾਂ 'ਚ ਪੈ ਜੀ, ਹਰ ਜਗ੍ਹਾ ਦੇ ਉੱਤੇ ਪੁਲਿਸ ਜਾਵੇ। ਤੁਸੀਂ ਦੇਖੋ ਕਿ ਪੁਲਿਸ ਸਾਡੇ ਕੋਲ ਪਹਿਲਾਂ ਹੀ ਥੋੜੀ ਹੈ। ਹਰ ਪਿੰਡ ਦੇ ਵਿੱਚ ਜਿੱਥੇ ਲੋਕਾਂ ਨੇ ਦੱਬੀ ਆ ਉੱਥੇ ਪੁਲਿਸ ਜਾਵੇ, ਕੋਈ ਮੂਹਰੇ ਲੰਮਾ ਪੈ ਜਾਵੇ, ਕੋਈ ਕੁਛ ਕਰਦਾ 4 ਦਿਨ ਲੱਗਣ ਨਾ। ਜੇ ਚੁੱਪ ਕਰਕੇ ਛੱਡਦੇ ਆ, ਜਿੱਥੇ ਘਾਟਾ ਪਿਛਲਾ ਪੈਣਾ ਸੀ ਪੈ ਗਿਆ। ਅੱਗੋਂ ਸਰਕਾਰ ਦੇ ਕੋਲ ਜ਼ਮੀਨ ਉਹ ਬੰਨਾ ਕਢਾਉਣ, ਕਿਸੇ ਨੂੰ ਠੇਕੇ ਤੇ ਦੇਣ, 4 ਪੈਸੇ ਆਉਣ। ਮੈਂ ਤਾਂ ਕਹਿੰਦਾ ਜਿਹੜੇ ਬੇਜ਼ਮੀਨੇ ਲੋਕ ਨੇ, ਕਿਸੇ ਨੇ ਮੱਝਾਂ ਰੱਖੀਆਂ, ਕਿਸੇ ਨੇ ਕੁਛ ਰੱਖੀਆਂ, ਉਹਨੂੰ ਠੇਕੇ ਤੇ ਦਿਓ, ਕੋਈ ਗੱਲ ਹੀ ਨਹੀਂ, ਚੱਲਣ ਦਿਓ ਕੰਮ ਕਰ, ਸਾਰਿਆਂ ਦਾ ਚੱਲਣਾ ਚਾਹੀਦਾ। ਗੱਲ ਕਿਹੜੀ ਐਸੀ। ਤੇ ਦੂਸਰਾ, ਜੇ ਆਪਾਂ ਹੁਣ ਨਾ ਕਈ ਵਾਰੀ ਆਪਾਂ ਫੇਸਬੁੱਕ ਦੇ ਉੱਤੇ ਵੀ, ਹੁਣ ਮੰਨ ਲਓ ਕਿ ਕੋਈ ਵਿਰੋਧੀ ਧਿਰ ਦਾ ਬੰਦਾ ਉਹਨੇ ਦੱਬੀਓ, ਮੰਨ ਲਓ ਇਹਨਾਂ ਵਾਲਿਆਂ ਨੇ ਵੀ ਸੱਤਾਧਾਰੀਆਂ ਦਾ ਵੀ ਕੋਈ ਨਾ ਕੋਈ ਹੋ ਸਕਦਾ, ਐਸੀ ਗੱਲ ਨਹੀਂ। ਜੇ ਦੱਬੀਓ ਤਾਂ ਇਹ ਨਹੀਂ ਕਿ ਫੜ ਕੇ ਉਹਦੇ ਮੁੜ ਕੇ ਕੱਪੜੇ ਹੀ ਪਾੜੀ ਜਾਓ ਜੀ, ਐਨੇ ਦੱਬੀ ਸੀ, ਐਨੇ ਦੱਬੀ ਸੀ। ਹਾਂ, ਹੁਣ ਤਾਂ ਗਾਂ ਵਾਲੇ ਪਾਸੇ ਨੂੰ ਵਧਣ ਦਾ ਮੌਕਾ ਕਿ ਆਪਾਂ ਪਿਛਾਂਹ ਨੂੰ ਨਹੀਂ ਦੇਖਣਾ। ਇਹਦੇ ਨਾ ਇੱਕ ਗੱਲ ਆਪਾਂ ਕਲੀਅਰ ਕਰ ਦਈਏ, ਲੱਖ ਬੰਦਾ ਜਦੋਂ ਮੇਰਾ ਬੰਦਾ ਫੇਸਬੁੱਕ ਤੇ ਹੁੰਦਾ ਫਿਰ ਬੜਾ ਸਿਆਣਾ ਹੁੰਦਾ ਵੀ ਉਹ ਮੇਰੇ ਨਾਲ ਦਾ ਸਿਆਣਾ ਦਾ ਹੋਰ ਕਿਤੇ ਹੈ ਹੀ ਨਹੀਂ। ਰੱਬ ਨੇ ਕੱਲੀ ਗੋਲੀ ਸਿਆਣਪ ਵਾਲੀ ਮੈਨੂੰ ਖਵਾਈ, ਫਿਰ ਮੈਨੂੰ ਭੇਜਿਆ। ਮੈਨੂੰ ਇਹ ਜਾਪਦਾ ਹੁੰਦਾ ਵੀ ਆਪਣਾ ਇੱਕ ਸੁਭਾਅ ਆ ਵੀ ਜਿੱਥੇ ਜਿਹਦਾ ਜਿੰਨਾ ਕੁ ਦਾ ਲੱਗਦਾ ਅਗਲੇ ਦਾ ਲਾ ਲਓ। ਹੁਣ ਜੇ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ, ਮੰਨ ਲਓ ਵੀ ਹੁਣ ਇਹ ਤੇ ਹੈ ਨਹੀਂ ਨਾ ਵੀ ਜੇ ਕੱਲ ਦੱਬੀ ਸੀ, ਵੀ ਮੰਨ ਲਓ ਜਨਵਰੀ 2022 'ਚ ਹੀ ਦੱਬੀ ਸੀ ਤੇ ਯਾਰ ਉਹ ਛੱਡਣੀ ਪੈ ਗਈ, ਇਦਾਂ ਤੇ ਹੈ ਨਹੀਂ। ਦਹਾਕਿਆਂ ਬੱਧੀ ਉਹ ਕੰਮ ਚੱਲਦਾ ਹੁੰਦਾ, ਇੰਨੇ ਚਿਰ ਦਾ ਤੇ ਵੈਸੇ ਹੀ ਚੇਤਾ ਭੁੱਲ ਗਿਆ ਹੁੰਦਾ। ਈਵਨ ਪਿੰਡ ਵਾਲਿਆਂ ਨੂੰ ਵੀ ਚੇਤਾ ਭੁੱਲ ਗਿਆ, ਉਹ ਕਹਿੰਦੇ ਯਾਰ ਇਹ ਤੇ ਇਦਾਂ ਹੀ ਆ ਜੀ, ਵੀ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਉਹ ਕਹਿੰਦਾ ਵੀ ਠੀਕ ਚੱਲਦਾ। ਪਰ ਜਦੋਂ ਕੋਈ ਪੁੱਛਣ ਵਾਲਾ ਆ ਗਿਆ ਕਹਿੰਦਾ ਵੀ ਯਾਰ ਠੀਕ ਆ, ਹੁਣ ਤੱਕ ਓਕੇ ਸੀਗਾ, ਆ ਲਓ ਵੀ ਆਪਾਂ ਨੂੰ ਸਹੀ ਕਰ ਲੈਨੇ। ਨਹੀਂ, ਬਹੁਤ ਵਧੀਆ ਸੰਧਾਲੀਆ ਸਭ ਚਾਹੀਦਾ ਵੀ ਇਦਾਂ ਹੀ ਆ। ਹਾਲਾਂਕਿ ਹੁਣ ਮੈਨੂੰ ਐਂ ਲੱਗਦਾ ਕਿ ਕੋਈ ਲੀਡਰ ਵੀ ਨਾ ਇਦਾਂ ਕਰੇ। ਜੇ ਕੋਈ ਬੰਦਾ ਚੁਣੇ ਹੋਏ ਅਹੁਦੇ ਤੇ ਕਿਤੇ ਵੀ ਹੈ, ਕੋਈ ਇਹਦੇ ਵਿੱਚ ਸ਼ਰਮਾਉਣ ਦੀ ਗੱਲ ਨਹੀਂ ਕਿ ਪਤਾ ਨਹੀਂ ਕੀ ਹੋ ਜੂ। ਕਿਉਂਕਿ ਹੁਣ ਇੱਕ MP ਪੰਜਾਬ ਤੋਂ ਬਾਹਰੋਂ ਜਿੱਤੇ ਆ, ਪੰਜਾਬ ਵਾਲੇ ਪਾਸੇ ਗੱਲ ਨਹੀਂ ਸੀ ਬਣੀ ਬਹੁਤੀ। ਉਹਨਾਂ ਦੇ ਬਾਬਤ ਵੀ ਚਰਚਾ ਚੱਲਦੀ ਆ ਕਿ ਉਹਨਾਂ ਦੇ ਫਰਜ਼ੰਦ ਦੇ ਨਾਂ ਦੇ ਉੱਤੇ ਵੀ ਕੋਈ 99 ਸਾਲ ਦੇ ਲਈ ਪੰਚਾਇਤੀ ਜ਼ਮੀਨ ਹੈਗੀ ਆ ਕਾਨੂੰਨੀ ਤੌਰ ਤੇ ਮੇਰਾ ਖਿਆਲ ਹੈ 1100 ਰੁਪਈਆ 1 ਏਕੜ ਦਾ। ਉਹ ਸਾਲ ਦਾ ਹੈ ਕਿ ਪੱਕਾ ਉੱਕਾ ਪੁੱਕਾ ਇਹ ਤਾਂ ਨਹੀਂ ਪਤਾ। ਉਹਨਾਂ ਨੇ ਐਡਵਾਂਸ 8-10 ਲੱਖ ਰੁਪਈਆ ਵੀ ਜਮ੍ਹਾਂ ਕਰਾਇਆ ਸੀ, ਫਿਰ ਉਹ ਜ਼ਮੀਨ ਲਈ ਹੈ। ਪਰ 1100 ਨੂੰ ਤਾਂ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਜ਼ਮੀਨ ਹੈਗੀ ਏਕੜ ਦੀ। ਉਹ ਕਾਹਦੇ ਲਈ ਸੀਗੀ? ਹੁਣ ਚਰਚਾ ਚੱਲਦੀ ਹੈ ਜੇ ਆਪਾਂ ਕਿਸੇ ਵਿਦਿਅਕ ਅਦਾਰੇ ਨੂੰ ਦੇ ਦਿੰਦੇ ਆ, ਇਹਨੂੰ ਦੇ ਦਿੰਦੇ ਆ। ਅਸੀਂ ਨਹੀਂ ਚਾਹੁੰਦੇ ਕਿ ਭਾਈ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕੋਈ ਬਿਆਨ ਦੇਈ ਜਾਵੇ, ਕਿਸੇ ਨੂੰ ਚੱਕ ਕੇ ਅੰਦਰ ਦੇਵੇ। ਹੁਣ ਜੇ ਕਿਸੇ ਦੇ ਕੋਲੇ ਹੈਗੀ ਆ, ਉਹਨੂੰ ਲੱਗਦਾ ਹੈ ਕਿ ਭਾਈ ਪ੍ਰੈਕਟੀਕਲੀ ਜ਼ਮੀਨੀ ਪੱਧਰ ਤੇ ਕਾਨੂੰਨੀ ਤੌਰ ਤੇ ਠੀਕ ਨਹੀਂ, ਛੱਡ ਦਿਓ। ਲੋਕਾਂ ਨੇ ਤੁਹਾਨੂੰ ਬਿਲਕੁਲ ਨਹੀਂ ਕਹਿਣਾ ਕਿ ਭਾਈ ਤੁਸੀਂ ਦੱਬੀ। ਅਸੀਂ ਲੋਕਾਂ ਨੇ ਕਹਿਣਾ ਇਹਨੇ ਛੱਡਤੀ ਬਈ, ਆ ਦੇਖੋ ਕਿੰਨਾ ਵਧੀਆ ਬੰਦਾ, ਸਿਆਣਾ ਬੰਦਾ। ਤੇ ਜੇ ਕੱਲ ਨੂੰ ਕਾਨੂੰਨਾਂ ਦੇ ਚੱਕਰ 'ਚ, ਕੇਸਾਂ ਦੇ ਚੱਕਰ 'ਚ ਪੈ ਗਿਆ, ਸਰਕਾਰ ਦੇ ਪੈਸੇ ਲੱਗਣਗੇ, ਤੁਹਾਡੇ ਵੀ ਲੱਗਣਗੇ। ਨਹੀਂ, ਇੱਕ ਗੱਲ ਤੇ ਕਲੀਅਰ ਹੋ ਗਈ ਹੈ ਵੀ ਜੇ ਅਗਲਿਆਂ ਉਦੋਂ ਕਿਹਾ ਸੀ ਵੀ ਅਸੀਂ ਛਡਾਉਣੀ ਹੈ, ਉਹ ਛਡਾਉਣ ਲੱਗ ਪਏ। ਜਿਹੜੀ ਗੱਲ ਉਹ ਕਹਿ ਰਹੇ ਉਹ ਕਰਦੇ ਆ। ਜੇ ਉਹਨਾਂ ਨੇ ਹੁਣ 31 ਤੱਕ ਗੱਲ ਕਹੀ ਆ ਵੀ ਉਦੋਂ ਬਾਅਦ ਖਰਚਾ ਵੀ ਪਊ ਤੇ ਪਰਚਾ ਵੀ ਪਊ, ਇਟ ਮੀਨਸ ਉਧਰ ਵੀ ਤੁਰਨਗੇ ਜੇ ਨਾ ਮੰਨਿਆ ਤੇ। ਉਹਦੇ ਨਾਲੋਂ ਚੰਗਾ ਵੀ ਆਪਾਂ ਜਿੰਨਾ ਚਿਰ ਉਹ ਵਾਹ ਭਲੀ ਵਾਲਾ ਕੰਮ ਹੀ ਕਰਨਾ ਚਾਹੀਦਾ, ਐਵੇਂ ਫਿਰ ਮੁੜ ਕੇ ਬਾਅਦ ਨਹੀਂ ਤੇ ਕੰਮ ਖਰਾਬ ਹੁੰਦਾ। ਨਹੀਂ, ਮੁਸ਼ਕਲ ਹੋ ਜਾਂਦਾ। ਤੇ ਸੰਧਾਲੀਆ ਸਾਹਿਬ, ਬਾਕੀ ਇਦਾਂ ਮੈਨੂੰ ਬਿਲਕੁਲ ਨਹੀਂ ਸੀ ਪਤਾ। ਨਹੀਂ, ਹੁਣ ਪਤਾ ਲੱਗ ਗਿਆ ਨਾ। ਮੈਂ ਕਿਹਾ ਮੈਨੂੰ ਤਾਂ ਹੁਣ ਇੰਨਾ ਪਤਾ ਲੱਗਾ, ਅੱਖਾਂ ਨਹੀਂ ਵੇਟ ਹੁੰਦੀਆਂ ਪਰ ਚਾਨਣ ਹੋਇਆ ਹੈ। ਐਸਾ ਜਾਨੀ ਹੁਣ ਐ ਲੱਗਦਾ ਕਿ ਬਲਬ, ਪਤਾ ਨਹੀਂ ਮੈਂ ਕਿਹੜੇ ਬਲਬ ਅੱਗੇ ਹੋ ਗਈ ਹੁੰਦੀ ਨੇ, ਥੋੜੀ ਬੱਤੀ ਆਉਣੀ ਤਾਂ ਇਦਾਂ ਲਾਟ ਜੀ ਦਿਸਣੀ ਵਿੱਚ, ਤੇ ਉਹ ਵੀ ਕਈ ਰਿਫਿਊਜ਼ ਐ ਕਰ ਕਰਕੇ ਜੋੜ ਕੇ ਦੁਬਾਰਾ ਲਾ ਲਈਦਾ ਸੀ ਆਪਾਂ। ਸੰਧਾਲੀਆ ਸਾਹਿਬ, ਮੈਨੂੰ ਪਹਿਲਾਂ ਇੱਕ ਦੱਸੋ, ਮੈਂ ਤੁਹਾਡੇ ਤੋਂ ਸਵਾਲ ਆ ਵੱਡੇ ਭਰਾ ਤੋਂ, ਕਿਉਂਕਿ ਆਪਾਂ ਤਾਂ ਭਰਾਵਾਂ ਵਾਲੀ ਗੱਲ ਹੈ, ਲੀਡਰ ਦਾ ਲੋਕਾਂ ਤੁਹਾਨੂੰ ਐ ਫਸਾ ਮੈਨੂੰ ਤੇ ਸਵਾਲ ਕਰਕੇ। ਜਾਨੀ ਕਿੰਨਾ ਕੁ ਖਤਰਾ ਹੁੰਦਾ ਇੱਕ ਲੀਡਰ ਨੂੰ ਵੀ? ਜਾਨੀ ਮੈਂ ਸੋਚਦਾ ਸੀ ਕਿ 9 ਚੌਕਾ 36, 9 ਬੰਦੇ ਸੁਰੱਖਿਆ ਵਾਲੇ ਤੁਹਾਡੇ ਇੱਧਰ ਚਾਹੀਦੇ ਆ, 9 ਇੱਧਰ ਚਾਹੀਦੇ ਆ, 9 ਮੂਹਰੇ ਚਾਹੀਦੇ ਆ, 9 ਪਿੱਛੇ ਚਾਹੀਦੇ ਆ, 36 ਫਿਰ ਬਣਦੇ ਆ। ਹੁਣ ਇੱਕ ਹੁਕਮ ਜਾਰੀ ਹੋਇਆ ਕਿ ਭਾਈ 127 ਆ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਆ, ਥਾਣਿਆਂ 'ਚ ਆ ਜਾਓ। ਤੁਹਾਨੂੰ ਲੀਡਰਾਂ ਦੇ ਨਾਲ ਪਤਾ ਨਹੀਂ ਕਿਉਂ ਲਾਇਆ ਸੀ, ਅਸੀਂ ਉਹਨਾਂ ਦੀ ਸੁਰੱਖਿਆ ਘਟਾਉਣ ਜਾ ਰਹੇ ਹਾਂ। ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, ਸਾਬਕਾ ਕੈਬਨਿਟ ਮੰਤਰੀ, ਸਾਬਕਾ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਜੀ, ਉਹਨਾਂ ਦੇ ਬਾਬਤ ਜੋ ਸਰਕਾਰੀ ਚਿੱਠੀ ਦੇ ਵਿੱਚ ਲਿਖਿਆ ਕਿ ਉਹਨਾਂ ਦੇ ਕੋਲੇ 36 ਸੁਰੱਖਿਆ ਕਰਮਚਾਰੀ ਸੀ, ਉਹਦੇ ਵਿੱਚੋਂ 28 ਵਾਪਸ ਲੈ ਕੇ ਤੇ ਉਹਨਾਂ ਨੂੰ ਥਾਣਿਆਂ 'ਚ ਭੇਜ ਦਿੱਤਾ ਗਿਆ ਕਿ ਭਾਈ ਲੋਕਾਂ ਦੀ ਸੁਰੱਖਿਆ ਕਰੋ। ਹੁਣ 36 ਬੰਦੇ, ਹੁਣ 8 ਬਥੇਰੇ ਨੇ, ਮੈਨੂੰ ਲੱਗਦਾ 8 ਵੀ ਬਹੁਤੇ ਨੇ, ਪਰ ਚਲੋ ਕੋਈ ਗੱਲ ਨਹੀਂ, ਵੱਡੇ ਅਹੁਦਿਆਂ ਤੇ ਰਹੇ ਆ। ਹੋ ਸਕਦਾ ਕਿ ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਦੱਸਿਆ ਹੋਵੇ ਕਿ ਖਤਰਾ ਕਿਸੇ ਤਰ੍ਹਾਂ ਦਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 36 ਦਾ ਅੰਕੜਾ ਜਿਹੜਾ ਉਹ ਏਡਾ ਵੱਡਾ ਖਤਰਾ
ਐਸਾ ਕੀ ਹੋ ਗਿਆ ਕਿ ਆਪਾਂ ਨੂੰ 36 ਪੁਲਿਸ ਕਰਮਚਾਰੀ ਲੈਣੇ ਪੈ ਗਏ? ਇਹ ਤੇ ਗੱਲ ਹੈਗੀ ਆ। ਦੇਖੋ ਪਹਿਲਾਂ ਵੀ ਇੱਕ ਵਾਰਾਂ ਕਾਰਵਾਈ ਕੀਤੀ ਸੀ ਜੀ। ਉਸ ਕਾਰਵਾਈ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਤੇ ਗੱਡੀਆਂ ਵਾਪਸ ਆਈਆਂ। ਇਹ ਹੁਣ ਇੱਕ ਤਰ੍ਹਾਂ ਨਾਲ ਕਹ ਲਓ ਕਿ ਦੂਸਰੀ ਕਾਰਵਾਈ ਹੋਈ, ਇਹਦੇ 'ਚ ਮੇਰੇ ਖਿਆਲ 8-9 ਦੇ ਕਰੀਬ ਲੀਡਰ ਸਾਹਿਬਾਨ ਨੇ ਜਿਹੜੇ ਕਿ ਵੱਡੇ ਅਹੁਦਿਆਂ ਤੋਂ ਲੈ ਕੇ ਛੋਟੇ MLA ਸਾਹਿਬਾਨ ਤੱਕ ਜਾਂਦੇ ਆ। ਹੁਣ ਸਾਰਿਆਂ ਤੋਂ ਕਿਸੇ ਤੋਂ 2 ਤੋਂ ਲੈ ਕੇ ਤੇ ਜਿੱਦਾਂ ਤੁਸੀਂ ਦੱਸਿਆ ਵੀ 28-29 ਤੱਕ ਵੀ ਬੰਦੇ ਵਾਪਸ ਲਏ ਅਗਲਿਆਂ ਨੇ, ਇੱਕ ਗੱਡੀ ਤੋਂ ਲੈ ਕੇ ਜਾਂ ਬਿਨਾਂ ਗੱਡੀ ਤੋਂ ਲੈ ਕੇ 3-3 ਗੱਡੀਆਂ ਤੱਕ ਵੀ ਵਾਪਸ ਆਈਆਂ। ਹੁਣ ਸਵਾਲ ਇਹਦੇ 'ਚ ਇਹ ਪੈਦਾ ਹੁੰਦਾ ਵੀ ਜੇ ਤਾਂ ਇਸ ਚੀਜ਼ ਦੀ ਲੋੜ ਸੀਗੀ ਜੀ ਤੇ ਉਹ ਸਰਕਾਰ ਨੇ ਧੱਕੇ ਨਾਲ ਵਾਪਸ ਲਈ, ਫਿਰ ਗੱਲ ਮਾੜੀ। ਤੇ ਜੇ ਅਗਲੇ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਜਿਹੜੀ ਇਨਪੁਟ ਲੈਣੀ ਹੁੰਦੀ ਹੈ ਜੀ ਵੀ ਆਹ ਦੱਸੋ ਜੀ, ਇੱਕ ਨਾਲ ਸਾਨੂੰ ਇੱਕ ਰਿਵਿਊ ਹੁੰਦਾ ਨਾ ਵੀ ਰਿਵਿਊ ਕਰ ਲਿਓ ਜੀ ਵੀ ਆਹ ਚੀਜ਼ ਇਹਦੇ 'ਚ ਲੋੜ ਹੈਗੀ ਕਿ ਨਹੀਂ ਹੈਗੀ, ਜੇ ਰਿਵਿਊ ਕਰਨ ਤੋਂ ਬਾਅਦ ਵਾਪਸ ਲਈ ਗਈ ਹੈ ਵੀ ਠੀਕ ਹੈ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਨਾਲ ਮੈਂ ਸਹਿਮਤ ਹਾਂ, ਕਿਉਂਕਿ ਪੰਜਾਬ ਵਰਗੇ ਸੂਬੇ 'ਚ ਆਪਾਂ ਦੇਖਿਆ ਕਿ ਕਿਤੇ ਕਿਤੇ ਹਮਲੇ ਹੋ ਜਾਂਦੇ ਆ, ਇੰਟੈਲੀਜੈਂਸ ਵਿੰਗ ਦੇ ਆਫਿਸ 'ਤੇ ਹਮਲਾ ਹੋ ਗਿਆ, ਖਤਰੇ ਹੁੰਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਰਕਾਰ ਨੇ ਜੇ ਤਾਂ ਸੱਚੀ ਮੁੱਚੀ ਰਿਵਿਊ ਕਰਕੇ ਸਮੀਖਿਆ ਕਰਕੇ ਵਾਪਸ ਲਈ ਆ ਤਾਂ ਕੋਈ ਨਹੀਂ, ਪਰ ਤੁਸੀਂ ਦੇਖੋ ਕਿ OP ਸੋਨੀ ਸਾਹਿਬ ਸਾਬਕਾ ਉਪ ਮੁੱਖ ਮੰਤਰੀ ਨੇ, ਉਹਨਾਂ ਦੇ ਕੋਲੇ 37 ਬੰਦੇ ਸੀ, 19 ਵਾਪਸ ਲਏ ਆ, ਅਜੇ ਵੀ ਬਥੇਰੇ ਨੇ, ਯਾਨੀ 16-17 ਤਾਂ ਅਜੇ ਵੀ ਹੋਣੇ ਆ ਨਾ, ਯਾਨੀ ਕਿ 37 ਬੰਦੇ ਉਹਨਾਂ ਦੀ ਸੁਰੱਖਿਆ ਲਈ ਲੱਗੇ ਆ। ਠੀਕ ਹੈ, ਉਹ ਲਗਾਤਾਰ ਚੁਣੇ ਜਾਂਦੇ ਰਹੇ, ਉਪ ਮੁੱਖ ਮੰਤਰੀ ਰਹੇ, ਪਰ ਫਿਰ ਵੀ ਕੋਈ ਹਿਸਾਬ ਕਿਤਾਬ ਹੁੰਦਾ। ਮੈਨੂੰ ਕਦੇ ਕਦੇ ਇਹ ਵੀ ਲੱਗਦਾ ਸੰਧਾਲੀਆ ਸਾਹਿਬ, ਜਿਹਦਾ ਕੇਵਲ ਸਿੰਘ ਢਿੱਲੋਂ ਸਾਹਿਬ ਤੋਂ 11 ਬੰਦੇ ਸੀ, 11 ਦੇ 11 ਵਾਪਸ ਹੋ ਗਏ। ਇਸੇ ਤਰੀਕੇ ਜਿਹੜੇ ਸੁਲਤਾਨਪੁਰ ਲੋਧੀ ਤੋਂ ਸਾਬਕਾ MLA ਨੇ ਨਵਤੇਜ ਸਿੰਘ ਚੀਮਾ ਸਾਹਿਬ, ਉਹਨਾਂ ਦੇ ਕੋਲ ਵੀ 2 ਬੰਦੇ ਛੱਡੇ, ਬਾਕੀ ਵਾਪਸ ਲੈ ਲਏ। ਤੇ ਉਹ ਕਹਿੰਦੇ ਜੀ ਦੇਖੋ ਖਤਰਾ ਬੜਾ ਹੁੰਦਾ, ਕੱਲ ਨੂੰ ਕੋਈ ਘਟਨਾ ਘਟ ਕੇ ਫਿਰ ਸਰਕਾਰ ਦੀਆਂ ਅੱਖਾਂ ਖੁੱਲਣੀਆਂ। ਹੁਣ ਐਵੇਂ ਚੱਕ ਕੇ ਫੈਸਲਾ ਕਰੀ ਜਾਂਦੇ ਕਿ ਆ ਵੀ ਵਾਪਸ, ਆ ਵੀ ਵਾਪਸ। ਪਰਮਿੰਦਰ ਸਿੰਘ ਪਿੰਕੀ ਸਾਹਿਬ ਤੋਂ ਵੀ ਬੰਦੇ ਵਾਪਸ ਲਏ ਆ, ਉਹ ਵੀ ਸਾਬਕਾ MLA ਨੇ। ਹੋਰ ਵੀ ਕਈ ਲੀਡਰ ਨੇ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਸੁਰੱਖਿਆ ਵੀ 2 ਬੰਦੇ ਉਹਨਾਂ ਦੇ ਵਾਪਸ ਲਏ, ਅਜੇ ਬਥੇਰੇ ਉਹਨਾਂ ਦੇ ਕੋਲ ਨੇ। ਫਰਕ ਪਤਾ ਨਹੀਂ ਕੀ ਆ, ਆਪਾਂ ਕੰਪੇਅਰ ਨਹੀਂ ਕਰ ਸਕਦੇ, ਪਰ ਐਸੇ ਸਟੂਡੀਓ ਦੇ ਵਿੱਚ ਅੱਜ ਜਿੱਥੇ ਆਪਾਂ ਬੈਠੇ ਆ, ਇਸੇ ਕੁਰਸੀਆਂ ਦੇ ਉੱਤੇ ਬੈਠ ਕੇ ਆਪਾਂ ਇੱਥੋਂ ਦੇ ਮੈਂਬਰ ਪਾਰਲੀਮੈਂਟਾਂ ਦੇ ਨਾਲ, ਇੱਥੋਂ ਦੇ MLA ਸਹਿਬਾਨ ਜਿਹੜੇ, ਉਹਨਾਂ ਦੇ ਨਾਲ ਗੱਲ ਕਰਦੇ ਹੁੰਦੇ ਆ। ਕੋਈ ਕਾਰ ਨਹੀਂ ਮਿਲਦੀ ਉਹਨਾਂ ਨੂੰ, ਕੋਈ ਸੁਰੱਖਿਆ ਕਰਮਚਾਰੀ ਨਹੀਂ ਮਿਲਦਾ, ਕੋਈ ਉਹਨਾਂ ਨੂੰ ਲਾਲ ਬੱਤੀ ਨਹੀਂ ਮਿਲਦੀ, ਉਹਨਾਂ ਨੂੰ ਸਰਕਾਰੀ ਘਰ ਵੀ ਨਹੀਂ ਮਿਲਦਾ। ਉਹ ਆਪੇ ਹੀ ਕਾਰ ਚਲਾ ਕੇ ਆਉਂਦੇ ਆ, ਆਪੇ ਹੀ ਕਾਰ ਆਪਣੀ ਖੜੀ ਕਰਦੇ ਆ, ਆਪੇ ਹੀ ਪੌੜੀਆਂ ਚੜ੍ਹਦੇ ਆ, ਆਪੇ ਹੀ ਇੱਥੇ ਆ ਕੇ ਘੰਟੀ ਵਜਾਉਂਦੇ ਆ, ਤੇ ਉਹਦੇ ਤੋਂ ਬਾਅਦ ਆਣ ਕੇ ਬਹਿ ਜਾਂਦੇ ਆ, ਬਹਿ ਕੇ ਇੰਟਰਵਿਊ ਦਿੰਦੇ ਆ, ਸਵਾਲਾਂ ਦੇ ਜਵਾਬ ਦਿੰਦੇ ਆ, ਤੇ ਉਹਦੇ ਤੋਂ ਬਾਅਦ ਆਪੇ ਹੀ ਕਾਰ ਚਲਾ ਕੇ ਵਾਪਸ ਚਲੇ ਜਾਂਦੇ ਆ। ਗਨਮੈਨ ਕੋਈ ਨਹੀਂ ਹੁੰਦਾ, ਇੱਕ ਵੀ ਸੁਰੱਖਿਆ ਕਰਮਚਾਰੀ ਨਹੀਂ ਹੁੰਦਾ। ਇਸੇ ਤਰੀਕੇ ਜੇ ਉਹਨਾਂ ਨੇ ਵਿਧਾਨ ਸਭਾ ਜਾਂ ਇੱਥੋਂ ਦੀ ਜਿਹੜੀ ਪਾਰਲੀਮੈਂਟ ਹੈ, ਉੱਥੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਜਾਣਾ, ਤਾਂ ਉਹਨਾਂ ਨੂੰ ਖਰਚ ਮਿਲਦਾ ਕਿ ਤੁਸੀਂ ਸਰਕਾਰੀ ਕੰਮ ਆਏ ਹੋ, ਘਰੋਂ ਕਿੱਦਾਂ ਤੁਰੇ ਹੋ, ਆਹ ਲਓ ਟ੍ਰੇਨ ਦੇ ਵਿੱਚ ਆਏ ਹੋ, 에ਅਰ ਤੇ ਆਏ ਹੋ, ਆਹ ਪੈਸੇ ਚੱਕੋ। ਉਹਦੇ ਤੋਂ ਬਾਅਦ ਜਿੰਨੇ ਦਿਨ ਤੁਸੀਂ ਸਰਕਾਰੀ ਸੰਵਿਧਾਨਕ ਕੰਮ ਦੇ ਲਈ ਰਹਿਣਾ, ਤੁਹਾਨੂੰ ਪੈਸੇ ਮਿਲਣਗੇ, ਇਹਦੇ ਤੋਂ ਇਲਾਵਾ ਨਹੀਂ ਮਿਲਣਗੇ। ਤੇ ਜਿੱਦਣ ਉਹ ਸਾਬਕਾ MLA ਜਾਂ ਸਾਬਕਾ MP ਹੋ ਗਏ, ਉਹ ਵੀ ਜੇ ਘੱਟੋ ਘੱਟ 1.5 ਟਰਮ ਰਹੇ ਨੇ, ਪੈਨਸ਼ਨ ਨਹੀਂ ਮਿਲਣੀ। ਪੈਨਸ਼ਨ ਉਦੋਂ ਮਿਲਣੀ ਹੈ ਜਦੋਂ 58 ਸਾਲ ਦੇ ਹੋ ਗਏ। ਉਹਦੇ ਤੋਂ ਬਾਅਦ ਕਹਿੰਦੇ ਤੁਸੀਂ ਸਾਬਕਾ ਹੋ ਗਏ, ਤੁਸੀਂ ਨਹੀਂ ਜਿੱਤੇ, ਜੇ ਤੁਸੀਂ ਨਹੀਂ ਇਲੈਕਸ਼ਨ ਲੜੀ, 58 ਸਾਲ ਤੱਕ ਤੁਸੀਂ ਬਿਲਕੁਲ ਰਿਸ਼ਟ-ਪੁਸ਼ਟ ਹੋ, ਤੰਦਰੁਸਤ ਹੋ, ਸਿਹਤਮੰਦ ਹੋ, ਕੰਮ ਕਰ ਸਕਦੇ ਹੋ, ਦੇਸ਼ ਦੀ ਪ੍ਰੋਡਕਸ਼ਨ ਦੇ ਵਿੱਚ ਹਿੱਸਾ ਪਾ ਸਕਦੇ ਹੋ, ਕੰਮ ਕਰੋ, ਤਨਖਾਹ ਲਾਓ, ਪੈਸੇ ਕਮਾਓ, ਰੋਟੀ ਖਾਓ, ਜਦੋਂ 58 ਦੇ ਹੋਵੋਗੇ ਤੁਹਾਨੂੰ ਪੈਨਸ਼ਨ ਦੇਵਾਂਗੇ। ਹਾਂ, ਮਤਲਬ ਇਹ ਇੱਕ ਗੱਲ ਸਮਝਣ ਵਾਲੀ ਆ ਵੀ ਆਪਾਂ ਗੱਲ, ਚਲੋ ਆਪਾਂ ਬਾਕੀ ਦੇਸ਼ਾਂ ਵਾਲੇ ਪਾਸੇ ਨਹੀਂ ਜਾਂਦੇ ਜੀ, ਆਪਾਂ ਗੱਲ ਕਰ ਰਹੇ ਕੈਨੇਡਾ ਦੀ। ਉਹ ਕੈਨੇਡਾ, ਜਿਸ ਕੈਨੇਡਾ ਦੇ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਆ, ਭਾਵੇਂ ਕੋਈ ਬੱਸ ਸਟੈਂਡ ਆ, ਭਾਵੇਂ ਕੋਈ ਗਲੀ ਮੁਹੱਲਾ, ਹਰੇਕ ਥਾਂ ਤੇ ਵੀ ਅਸੀਂ ਭੇਜ ਦਿੰਦੇ ਆ, ਸਾਡੇ ਕੋਲੇ ਤਰੀਕਾ, ਆ ਜਾਓ ਬਾ ਕਿਸੇ ਤਰ੍ਹਾਂ ਚਲੇ ਜਾਓ। ਐਂਡ ਹਰੇਕ ਪਰਿਵਾਰ ਚਾਹੁੰਦਾ ਵੀ ਯਾਰ ਕਿਸੇ ਨਾ ਕਿਸੇ ਤਰ੍ਹਾਂ ਚੱਲ ਸਾਡੀ ਲੰਘੀ, ਸਾਡਾ ਜਵਾਕ ਚੱਲ ਜੇ। ਹੁਣ ਜਿਸ ਜਗ੍ਹਾ ਤੇ ਆਪਾਂ ਜਾਣਾ ਚਾਹੁੰਦੇ ਆ, ਉੱਥੋਂ ਵਾਲੇ ਲੀਡਰਾਂ ਦੀ ਆਪਾਂ ਗੱਲ ਦੱਸਦੀ ਵੀ ਉਹ ਕਹਿੰਦੇ ਵੀਰ ਮੇਰੇ ਪੂਰਾ ਕੰਮ, ਸਰਕਾਰ ਕੋਲੇ ਫਾਲਤੂ ਪੈਸਾ ਹੈ ਨਹੀਂ ਜੀ। ਤੇ ਜਿੱਥੋਂ ਦੇ ਲੋਕ ਕਹਿੰਦੇ ਵੀ ਯਾਰ ਭੁੱਖੇ ਮਰ ਚੱਲੇ ਮਹਾਰਾਜ, ਸਾਡੀ ਹਾਲ ਮਾੜੀ, ਜਿੱਥੇ ਅਸਲ 'ਚ ਖਜ਼ਾਨੇ 'ਚ ਪੈਸੇ ਦੀ ਲੋੜ ਹੈ, ਉੱਥੇ ਆਪਾਂ ਕੀ ਕੁਛ ਚਲਾ ਰਹੇ ਹਾਂ। ਇਹ ਜੇ ਸਾਰੇ ਕੁਛ ਨੂੰ ਇਸ ਹਿਸਾਬ ਨਾਲ ਰਿਵਿਊ ਕਰ ਕਰਕੇ ਸਹੀ ਕਰ ਲਿਆ ਜਾਵੇ, ਇਹ ਹਾਲ ਤੇ ਉਹੀ ਆ ਵੀ ਕਹਿੰਦੇ ਤੂਤ ਲਾਇਆ ਸੀਗਾ, ਮੁੜ ਕੇ ਛਾਂਗਿਆ ਹੀ ਕਿਸੇ ਨੇ ਹੈ ਨਾ। ਕਿਉਂਕਿ ਜੇ ਤੂਤ ਕਿਸੇ ਵੇਲੇ ਹੁੰਦਾ ਵੀ ਯਾਰ ਤੂਤ ਛਾਂਗਣਾ, ਤੂਤ ਜੇ ਤੁਸੀਂ ਛਾਂਗੋ ਤੇ ਥੋੜਾ ਥੋੜਾ ਸਿੱਧਾ ਜਾਂਦਾ, ਫਿਰ ਜਿਹੜੀਆਂ ਤੁਸੀਂ ਛਿੜੀਆਂ ਲਾਉਨੇ ਹੋ, ਘੱਟੋ ਘੱਟ ਹੋਰ ਕੋਈ ਨਹੀਂ, ਕੋਈ ਛਿੱਕੂ, ਕੋਈ ਚੰਗੇਰ, ਕੋਈ ਟੋਕਰੀ, ਕੋਈ ਟੋਕਰਾ ਬਣ ਜੂ, ਕੋਈ ਕੰਮ ਆਊ। ਮਹਾਰਾਜ ਤੁਸੀਂ ਤੂਤ ਛਾਂ ਕੇ ਛਿੱਕੂ ਲੈਣਾ ਨਹੀਂ ਇਹ ਦੇ ਕਹਿੰਦੇ ਹੁੰਦੇ ਨਾ, ਇਹ ਉਦੋਂ ਪਹਿਲਾਂ ਮੇਰਾ ਖਿਆਲ ਕਹਿੰਦੇ ਰਹੇ, ਇਸੇ ਕਰਕੇ ਕੁਝ ਬਣਿਆ ਨਹੀਂ। ਮੈਨੂੰ ਲੱਗਦਾ ਵੀ ਜੇ ਉਹਨੂੰ ਵਾਰ-ਵਾਰ ਛਾਂਗ ਲਿਆ ਕਰੇ, ਕਿਉਂਕਿ ਜਾਣਾ ਤੇ ਉਹਦਾ ਕੁਝ ਨਹੀਂ, ਤੂਤ ਨੇ ਹਰ ਵਾਰ ਪੁੰਗਰਨਾ, ਹਰ ਵਾਰ ਛਮਕਾਂ ਲੱਗਣੀਆਂ ਨੇ, ਆਪਣਾ ਕੰਮ ਨਹੀਂ ਚੱਲਦਾ ਰਹੂ, ਉਹਦਾ ਵੀ ਚੱਲਦਾ ਰਹੂ। ਨਗਲੇ ਕਹਿੰਦੇ ਵੀ ਤੂਤਾਂ ਵਾਲਾ ਖੂਹ ਵੱਜਦਾ, ਹੁਣ ਤੂਤਾਂ ਵਾਲਾ ਖੂਹ ਦੇ ਉੱਪਰ ਜਦੋਂ ਅਗਲੇ ਵਿੱਚ ਝੰਗੀ ਬਣੀ ਹੋਈ ਤੇ ਅਗਲਾ ਕਹਿੰਦਾ ਇੱਧਰ ਲੰਘਣ ਨੂੰ ਜੀ ਨਹੀਂ ਕਰਦਾ, ਉਹ ਤੂਤਾਂ ਵਾਲੇ ਖੂਹ ਤੋਂ ਆਪਾਂ ਝੰਗੀ ਬਣਾ ਕੇ ਤੇ ਉੱਥੋਂ ਡਰਨ ਕਿਉਂ ਲੱਗ ਪਏ? ਇਹ ਜ਼ਰੂਰ ਰਿਵਿਊ ਹੋਣਾ ਚਾਹੀਦਾ। ਨਹੀਂ 100% ਦੀ ਜਿਹੜੀ ਇਹ ਗੱਲ ਤਾਂ ਸੰਧਾਲੀਆ ਸਾਹਿਬ ਚਾਹੀਦੀ ਹੈ। ਬਾਕੀ 127 ਪੁਲਿਸ ਕਰਮਚਾਰੀ ਉਸ ਸੁਰੱਖਿਆ ਚੋਂ ਘਟਾ ਕੇ ਥਾਣਿਆਂ 'ਚ ਲਾਏ ਗਏ ਆ।
ਉਹ ਕਿਤੇ ਪੈਟਰੋਲਿੰਗ ਕਰਨਗੇ, ਗਸ਼ਤ ਕਰਨਗੇ, ਇਹਦੇ ਤੋਂ ਇਲਾਵਾ ਕਿਤੇ ਨਾਕਾ ਲਾਉਣਗੇ। ਜੇ ਕਿਸੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਲੋਕਾਂ ਨੂੰ ਲੋੜ ਹੋਊ ਟੈਲੀਫੋਨ ਆਊ ਤਾਂ ਅਗਲੇ ਕਹਿਣਗੇ ਜੀ 2 ਸਿਪਾਹੀ ਭੇਜੋ ਜੀ, ਉੱਧਰ ਕਾਂਸਟੇਬਲ ਸਾਹਿਬ ਭੇਜੋ, ASI ਸਾਹਿਬ ਭੇਜੋ। 4 ਬੰਦੇ ਹੋਣਗੇ, 2.25 ਕਰੋੜ ਪੰਜਾਬੀਆਂ ਦੀ ਵੀ ਤਾਂ ਸੁਰੱਖਿਆ ਕਰਨੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਿਕਿਉਰਿਟੀ ਦੀ ਲੋੜ ਨਹੀਂ। ਵੈਸੇ ਹੀ ਇੱਕ ਗੱਲ ਹੈ, ਸੰਧਾਲੀਆ ਸਾਹਿਬ ਬਹੁਤ ਸਾਰੇ ਆਫਿਸਰ ਨੇ, ਵੱਡੀ ਲੌਬੀ, ਵੱਡੇ ਅਫਸਰਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਕੋਲੇ ਵੀ ਨੌਕਰਾਂ ਚਾਕਰਾਂ ਦੀ ਸਿਕਿਉਰਿਟੀ ਦੀ ਕਮੀ ਕੋਈ ਨਹੀਂ, ਤੇ ਸਾਡੇ ਲੀਡਰ ਸਾਹਿਬਾਨ ਬਹੁਤ ਸਾਰੇ ਉਹਨਾਂ ਦੇ ਕੋਲ ਵੀ ਕਮੀ ਕੋਈ ਨਹੀਂ। ਤੇ ਜਦੋਂ ਉਹਨਾਂ ਦੀ ਪ੍ਰਾਪਰਟੀ ਦੇਖਦੇ ਆ ਅਰਬਾਂ ਦੀ, ਕਰੋੜਾਂ ਦੀ, ਤੇ ਜਦੋਂ ਉਹਨਾਂ ਦੇ ਬਿਆਨ ਵੇਖਦੇ ਆ, ਨਹੀਂ ਜੀ ਕਰਜ਼ਾ ਬੜਾ, ਲੋਕ ਭੁੱਖੇ ਮਰਦੇ ਆ ਜੀ, ਲੋਕਾਂ ਦੀ ਆਮਦਨ ਨਹੀਂ ਵੱਧਦੀ ਜੀ, ਤਨਖਾਹਾਂ ਨਹੀਂ ਮਿਲਦੀਆਂ ਜੀ, ਚਾਹੇ ਸੱਤਾਧਾਰੀ ਆ ਚਾਹੇ ਵਿਰੋਧੀ ਹੈ। ਯਾਰ ਜੇ ਤੁਹਾਡੇ ਕੋਲੇ ਕਰੋੜਾਂ ਅਰਬਾਂ ਹੈਗੇ ਆ, ਚਾਹੇ ਤੁਸੀਂ ਅਫਸਰ ਹੋ ਚਾਹੇ ਤੁਸੀਂ ਲੀਡਰ ਹੋ, ਤੁਸੀਂ 2-2 4-4 ਗਨਮੈਨ ਜਿਹੜੇ ਆ ਆਪਦੇ ਪ੍ਰਾਈਵੇਟ ਰੱਖ ਲਓ। ਕਲਾਕਾਰ ਵੀ ਤਾਂ ਬਾਉਂਸਰ ਰੱਖੀ ਫਿਰਦੇ ਆ। ਹਾਂ, ਜੇ ਤੁਹਾਨੂੰ ਲੱਗਦਾ ਨਹੀਂ ਸਰਕਾਰੀ ਹੀ ਬੰਦੇ ਟੰਗੇ ਆ, ਉਹਨਾਂ ਦੀ ਤਨਖਾਹ ਖਜ਼ਾਨੇ ਜਮ੍ਹਾਂ ਕਰਾ ਦਿਓ, ਲੋਕਾਂ ਨੂੰ ਵੀ ਲੱਗੇ ਨਹੀਂ ਯਾਰ ਇਹ ਬੰਦੇ ਚੰਗੇ ਨੇ, ਇਹ ਬੰਦੇ ਖਜ਼ਾਨੇ 'ਚ ਇਸ ਕਰਕੇ ਹਿੱਸਾ ਪਾਉਂਦੇ ਆ ਤਾਂ ਜੋ ਉਹਦੀ ਜਿਹੜਾ ਫਾਇਦਾ ਉਹ ਆਮ ਲੋਕਾਂ ਤੱਕ ਕੱਪੜੇ। ਆਪਾਂ ਇਹਦਾ ਕੰਮ ਨਹੀਂ ਕਰਨੇ, ਚੱਲ ਬਈ 12, ਚੱਲ ਬਈ 24, ਚੱਲ ਬਈ 36, 37 ਗਨਮੈਨ। ਨਹੀਂ ਦੇਖੋ, ਕਾਰਨ ਇਹ ਆ ਵੀ ਇਹ ਉਹ ਚੀਜ਼ਾਂ ਨੇ ਜਿਹੜੀਆਂ ਵਾਕਈ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ ਆ, ਰਿਵਿਊ ਕਰਨ ਦੀ ਲੋੜ ਆ। ਕਾਰਨ ਇਹ ਆ ਵੀ ਇਹਦੇ ਵਿੱਚ ਕਿਤੇ ਵੀ ਇਹ ਮੈਸੇਜ ਨਾ ਜਾਵੇ ਵੀ ਕਿਸੇ ਦੇ ਨਾਲ ਕੋਈ, ਜਿੱਦਾਂ ਆਮ ਤੌਰ ਤੇ ਇੱਕ ਸ਼ਬਦ ਵਰਤ ਲਿਆ ਜਾਂਦਾ 2 ਇਨਵਰਟਡ ਕੌਮਾਂ 'ਚ ਲਿਖ ਕੇ, ਸਿਆਸੀ ਬਦਲਾਖੋਰੀ, ਉਹ ਨਾ ਲੱਗੇ। ਹਾਂ, ਜੈਨੂਅਨ ਤਰੀਕੇ ਨਾਲ ਜਿਹੜੀ ਚੀਜ਼ ਜਿੱਥੇ ਗਲਤ ਆ ਉਹਨੂੰ ਗਲਤ ਨੂੰ ਗਲਤ, ਸਹੀ ਨੂੰ ਸਹੀ ਕਰ ਲਿਆ ਜਾਵੇ। ਇਹਦੇ ਨਾਲ ਹੀ ਬਹੁਤ ਫਰਕ ਪੈ ਜਾਣਾ, ਕਿਉਂਕਿ ਦੇਖੋ ਪੰਜਾਬ ਉਹੀ ਹੈ। ਜੇ ਪੰਜਾਬ ਦੇ ਵਿੱਚ ਆਪਾਂ ਇਹ ਜ਼ਿਕਰ ਕਰਦੇ ਹਾਂ ਵੀ ਯਾਰ ਪ੍ਰਤੀ ਵਿਅਕਤੀ ਆਮਦਨ ਪੂਰੇ ਦੇਸ਼ ਨਾਲੋਂ ਵੱਧ ਹੈ, ਜੇ ਆਪਾਂ ਇਹ ਦੇਖਦੇ ਹਾਂ ਵੀ ਯਾਰ ਪਹਿਲਾਂ ਆਪਣੇ ਘਰ ਕੱਚੇ ਵੀ ਹੁੰਦੇ ਸੀ, ਸਾਦੇ ਵੀ ਹੁੰਦੇ ਸੀ, ਫਿਰ ਹੌਲੀ ਹੌਲੀ ਆਪਾਂ ਪੱਕਿਆਂ 'ਤੇ ਆ ਗਏ, ਫਿਰ ਕੋਠੀਆਂ 'ਤੇ ਆ ਗਏ, ਫਿਰ ਕੋਠੀਆਂ ਵੀ ਕਈ ਡਿਜ਼ਾਈਨਾਂ ਦੀਆਂ ਆਉਣ ਲੱਗ ਪਈਆਂ। ਉਹ ਜੇ ਆਮ ਬੰਦੇ ਤੇ ਉਹ ਹੌਲੀ ਹੌਲੀ ਤਰੱਕੀ ਕੀਤੀ ਆ, ਤੇ ਯਾਰ ਸੂਬਾ ਵੀ ਤਾਂ ਤਰੱਕੀ ਕਰਨਾ ਚਾਹੀਦਾ ਨਾ। ਸੂਬਾ ਤਾਂ ਆਪਾਂ ਖੂਹ 'ਚ ਸੁੱਟੀ ਬੈਠੇ ਹਾਂ, ਤੇ ਆਪਣਾ ਟੌਰ ਕੱਢਿਆ ਉੱਥੇ ਕੀ ਕਰੂਗਾ ਜਦੋਂ ਅਗਲੇ ਨੂੰ ਪਤਾ ਲੱਗੇ ਮੈਂ ਵੇਖਿਆ ਹੀ ਇਹ ਸਰਦਾਰ, ਇਹ ਗੱਡੀ ਵੱਲ ਨਾ ਜਾ, ਤੂੰ ਮਗਰ ਫਰਦ ਵੇਖ ਕੀ ਬੋਲਦੀ ਹੈ ਨਾ। ਵੀ ਉਹ ਕੰਮ ਨਾ ਹੋਵੇ ਵੀ ਜੇ ਆਪਾਂ ਉਹ ਫਰਦਾਂ 'ਚੋਂ ਲਾਲ ਲੀਕਾਂ ਮਟਾਉਣੀਆਂ ਨੇ, ਫਿਰ ਆਪਾਂ ਨੂੰ ਜ਼ਰੂਰ ਇਹ ਸਾਰਾ ਕੁਝ ਰਿਵਿਊ ਕਰਨਾ। ਨਹੀਂ, ਮੁੜ ਕੇ ਪਤਾ ਲੱਗਦਾ ਹੁੰਦਾ ਉਦੋਂ ਨੂੰ ਜਦੋਂ 25 ਮਾਰਚ ਤੋਂ ਲੈ ਕੇ ਤਾਂ 31 ਮਾਰਚ ਤੱਕ ਬੰਦਾ ਗੇੜੇ ਮਾਰਦਾ, ਸਰ ਨਵੇਂ ਪੁਰਾਣੇ ਹੀ ਕਰਦੇ ਹੋ। ਇਹ ਜਿਹੜੇ ਲੋਕ ਮਿਹਨਤ ਕਰਦੇ ਆ ਉਹਨਾਂ ਦੇ ਸਿਰ ਕਰਜ਼ਾ ਹੈ। ਇਹ ਗੱਲ ਉਹਨਾਂ ਲਈ ਨਹੀਂ, ਇਹ ਗੱਲ ਉਹਨਾਂ ਲਈ ਹੈ ਜਿਹੜੇ ਮਿਹਨਤ ਨਹੀਂ ਕਰਦੇ, ਉਦਾਂ ਹੀ ਹੇਠਲੀ ਉੱਤੇ ਲਿਆ ਰੱਖਦੇ ਆ। ਨਵੇਂ ਪੁਰਾਣਿਆਂ ਦਾ ਮਿਹਣਾ ਉਹਨਾਂ ਨੂੰ ਹੈ। ਨਹੀਂ, ਇਹ ਜ਼ਰੂਰੀ ਆ। ਸੋ ਆਪਾਂ ਇਸ ਗੱਲ ਵਾਲੇ ਪਾਸੇ ਨਾ ਜਾਈਏ। ਤੇ ਦੂਜੀ ਗੱਲ ਇਹ ਆ ਵੀ ਧਾਲੀਵਾਲ ਸਾਹਿਬ ਦੀ ਗੱਲ ਕੀਤੀ, ਧਾਲੀਵਾਲ ਸਾਹਿਬ ਦੇ ਦਿੱਲੀ ਗਏ, ਉਹ ਕਹਿੰਦੇ ਚਲੋ ਪੰਚਾਇਤਾਂ ਵਾਲਾ ਤਾਂ ਟਵੀਟ ਕਰਦਾ ਇੱਧਰ ਟੀਕਾ ਲੱਗ ਗਿਆ, ਮੈਂ ਦੂਜਾ ਕੰਮ ਕਰਿਆ ਵਾਂ, ਕਿਉਂਕਿ ਉਹਨਾਂ ਕੋਲ ਮੰਤਰਾਲੇ ਬੜੇ ਨੇ ਜੀ। ਪੰਚਾਇਤ ਮੰਤਰੀ ਦੇ ਨਾਲ ਨਾਲ ਹੁਣ ਉਹਨਾਂ ਕੋਲੇ ਵਿਦੇਸ਼ ਪ੍ਰਵਾਸੀ ਭਾਰਤੀਆਂ ਦਾ ਉਹ ਜਿਹੜਾ ਮਹਿਕਮਾ ਉਹ ਵੀ ਹੈਗਾ NRI ਵਾਲਾ। ਉੱਥੇ ਫਿਰ ਕੇਂਦਰੀ ਜਿਹੜੇ ਵਿਦੇਸ਼ ਰਾਜ ਮੰਤਰੀ ਆ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਏ ਨੇ। ਉਹ ਕਹਿੰਦੇ ਵੀ ਦੇਖੋ ਕਾਰਨ ਆ ਮਾਲਕੋ ਵੀ 2 ਅੰਤਰਰਾਸ਼ਟਰੀ ਤੁਸੀਂ ਸਾਨੂੰ ਏਅਰਪੋਰਟ ਬਣਾ ਕੇ ਦਿੱਤੇ ਆ, ਅੰਮ੍ਰਿਤਸਰ ਵਾਲਾ ਵੀ ਹੈਗਾ, ਇਸ ਤੋਂ ਇਲਾਵਾ ਹੁਣੇ ਤੁਸੀਂ ਮੋਹਾਲੀ ਚੰਡੀਗੜ੍ਹ ਵਾਲਾ ਬਣਾਇਆ, ਖਰਚਾ ਦੋਵੇਂ ਥਾਂ ਕੀਤਾ, ਲਿਖਿਆ ਵੀ ਉੱਤੇ ਰੰਗ ਰੋਗਨ ਕਰਕੇ ਅੰਤਰਰਾਸ਼ਟਰੀ ਅੱਡਾ। ਤੇ ਕਹਿੰਦੇ ਜਦੋਂ ਜਹਾਜ਼ ਚੜ੍ਹਨ ਲੱਗੀਦਾ ਤੇ ਉਹ ਤੁਹਾਡਾ ਦੁਬਈ ਤੋਂ ਗਾਹ ਨਹੀਂ ਆਉਂਦਾ। ਇਹ ਕੋਈ ਗੱਲ ਥੋੜਾ ਵੀ ਬੰਦੇ ਤਾਂ ਸਾਡੇ ਕੈਨੇਡਾ ਵਸਦੇ, ਅਮਰੀਕਾ ਵਸਦੇ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇੰਗਲੈਂਡ ਕਈ ਥਾਂ ਹੀ ਵਸਦੇ ਆ। ਵੀ ਇੱਕ ਤੇ ਇਹ ਵਾਲੀਆਂ ਜਿਹੜੀਆਂ ਉਡਾਨਾਂ ਮਹਾਰਾਜ ਇਹਨਾਂ ਦਾ ਕੁਛ ਨਾ ਕੁਛ ਸੋਚੋ ਵੀ ਜੇ ਉਹ ਵਾਕਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਤੋਂ ਅੰਤਰਰਾਸ਼ਟਰੀ ਉਡਾਨਾਂ ਉੱਡਣ ਵੀ, ਇੱਕ ਤੇ ਇਹ ਫਾਇਦਾ ਹੋਵੇ। ਸੰਧਾਲੀਆ ਸਾਹਿਬ ਦੇਖੋ ਗੱਲ ਇਹ ਹੈ ਕਿ ਜਦੋਂ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਗਏ, ਬਹੁਤ ਸਾਰੇ NRIs ਜਿਹੜੇ 1.5-2 ਮਹੀਨੇ ਹੋ ਗਏ ਉਡੀਕ ਕਰਦੇ ਸੀ ਕਿ ਕੋਈ ਪ੍ਰਵਾਸੀਆਂ ਬਾਰੇ ਕੋਈ ਐਲਾਨ ਹੋਵੇ। ਸਰਕਾਰ ਬਣੀ ਹੈ, ਸਰਕਾਰ ਤੋਂ ਆਸਾਂ ਹੀ ਹੁੰਦੀਆਂ। ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਲੋਕਾਂ ਨੇ MLAs ਦੇ ਨਾਲ, ਮੰਤਰੀਆਂ ਨਾਲ ਸੰਪਰਕ ਵੀ ਕੀਤੇ ਸੀ, ਉਹਨਾਂ ਦੇ ਨਾਲ ਜ਼ੂਮ ਮੀਟਿੰਗਸ ਵੀ ਕੀਤੀਆਂ ਸੀ ਕਿ ਸਾਡੀਆਂ ਆਹ ਸਮੱਸਿਆਵਾਂ ਨੇ। ਚਲੋ ਪਹਿਲਾਂ ਪੰਚਾਇਤੀ ਜ਼ਮੀਨਾਂ ਛਡਾਉਣ 'ਚ ਲੱਗੇ ਸੀ, ਹੁਣ ਗਏ ਤੇ ਉਹਨਾਂ ਨੇ 3 ਤਰ੍ਹਾਂ ਦੇ ਨਾਲ ਗੱਲਬਾਤ ਕੀਤੀ। ਮੁਰਲੀਧਰਨ ਸਾਹਿਬ ਜਿਹੜੇ ਉਹ ਮਿਨਿਸਟਰ ਨੇ, ਵਿਦੇਸ਼ ਮੰਤਰੀ ਨੇ, ਉਹਨਾਂ ਨੇ ਕਿਹਾ ਜੀ ਪਹਿਲੀ ਗੱਲ ਤਾਂ ਇਹ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਇੰਨੇ ਪੰਜਾਬੀ ਵਿਦੇਸ਼ਾਂ 'ਚ ਨੇ, ਉਹ ਹਰ ਸਾਲ ਇੰਨੇ ਪੈਸੇ ਆਪਣੇ ਪਰਿਵਾਰਾਂ ਨੂੰ ਸਮਾਜ ਸੇਵਾ ਲਈ, ਸਕੂਲਾਂ ਨੂੰ, ਸੜਕਾਂ ਲਈ, ਇਹਨਾਂ ਚੀਜ਼ਾਂ ਲਈ, ਟੂਰਨਾਮੈਂਟਾਂ ਲਈ ਭੇਜਦੇ ਆ, ਇੰਨੀ ਉਹਨਾਂ ਦੀ ਇਨਵੈਸਟਮੈਂਟ ਆ, ਉਹ ਦੇਸ਼ ਦੀ ਪ੍ਰੋਡਕਸ਼ਨ ਦੇ ਵਿੱਚ ਇਸ ਤਰੀਕੇ ਯੋਗਦਾਨ ਪਾਉਂਦੇ ਆ। ਉਹ ਸਾਲ ਦੇ ਵਿੱਚ ਇੰਨੇ ਜਣੇ ਆਉਂਦੇ ਆ ਤੇ ਉਹ ਆਣ ਕੇ ਵਿਦੇਸ਼ੀ ਕਰੰਸੀ ਇੱਥੇ ਖਰਚਦੇ ਆ, 4 ਪੈਸੇ ਦੇਸ਼ ਨੂੰ ਹੀ ਬਣਦੇ ਆ ਜੇ ਪੰਜਾਬ ਨੂੰ ਬਣਦੇ ਆ ਤਾਂ। ਇੱਕ ਤਾਂ ਉਹਨਾਂ ਨੇ ਪਹਿਲਾਂ ਭੂਮਿਕਾ ਬੰਨੀ ਕਿ ਐਂ ਕਰਕੇ ਆਹ ਕੰਮ ਹੈਗਾ। ਫਿਰ ਉਹਨਾਂ ਨੇ ਦੂਸਰੇ ਪਾਸੇ ਆ ਜਿਹੜਾ ਅੰਤਰਰਾਸ਼ਟਰੀ ਫਲਾਈਟਾਂ ਦਾ ਕਿ ਡਾਇਰੈਕਟ ਫਲਾਈਟਾਂ ਚੱਲਣ ਪੰਜਾਬ ਤੋਂ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ, ਬੜਾ ਵਧੀਆ ਢੰਗ ਨਾਲ ਮੁੱਦਾ ਉਠਾਇਆ। ਬਹੁਤ ਸਾਰੇ ਲੋਕ ਪਹਿਲਾਂ ਵੀ ਕੰਮ ਕਰਦੇ ਆ, ਸਮੀਪ ਸਿੰਘ ਗੁਮਟਾਲਾ ਸਾਹਿਬ ਬੜੇ ਚਿਰਾਂ ਤੋਂ ਲੱਗੇ ਆ, ਹੋਰ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ। ਇਧਰਲੇ ਪਾਸੇ ਜੇ ਸਰਕਾਰ ਦੇਖੇ ਤਾਂ ਫਾਇਦਾ ਹੋ ਸਕਦਾ, ਪੰਜਾਬ ਦਾ ਵੀ, ਕੇਂਦਰ ਦਾ ਵੀ, ਸਾਰਿਆਂ ਦਾ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ, ਉਹ ਕਹਿੰਦੇ ਜੀ ਕਈ ਸਮੱਸਿਆਵਾਂ ਆਉਂਦੀਆਂ ਹੁੰਦੀਆਂ ਵਿਦੇਸ਼ਾਂ ਦੇ ਵਿੱਚੋਂ ਜਦੋਂ ਕਿਸੇ ਨੇ ਕੋਈ ਕਾਗਜ਼ ਪੱਤਰ ਬਣਾਉਣਾ। ਵੈਸੇ ਤਾਂ ਹੁਣ ਬਹੁਤ ਸਾਰੇ ਜਿਹੜੇ ਦੂਤਘਰ ਨੇ ਭਾਰਤ ਦੇ,
ਉਧਰਲੇ ਪਾਸਿਓਂ ਸਮੇਂ-ਸਮੇਂ ਤੋਂ ਸੂਚਨਾ ਦਿੰਦੇ ਰਹਿੰਦੇ ਆ। ਜਦੋਂ ਕੋਵਿਡ ਵੀ ਆਇਆ ਸੀ ਸਾਰੀ ਦੁਨੀਆ ਬੰਦ ਹੋ ਗਈ ਸੀ, ਪਰ ਫਿਰ ਵੀ ਮਾੜੇ ਮੋਟੇ ਕੰਮ ਚੱਲਦੇ ਰਹੇ ਸੀ। ਹੁਣ ਉਹਨਾਂ ਨੇ ਕਿਹਾ ਜੀ ਕਈ ਪਾਸੇ ਕੰਮ ਬਹੁਤ ਵਧੀਆ ਚੱਲਦਾ, ਕਈ ਪਾਸੇ ਥੋੜਾ ਜਿਹਾ ਗੈਪ ਹੈਗਾ, ਜੇ ਤੁਸੀਂ ਉਹ ਵੀ ਦੂਰ ਕਰਾ ਦਿਓ ਤਾਂ ਜਿਹੜੇ ਪ੍ਰਵਾਸੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਵਸਦੇ ਆ ਉਹਨਾਂ ਦੀ ਜਾਨ ਥੋੜੀ ਜਿਹੀ ਸੌਖੀ ਹੋ ਜਾਏ, ਉਹਨਾਂ ਦਾ ਯਕੀਨ ਵੱਜੇ, ਉਹ ਇਨਵੈਸਟਮੈਂਟ ਹੋਰ ਵੀ ਵੱਧ ਕਰ ਸਕਦੇ ਆ। ਭਰੋਸਾ ਮੰਤਰੀ ਸਾਹਿਬ ਨੇ ਵੀ ਦੇ ਦਿੱਤਾ। ਉਮੀਦ ਹੈ ਕਿ NRIs ਦੇ ਲਈ ਬੜੀ ਛੇਤੀ ਕੋਈ ਨਾ ਕੋਈ ਖੁਸ਼ਖਬਰੀ ਆਊਗੀ ਜ਼ਰੂਰ। ਇਹ ਬੜਾ ਜ਼ਰੂਰੀ ਹੈ। ਦੇਖੋ ਕਾਰਨ ਹੈ ਵੀ ਇਹ ਤੋਂ ਪਿਛਲੀ ਸਰਕਾਰ 'ਚ ਆਪਾਂ ਚਲੇ ਜੀ, ਉਦੋਂ ਇਹ ਮਹਿਕਮਾ ਪ੍ਰਗਟ ਸਿੰਘ ਹੋਰਾਂ ਕੋਲ ਸੀਗਾ ਜੀ। ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਵੀ ਅਸੀਂ NRIs ਦੇ ਲਈ ਕੋਈ ਨਾ ਕੋਈ ਇੱਕ ਨੰਬਰ ਚਾਲੂ ਕਰ ਦਿਆਂਗੇ, ਏਅਰਪੋਰਟ ਤੇ ਜਿੱਥੇ ਉਤਰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹਨਾਂ ਕੋਲ 24 ਘੰਟੇ ਲਈ ਹੈਲਪ ਡੈਸਕ ਹੋਵੇ ਵੀ ਯਾਰ ਆਹ ਸਾਡੀ ਪ੍ਰੋਬਲਮ ਸੀ, ਅਸੀਂ ਨਾਲੋਂ ਨਾਲ ਆਨਲਾਈਨ ਉਹਨਾਂ ਦੀ ਕੰਮ ਸੈਟਲਮੈਂਟ ਕਰ ਦਈਏ, ਤਾਂ ਜੋ ਉਹਨਾਂ ਨੂੰ ਇਹ ਲੱਗੇ ਵੀ ਯਾਰ ਅਸੀਂ ਆਪਣੇ ਘਰ ਚੱਲੇ, ਅਸੀਂ ਆਪਣੇ ਪਿੰਡ ਚੱਲੇ ਹਾਂ, ਸਾਡਾ ਵੈਲਕਮ ਹੁੰਦਾ ਉੱਥੇ। ਚਲੋ ਸਰਕਾਰ ਬਦਲ ਗਈ, ਹੁਣ ਧਾਲੀਵਾਲ ਸਾਹਿਬ ਕੋਲੇ ਮਹਿਕਮਾ ਆ ਗਿਆ। ਜੇ ਧਾਲੀਵਾਲ ਸਾਹਿਬ ਨੇ ਵੀ ਇਹ ਪਹਿਲ ਕਰ ਲਈ ਆ ਤੇ ਵਧੀਆ ਗੱਲ ਹੈ, ਕਿਉਂਕਿ ਕਾਰਨ ਹੈ ਵੀ ਬਹੁਤਾ ਕਰਕੇ ਆਪਾਂ ਇੱਥੇ ਕਈ ਵਾਰ ਜਿਹੜੇ ਪੁਰਾਣੇ ਬੰਦੇ ਆਏ ਨੇ ਉਹਨਾਂ ਨਾਲ ਗੱਲ ਕਰਕੇ ਦੇਖੋ, ਕਹਿੰਦੇ ਯਾਰ ਚਲੇ ਤੇ ਜਾਈਏ, ਉੱਥੇ ਫਿਰ ਖੱਜਲ ਖੁਆਰੀ ਜੀ ਬੜੀ ਹੁੰਦੀ, ਫਿਰ ਸੋਚੀਦਾ ਚੱਲ ਛੱਡ ਖਹਿੜਾ ਜੀ। ਉਹ ਜਿਹੜਾ ਛੱਡ ਖਹਿੜਾ ਤੱਕ ਉਹਨਾਂ ਦਾ ਮੂਡ ਹੈ ਨਾ, ਉਹਨੂੰ ਦੁਬਾਰਾ ਆਖਣਾ ਵੀ ਨਹੀਂ ਯਾਰ ਉੱਥੇ ਹੁਣ ਖੁਸ਼ੀ ਖੇੜਾ ਆਪਾਂ ਇੱਕ ਵਾਪਸ ਜਾਣਾ। ਕਿਉਂਕਿ ਇਹ ਗੱਲ ਕਲੀਅਰ ਹੈ ਵੀ ਜਿਹੜਾ ਬੰਦਾ ਜਾਊ ਉਹ ਕੁਝ ਲੈ ਕੇ ਜਾਊ ਤੇ ਉੱਥੇ ਕੁਝ ਲਾ ਕੇ ਜਾਊ, ਇਹ ਤੇ ਗੱਲ ਪੱਕੀ। ਹੁਣ ਉੱਥੋਂ ਪੁੱਟ ਕੇ ਤੇ ਲਿਆਉਣ ਰਿਹਾ ਕੋਈ ਜੀ ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਤੇ ਉਮੀਦ ਕਰਦੇ ਹਾਂ ਕਿ ਕੇਂਦਰ ਪੰਜਾਬ ਦੋਨੇ ਹੀ ਸਰਕਾਰਾਂ ਚੰਗੇ ਤਰੀਕੇ ਦੇਖਣ। ਤੇ ਸਭ ਤੋਂ ਵੱਡੀ ਗੱਲ ਹੈ ਜਦੋਂ ਆ ਸਰਕਾਰੀ ਜ਼ਮੀਨਾਂ ਹੁਣ ਖਾਲੀ ਕਰਾਈ ਜਾਂਦੇ ਨੇ, ਧਾਲੀਵਾਲ ਸਾਹਿਬ ਜੇ ਕਿ NRI ਦੀ ਦੱਬੀ ਆ ਉਹ ਵੀ ਖਾਲੀ ਕਰਾ ਲਓ, ਉਹ ਜ਼ਮੀਨ ਉਹਨੂੰ ਦੇ ਦਿਓ, ਉਹ 4 ਪੈਸੇ ਤੁਹਾਨੂੰ ਦੇ ਦੂਗਾ ਕਿ ਆ ਭਾਈ ਆ ਲਓ ਸਕੂਲ ਦੇ 2 ਕਮਰੇ ਬਣਾਓ, ਤੁਸੀਂ ਮੇਰੀ ਜ਼ਮੀਨ ਚੜਾਈ ਆ, ਤੁਸੀਂ ਮੇਰੀ ਕੋਠੀ ਚੜਾਈ ਆ। ਨਹੀਂ ਸੱਚੀ ਗੱਲ ਹੈ। ਆਹੋ, ਉਹਨਾਂ ਨੇ ਵਕੀਲਾਂ ਨੂੰ ਵੀ ਦੇਣੇ ਆ, ਹੋਰ ਪਾਸੇ ਦੇਣੇ, ਉਹ ਤੁਹਾਨੂੰ ਦੇ ਦੇਣਗੇ। ਹੁਣ ਸੰਧਾਲੀਆ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸੇ ਜਾਣਾ ਹੈ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਨਿਰਦੇਸ਼ ਦਿੱਤੇ ਸੀ SGPC ਨੂੰ ਕਿ ਭਾਈ ਕੁਝ ਕਰੋ, ਸਮੂਹਿਕ ਸਾਂਝੇ ਯਤਨ ਕਰੋ। ਜਿਹੜੇ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਜੇਲ੍ਹਾਂ ਦੇ ਵਿੱਚ ਬੰਦ ਨੇ, ਪੈਰੋਲ ਕਈਆਂ ਨੂੰ ਨਹੀਂ ਮਿਲਦੀ, ਕਈਆਂ ਦੀ ਪੂਰਨ ਰਿਹਾਈ ਚਾਹੀਦੀ ਹੈ, ਪਰ ਯਤਨ ਸਾਂਝੇ ਹੋਣ, ਕੱਲੇ-ਕੱਲੇ ਨਾ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਉਹਨਾਂ ਨੇ 11 ਤਰੀਕ ਰੱਖ ਦਿੱਤੀ ਬੀਤੇ ਕੱਲ ਦੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਓ, ਆਪਾਂ ਸਾਰੇ ਇਕੱਠੇ ਹੁੰਨੇ ਆ। ਮੈਨੂੰ ਆਸ ਨਹੀਂ ਸੀ, ਪਰ ਇਹਦੇ ਬਾਵਜੂਦ ਵੀ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਪੁੱਜੀਆਂ। ਖਾਸ ਤੌਰ ਦੇ ਉੱਤੇ ਤੁਸੀਂ ਦੇਖੋ ਅਕਾਲੀ ਦਲ ਦੇ ਵੱਖ-ਵੱਖ ਧੜੇ ਉਹ ਉੱਥੇ ਆਪਣੇ, ਆਪਾਂ ਫੈਸਲੇ ਕੀ ਹੋਏ ਉੱਤੇ ਬਾਅਦ ਜਾਂਦੇ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਗਏ। ਮੈਂ ਅੱਜ ਤੱਕ ਕਦੇ ਨਾਲ ਬੈਠੇ ਨਹੀਂ ਦੇਖੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਬਿਲਕੁਲ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਬੈਠੇ ਸੀ, ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਹਿਲਾਂ ਪੈਰੀਂ ਹੱਥ ਵੀ ਲਾਇਆ, ਗੱਲਬਾਤ ਵੀ ਵਿੱਚ ਕਰਦੇ ਨਜ਼ਰ ਆਏ। ਫਿਰ ਤੁਸੀਂ ਦੇਖੋ ਕਿ ਅਕਾਲੀ ਦਲ ਤੋਂ ਵੱਖਰੇ ਹੋ ਕੇ ਜਾਗੋ ਪਾਰਟੀ ਬਣਾਈ ਸੀ, ਮਨਜੀਤ ਸਿੰਘ ਜੀਕੇ ਸਾਹਿਬ ਨੇ, ਉਹ ਵੀ ਗਏ। ਜਦੋਂ ਮਨਜੀਤ ਸਿੰਘ ਜੀਕੇ ਸਾਹਿਬ ਅਕਾਲੀ ਦਲ ਬਾਦਲ ਦੇ ਦਿੱਲੀ ਸਟੇਟ ਦੇ ਮੁਖੀ ਹੁੰਦੇ ਸੀ ਤਾਂ ਸਿੱਧਾ ਮੁਕਾਬਲਾ ਸਰਨਾ ਭਰਾਵਾਂ ਨੇ ਹੁੰਦਾ ਸੀ, ਤੇ ਪਰਮਜੀਤ ਸਿੰਘ ਸਰਨਾ ਵੀ ਉੱਥੇ ਹੀ ਸੀ। ਇਹਦੇ ਤੋਂ ਇਲਾਵਾ ਜੇ ਭਾਈ ਬਲਜੀਤ ਸਿੰਘ ਦਾਦੂਵਾਲ ਸਾਹਿਬ ਦੀ ਗੱਲ ਕਰੀਏ ਤੇ ਉਹ ਕਿੰਨੇ ਵਖਰੇਵੇਂ ਰਹੇ ਨੇ। ਦਾਦੂਵਾਲ ਸਾਹਿਬ ਵੀ ਆਏ ਸੀ। ਹੋਰ ਤਾਂ ਹੋਰ ਤੁਸੀਂ ਦੇਖੋ ਕਿ ਹੁਣੇ ਅਕਾਲੀ ਦਲ ਦਿੱਲੀ ਸਟੇਟ ਬਣਾਇਆ ਤੇ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਵੀ ਉੱਥੇ ਆਪਣੇ ਸੀ। ਜਾਣੀ ਕਿ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਲੋਕਾਂ ਨੇ, ਸਿੱਖ ਕੌਮ ਨੇ ਕਦੇ ਇਕੱਠੀਆਂ ਬੈਠੀਆਂ ਨਹੀਂ ਦੇਖੀਆਂ, ਉਹ ਇਕੱਠੀਆਂ ਹੋਈਆਂ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਹੈ। ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਉਹਨਾਂ ਦੇ ਵਿੱਚੋਂ ਪ੍ਰਤੀਨਿਧ ਉਹ ਵੀ ਆਏ ਸੀ, ਤੇ ਫਿਰ ਉੱਥੇ ਇਕਮੁੱਠ ਹੋ ਕੇ 3 ਫੈਸਲੇ ਕੀਤੇ ਕਿ ਭਾਈ ਇੱਕ ਤਾਂ ਸਾਂਝਾ ਵਫਦ ਬਣੂਗਾ, ਉਹ ਵਫਦ ਅਗਲੇ ਪਾਸੇ ਨੂੰ ਜਾਊਗਾ ਤੇ ਜਾ ਕੇ ਸਰਕਾਰਾਂ ਨੂੰ ਦੱਸੂਗਾ ਕਿ ਭਾਈ ਆ ਦੇਖੋ ਆਜ਼ਾਦੀ ਤੋਂ ਪਹਿਲਾਂ ਕੌਮ ਦੀਆਂ ਕੁਰਬਾਨੀਆਂ, ਆਜ਼ਾਦੀ ਤੋਂ ਬਾਅਦ ਕੁਰਬਾਨੀਆਂ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਮੰਗ ਪੱਤਰ ਦੇਾਂਗੇ, ਤੇ ਫਿਰ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਦੇ ਉਹਨਾਂ ਨੂੰ ਕਿਹਾ ਗਿਆ ਇਕੱਠੇ ਹੋਵੋ, ਪਾਰਟੀ ਤੁਹਾਡੀ ਅਕਾਲੀ ਹੈ, ਕਾਂਗਰਸੀ ਹੈ, ਭਾਜਪਾ, ਆਮ ਆਦਮੀ ਪਾਰਟੀ, ਕੋਈ ਫਰਕ ਨਹੀਂ ਪੈਂਦਾ, ਉਹ ਇਕੱਠੇ ਹੋ ਕੇ ਤੁਸੀਂ ਵੀ ਹਰ ਇੱਕ ਬੰਦੇ ਤੱਕ ਪਹੁੰਚ ਕਰੋ ਕਿ ਭਾਈ ਇਹਨਾਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਹੈ, ਜਿਨ੍ਹਾਂ ਨੂੰ ਛੱਡਣ ਦਾ ਵੀ ਐਲਾਨ ਹੋ ਗਿਆ ਸੀ, ਛੱਡੋ। ਤੀਸਰਾ ਕਿਹਾ ਕਿ ਜੇ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਐਕਸ਼ਨ ਸਾਂਝੇ ਤੌਰ ਤੇ ਹੋਊਗਾ ਪੱਕਾ। ਅਰੇ ਇਹ ਤਾਂ ਗੱਲ ਹੈਗੀ। ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਤਾਂ ਬਾਅਦ ਵੀ ਕਹਿੰਦੇ, ਉਹ ਕਹਿੰਦੇ ਵੀ ਦੇਖੋ ਅਸੀਂ ਤੇ ਜਥੇਦਾਰ ਸਾਹਿਬ ਨੇ ਕਿਹਾ ਸੀ ਵੀ ਕਰੋ ਵੀ ਇਕੱਤਰਤਾ, ਅਸੀਂ ਸੁਨੇਹਾ ਦਿੱਤਾ, ਤੇ ਸਭ ਤੋਂ ਕਹਿੰਦੇ ਵੀ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਵੀ ਸਾਰਿਆਂ ਨੇ ਵਖਰੇਵੇਂ ਭੁੱਲ ਕੇ ਉਹਨਾਂ ਨੂੰ ਲੱਗਿਆ ਵੀ ਨਹੀਂ ਯਾਰ ਇੱਕ ਥਾਂ ਤੇ ਇਕੱਠੇ ਹੋਣ ਦੀ ਲੋੜ, ਤੇ ਅਗਲੇ ਆਏ। ਹੁਣ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਕਹਿੰਦੇ ਵੀ ਆਪਣੇ ਤੌਰ ਤੇ ਸਾਨੂੰ ਆਪਣੇ ਆਪਣੇ ਸੁਨੇਹੇ ਭੇਜ ਦਿੱਤੇ ਆ ਵੀ ਤੁਸੀਂ ਜੋ ਉੱਥੇ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਭਾਈ, ਵੀ ਆਪਾਂ ਤੁਰੀਏ ਇਸ ਪਾਸੇ। ਇੱਕ ਗੱਲ ਤੇ ਚਲੋ ਵਧੀਆ ਹੋ ਗਈ ਵੀ ਪਿਛਲੇ ਸਮੇਂ ਦੇ ਵਿੱਚ ਬੜੀ ਵਾਰ ਇਹ ਚਿੰਤਾ ਦਾ ਵਿਸ਼ਾ ਬਣਦਾ ਹੁੰਦਾ ਸੀ ਵੀ ਯਾਰ ਜੇ ਆਪਾਂ ਸਿੱਖੀ ਦੇ ਮਸਲਿਆਂ ਦੀ ਗੱਲ ਕਰੀਏ ਤੇ ਦੁਨੀਆ ਭਰ 'ਚ ਬਹੁਤ ਨੇ। ਪਹਿਲਾਂ ਹੋ ਸਕਦਾ ਵੀ ਸਿੱਖ ਆਪਾਂ ਨੂੰ ਯਾਦ ਆ ਵੀ ਯਾਰ ਪੰਜਾਬ 'ਚ ਨੇ ਜਾਂ ਭਾਰਤ ਦੇ ਹੋਰਨਾਂ ਸਟੇਟਾਂ ਦੇ ਵਿੱਚ ਨੇ, ਪਰ ਜਦੋਂ ਤੋਂ ਪ੍ਰਵਾਸ ਸ਼ੁਰੂ ਹੋਇਆ ਪੰਜਾਬ ਤੇ ਕਿਤੇ ਦੀ ਕਿਤੇ ਚਲੇ ਗਿਆ, ਤੇ ਜੇ ਪੰਜਾਬ ਚਲੇ ਗਿਆ ਪੰਜਾਬ ਨਾਲ ਸਿੱਖ ਵੀ ਚਲੇ ਗਏ।
ਅਲੱਗ-ਅਲੱਗ ਦੇਸ਼ਾਂ 'ਚ ਜਾ ਕੇ ਕਦੀ ਆਪਾਂ ਦੇਖਦੇ ਸੀ, ਕਦੀ ਕਿਤੇ ਦਸਤਾਰ ਦਾ ਮਸਲਾ ਪੈ ਗਿਆ ਜੀ, ਕਦੀ ਕਿਤੇ ਹੋਰ ਮਸਲਾ ਪੈ ਗਿਆ ਜੀ। ਉਹਨਾਂ ਮਸਲਿਆਂ ਦੇ ਨਾਲ ਰਿਲੇਟਡ ਜਦੋਂ ਵੀ ਕਿਤੇ ਕੋਈ ਗੱਲ ਚੱਲਣੀ, ਫਿਰ ਇੱਕੋ ਹੀ ਦੁੱਖ ਹੁੰਦਾ ਸੀ ਵੀ ਯਾਰ ਕੱਲੀਆਂ ਜਾਂਦੀਆਂ ਜਥੇਬੰਦੀਆਂ ਵੀ ਫਲਾਣੇ ਥਾਂ ਤੋਂ ਇਹਨਾਂ ਦਾ ਵਫਦ ਚੱਲ ਗਿਆ, ਦੂਸਰੇ ਪਾਸਿਓਂ ਦੇ ਚੱਲ ਗਏ, ਉਹ ਕਹਿੰਦੇ ਤੁਸੀਂ ਫਿਰ ਸਕੂਟਰ 'ਤੇ ਜਾਣਾ, ਅਸੀਂ ਫਿਰ ਟ੍ਰੇਨ 'ਤੇ ਆਉਂਦੇ ਹਾਂ, ਫਲਾਨਾ ਕਾਰ ਲੈ ਕੇ ਗਿਆ। ਉਸ ਚੀਜ਼ ਦੀ ਕਮੀ ਸੀ ਵੀ ਜੇ ਕਿਤੇ ਇਕੱਠ ਕਰ ਲਿਆ ਜਾਵੇ ਤਾਂ ਵਧੀਆ, ਕਿਉਂਕਿ ਜੇ ਇਕੱਠੀ ਆਵਾਜ਼ ਤੁਰੂਗੀ ਤੇ ਇੱਕ ਕੌਮ ਦੇ ਮਸਲੇ ਨੂੰ ਇੱਕ ਥਾਂ ਤੋਂ ਜਦੋਂ ਉਭਾਰਿਆ ਜਾਊਗਾ ਤਾਂ ਉਹਦਾ ਹੱਲ ਹੋਊਗਾ। ਉਹ ਚੀਜ਼ ਜਿਹੜੀ ਮੈਨੂੰ ਲੱਗਦਾ ਵੀ ਇਸ ਇਕੱਤਰਤਾ ਨੇ ਇੱਕ ਵਧੀਆ ਕਰਤੀ ਵੀ ਬੰਦੇ ਠੀਕ ਆ ਸਿਆਸੀ ਤੌਰ 'ਤੇ ਵੱਖ ਹੋ ਸਕਦੇ ਆ, ਪਰ ਜਦੋਂ ਇੱਕ ਮੁੱਦਾ ਸਿੱਖੀ ਦਾ ਤੇ ਉੱਥੇ ਇਕੱਠੇ। ਸੰਧਾਲੀਆ ਸਾਹਿਬ ਦੇਖੋ ਕਈ ਸਾਲ ਹੋ ਗਏ ਆ ਚਰਚਾ ਚੱਲਦੀ ਨੂੰ ਕਿ ਭਾਈ ਰਿਹਾਈ ਹੋਣੀ ਚਾਹੀਦੀ ਹੈ, ਮਾਰਚ ਨਿਕਲਦੇ ਆ, ਕਮੇਟੀਆਂ ਬਣਦੀਆਂ, ਵਫਦ ਜਾਂਦੇ, ਮੰਗ ਪੱਤਰ ਦਿੱਤੇ ਜਾਂਦੇ ਆ। ਲੜਾਈ ਤਾਂ ਕਾਨੂੰਨੀ ਤੌਰ ਤੇ ਵੀ ਲੜਨੀ ਪਊਗੀ, ਉੱਦਾਂ ਵੀ ਮੰਗ ਪੱਤਰ ਦੇ ਕੇ ਜਾਂ ਬਾਕੀ ਪਾਸਿਓਂ ਵੀ। ਪਰ ਤੁਸੀਂ ਦੇਖੋ ਕਿ ਇੱਕ ਪਾਸੇ ਇਕੱਤਰਤਾ ਹੋ ਰਹੀ ਸੀ, ਦੂਜੇ ਪਾਸੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਾਹਿਬ, ਉਹ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲੇ ਤੇ ਉੱਥੇ ਜਾ ਕੇ ਕਹਿੰਦੇ ਜੀ ਵੀ ਹਾਲਾਤ ਠੀਕ ਨਹੀਂ ਹੈ ਰਾਜਪਾਲ ਸਾਹਿਬ। ਤੁਸੀਂ ਦੇਖੋ ਕਿ ਜਿੱਦਾਂ ਅਮਰੀਕਾ ਦੇ ਟਵਿਨ ਟਾਵਰਸ ਦੇ ਉੱਤੇ ਹਮਲਾ ਹੋਇਆ ਸੀ ਪੈਂਟਾਗਨ ਤੇ, ਆ ਜਿਹੜਾ ਇੰਟੈਲੀਜੈਂਸ ਵਿੰਗ ਦੇ ਆਫਿਸ ਦੇ ਉੱਤੇ ਵੀ ਪੰਜਾਬ 'ਚ ਹਮਲਾ ਹੋਇਆ, ਉਹ ਪੰਜਾਬ ਦਾ ਪੈਂਟਾਗਨ ਹੀ ਆ। ਇਹ ਚੰਗੇ ਤਰੀਕੇ ਕਹਿੰਦੇ ਜੀ ਸਾਨੂੰ ਸਮਝਣ ਦੀ ਲੋੜ ਹੈ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਖੁਦ ਵੀ ਕਈ ਚੀਜ਼ਾਂ ਦਾ ਨੋਟਿਸ ਲਓ, ਹਾਲਾਤ ਠੀਕ ਨਹੀਂ, ਸਰਕਾਰ ਹਾਲਾਤ ਨੂੰ ਸਾਂਭੇ। ਤੇ ਜਦੋਂ ਮੁਲਾਕਾਤ ਕਰਕੇ ਆਏ ਬਾਹਰ, ਫਿਰ ਪੱਤਰਕਾਰਾਂ ਨੇ ਪੁੱਛਿਆ ਜੀ ਉੱਧਰਲੇ ਪਾਸੇ ਇਕੱਠ ਹੋ ਰਿਹਾ, ਤੁਸੀਂ ਕਹਿੰਦੇ ਹੋ ਕਿ ਆਹ ਹਾਲਾਤ ਮਾੜੇ। ਉਹ ਕਹਿੰਦੇ ਜੀ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਜਿਨ੍ਹਾਂ ਨੇ ਹੁਕਮ ਦਿੱਤਾ ਹੈ ਉਹ ਕਿਹਨਾਂ ਦੇ ਹੁਕਮਾਂ ਤੇ ਚੱਲਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਸਲ ਹੁਕਮ ਕਿਹਦਾ ਚੱਲਦਾ ਹੈ। ਯਾਨੀ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਭਾਈ ਇੱਦਾਂ ਹੀ ਨਹੀਂ ਕਿ ਤੁਸੀਂ ਇਕੱਠੇ ਹੋ ਕੇ ਕਹਿ ਦਿਓ ਕਿ ਛੱਡ ਦਈਏ। ਫਿਰ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਦਿਮਾਗੀ ਤਵਾਜ਼ਨ ਵਾਲੀਆਂ ਗੱਲਾਂ ਵੀ ਕੀਤੀਆਂ। ਜਾਣੀ ਇੱਕ ਪਾਸੇ ਜੇ ਇਹ ਇਕੱਠ ਹੋਇਆ ਸੀ ਤੇ ਦੂਜੇ ਪਾਸੇ ਲਿਖਤੀ ਰੂਪ ਦੇ ਵਿੱਚ ਇਸੇ ਗੱਲ ਦਾ ਵਿਰੋਧ ਰਵਨੀਤ ਸਿੰਘ ਬਿੱਟੂ ਸਾਹਿਬ ਅੰਦਰ ਕਰਕੇ ਜ਼ਰੂਰ ਆਏ ਹੋਣਗੇ। ਨਹੀਂ ਉਹ ਤਾਂ ਗੱਲ ਹੈਗੀ ਆ। ਅੱਛਾ, ਦੂਜੇ ਪਾਸੇ ਇੱਕ ਹੋਰ ਜਿਹੜੀ ਗੱਲ ਜਥੇਦਾਰ ਸਾਹਿਬ ਨੇ ਚੁੱਕੀ, ਉਹ ਕਹਿੰਦੇ ਕਿ ਵੀ ਹੁਣ ਭਾਰਤ ਦੇ ਵਿੱਚ ਬਹੁਤ ਦੇਰ ਪਹਿਲਾਂ ਤੋਂ ਸਿੱਖਾਂ ਦੇ ਕੋਲ ਘੱਟ ਗਿਣਤੀਆਂ ਦਾ ਦਰਜਾ। ਹੁਣ ਜੇ ਸਿੱਖ ਇੱਕ ਮਾਈਨੋਰਿਟੀ ਕੌਮ ਹੈ ਤੇ ਉਹ ਕਹਿੰਦੇ ਵੀ ਹੁਣ ਜੋ ਚਰਚਾਵਾਂ ਚੱਲਦੀਆਂ ਨੇ, ਜੋ ਕਹਿੰਦੇ ਜਥੇਦਾਰ ਸਾਹਿਬ ਵੀ ਸਾਡੇ ਤੱਕ ਪਹੁੰਚੀ ਗੱਲ ਵੀ ਸ਼ਾਇਦ ਇਹ ਜਿਹੜਾ ਮਾਈਨੋਰਿਟੀਜ਼ ਦਾ ਦਰਜਾ ਇਹਨੂੰ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਤੇ ਮੈਂ ਕਹਿੰਦੇ ਬੇਨਤੀ ਕਰਦਾ ਵੀ ਇਹਨੂੰ ਖਤਮ ਨਾ ਕੀਤਾ ਜਾਵੇ। ਹੁਣ ਦੂਸਰੇ ਪਾਸੇ ਜੇ ਆਪਾਂ ਉਹ ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨ ਦੀ ਗੱਲ ਕਰੀਏ ਤੇ ਇਕਬਾਲ ਸਿੰਘ ਲਾਲਪੁਰਾ ਸਾਹਿਬ ਹੈ, ਉਧਰੋਂ ਹੁਣ ਇਹ ਗੱਲ ਕਲੀਅਰ ਕੀਤੀ ਗਈ, ਉਹ ਕਹਿੰਦੇ ਵੀ ਇਹੋ ਜਿਹੀ ਗੱਲ ਕੋਈ ਨਹੀਂ। ਵਾਜਪਾਈ ਸਾਹਿਬ ਆਏ ਸੀ, ਵਾਜਪਾਈ ਸਾਹਿਬ ਨੇ ਉਦੋਂ ਤਰਲੋਚਨ ਸਿੰਘ ਹੋਣਾ ਨੂੰ ਲਾਇਆ ਸੀ ਨਾ ਚੇਅਰਮੈਨ। ਉਹ ਕਹਿੰਦੇ ਵੀ ਉਹਦੇ ਤੋਂ ਬਾਅਦ ਜਦੋਂ ਦੁਬਾਰਾ ਸਾਡਾ ਸਮਾਂ ਆਇਆ ਤੇ ਅਸੀਂ ਹੁਣ ਫਿਰ ਇੱਕ ਸਿੱਖ ਨੂੰ ਚੇਅਰਮੈਨ ਲਾਇਆ। ਲਾਲਪੁਰਾ ਸਾਹਿਬ ਉਹਦੇ ਚੇਅਰਮੈਨ ਨੇ, 2025 ਤੱਕ ਉਹਨਾਂ ਨੇ ਚੇਅਰਮੈਨ ਰਹਿਣਾ। ਤੇ ਹੋ ਸਕਦਾ ਕਿ ਜਥੇਦਾਰ ਸਾਹਿਬ ਤੱਕ ਕਿਸੇ ਨੇ ਜਿਹੜੀ ਵੀ ਇਹ ਇਨਫੋਰਮੇਸ਼ਨ ਪਹੁੰਚਾਈ ਹੋਵੇ ਉਹ ਠੀਕ ਨਾ ਹੋਵੇ, ਜਾਂ ਹੋ ਸਕਦਾ ਕਿ ਇਨਫੋਰਮੇਸ਼ਨ ਪਹੁੰਚਾਉਣ ਦੇ ਲਈ ਜਿਹੜੀ ਇਹ ਗੱਲ ਕੀਤੀ ਗਈ ਹੋਵੇ ਅਗਲੇ ਦੀ ਮਨਸ਼ਾ ਕੋ ਹੋਰ ਹੋਵੇ ਵੀ ਯਾਰ ਇਹੋ ਜਿਹੀ ਕੋਈ ਨਾ ਕੋਈ ਚੁਆਤੀ ਲਾ ਦਿਓ ਆਪੇ ਲੜਦੇ ਰਹਿਣਗੇ। ਵੀ ਇਹੋ ਜਿਹੀ ਦੇਸ਼ ਵਾਲੇ ਪਾਸਿਓਂ ਜਾਂ ਨੈਸ਼ਨਲ ਜਿਹੜਾ ਉਹ ਘੱਟ ਗਿਣਤੀ ਕਮਿਸ਼ਨ ਹੈ ਉਹਦੇ ਵਾਲੇ ਪਾਸਿਓਂ ਕੋਈ ਗੱਲਬਾਤ ਨਹੀਂ, ਨਾ ਸਰਕਾਰ ਵਾਲੇ ਪਾਸੇ। ਦੇਖੋ ਸੰਧਾਲੀਆ ਸਾਹਿਬ, ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸਮਾਗਮ ਕੀਤੇ ਗਏ, ਲਾਲ ਕਿਲ੍ਹੇ 'ਚ ਵੀ ਸਮਾਗਮ ਕੀਤਾ ਸਿੱਖ ਧਰਮ ਨਾਲ ਸੰਬੰਧਿਤ, ਉਹਦੇ ਤੋਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਭਾਵਨਾ ਗਈ ਹੈ ਕਿ ਭਾਈ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਇੱਧਰਲੇ ਪਾਸੇ ਸੁਹਿਰਦ ਰਹਿਣਾ ਚਾਹੁੰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਮੁਖੀ ਨੇ ਲਾਲਪੁਰਾ ਸਾਹਿਬ, ਜੇ ਉਹਨਾਂ ਨੇ ਤੁਰੰਤ ਰਿਐਕਟ ਕੀਤਾ ਤਾਂ ਵਧੀਆ ਕੀਤਾ, ਕਿਉਂਕਿ ਨਹੀਂ ਤਾਂ ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਕਈਆਂ ਨੇ ਉਸ ਬਿਆਨ ਦਾ ਜਿਹੜਾ ਉਹ ਕਹਿਣਾ ਸਮਰਥਨ ਕਰਨਾ ਸੀ ਕਿ ਜੇ ਇੱਦਾਂ ਹੀ ਆ। ਦੂਸਰੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੋਲਦੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਕਈ ਬਿਆਨ ਇੱਦਾਂ ਦੇ ਸੀ ਬੜੇ ਸਿੱਧੇ ਰੂਪ ਦੇ ਵਿੱਚ, ਐਨ ਸਿੱਧਾ। ਹੁਣ ਉਸ ਬਿਆਨ ਦੇ ਪਿੱਛੇ ਅੱਗੇ ਕੀ ਜਾਂਦਾ ਹੈ, ਪਿੱਛੇ ਕੀ ਧਾਰਨਾ ਰਹੀ ਹੈ, ਕੀ ਉਹਨਾਂ ਦੇ ਕੋਲੇ ਫੈਕਟ ਆਉਂਦੇ ਨੇ, ਉਹਦੇ ਤੋਂ ਬਾਅਦ ਕਾਰਵਾਈ ਕੀ ਹੁੰਦੀ ਹੈ। ਕਿ ਇਕੱਲਾ ਬਿਆਨ ਦੇਣ ਨਾਲ ਸਰਦਾ ਨਹੀਂ, ਜੇ ਬਿਆਨ ਦੇਣ ਨਾਲ ਸਰਦਾ ਹੁੰਦਾ ਤਾਂ ਹੁਣ ਤੱਕ ਸਰਜਣਾ ਸੀ। ਦੂਸਰੀ ਗੱਲ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਸੰਧਾਲੀਆ ਸਾਹਿਬ ਬਹੁਤਾ ਫਰਕ ਨਹੀਂ ਪੈਣਾ ਚਾਹੀਦਾ ਕਿ ਅੱਜ ਇੱਕ ਸਿੱਖ ਚਿਹਰਾ ਜਿਹੜਾ ਆ ਉਹਨਾਂ ਨੂੰ ਚੇਅਰਪਰਸਨ ਬਣਾਇਆ, ਕਿਉਂਕਿ ਘੱਟ ਗਿਣਤੀਆਂ ਤਾਂ ਦੇਸ਼ ਦੇ ਵਿੱਚ ਹੋਰ ਵੀ ਬਹੁਤ ਨੇ, ਫਾਰਸੀ ਨੇ, ਬੋਧੀ ਨੇ, ਜੈਨੀ ਨੇ, ਜਿੰਨੇ ਵੀ ਘੱਟ ਗਿਣਤੀਆਂ ਨੇ ਉਹ ਘੱਟ ਗਿਣਤੀਆਂ। ਇਹਦਾ ਮਤਲਬ ਇਹ ਨਹੀਂ ਕਿ ਜੇ ਸਿੱਖ ਘੱਟ ਗਿਣਤੀ ਕਮਿਸ਼ਨ ਦਾ ਚੇਅਰਪਰਸਨ ਹੈ ਤਾਂ ਸਿੱਖ ਸੁਰੱਖਿਅਤ ਮਹਿਸੂਸ ਕਰਨ, ਸਾਰੇ ਸੁਰੱਖਿਅਤ ਮਹਿਸੂਸ ਕਰਨ। ਜੇ ਕਿਸੇ ਹੋਰ ਭਾਈਚਾਰੇ ਚੋਂ ਘੱਟ ਗਿਣਤੀ ਭਾਈਚਾਰੇ ਦੇ ਵਿੱਚੋਂ ਜੇ ਕਿਸੇ ਨੂੰ ਚੇਅਰਪਰਸਨ ਲਾਇਆ ਉਦੋਂ ਵੀ ਸਿੱਖ ਠੀਕ ਮਹਿਸੂਸ ਕਰਨ, ਕਿਸੇ ਨੂੰ ਇਦਾਂ ਨਾ ਹੋਵੇ। ਕਿਉਂਕਿ ਸਿੱਧੇ ਰੂਪ ਦੇ ਵਿੱਚ ਦੇਸ਼ ਧਰਮ ਨਿਰਪੱਖ ਹੈ, ਧਰਮ ਨਿਰਪੱਖਤਾ ਦਾ ਸਰੂਪ ਬਰਕਰਾਰ ਰਹਿਣਾ ਚਾਹੀਦਾ। ਸਰਕਾਰ ਜਿਹੜੀ ਹੈ, ਕਿਉਂਕਿ ਆਪਾਂ ਬਾਰ-ਬਾਰ ਗੱਲ ਕਰਦੇ ਹੁੰਦੇ ਆ, ਸਾਡੇ ਕੋਲ ਦੇਸ਼ ਦੇ ਵਿੱਚ ਆਪਸ ਵਿੱਚ ਲੜਨ ਦਾ ਸਮਾਂ ਹੈ ਹੀ ਨਹੀਂ। ਸ਼੍ਰੀਲੰਕਾ ਦੇ ਵਿੱਚ ਤੁਸੀਂ ਦੇਖੋ ਕਿ ਕਿੱਡੀ ਵੱਡੀ ਜਦੋਜਹਿਦ ਚੱਲ ਰਹੀ ਹੈ। ਪਾਕਿਸਤਾਨ ਦਾ ਆਪਾਂ ਜ਼ਿਕਰ ਕੱਲ ਕੀਤਾ ਸੀ, ਰੂਸ ਤੇ ਚੀਨ ਇਧਰਲੇ ਪਾਸੇ, ਪਾਕਿਸਤਾਨ ਜਿਸ ਤਰੀਕੇ ਇਕੱਠੇ ਨੇ ਐਨ ਇਦਾਂ ਹੋਏ ਪਏ ਆ, ਉਹਦੇ ਤੋਂ ਬਾਅਦ ਸਾਨੂੰ ਹੋਰ ਵੀ ਜ਼ਿਆਦਾ ਸੁਹਿਰਦ ਰਹਿਣਾ ਪਊਗਾ।
ਦੁਨੀਆ ਭਰ ਦੇ ਵਿੱਚ ਤੁਸੀਂ ਦੇਖੋ ਕਿ ਤੇਲ ਦੀਆਂ ਕੀਮਤਾਂ ਉੱਪਰ ਜਾ ਰਹੀਆਂ, ਆਪਣੇ ਕਦੇ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਹੈ, ਕਦੇ ਕਿਸੇ ਪਾਸੇ ਸੋਕਾ ਪੈ ਜਾਂਦਾ, ਕਦੇ ਕਣਕ ਦੇ ਦਾਣੇ ਸੁੰਗੜ ਜਾਂਦੇ ਆ, ਤੇ ਕਦੇ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਹੈ। ਸਾਡੇ ਲਈ ਚੁਣੌਤੀਆਂ ਐਸੀਆਂ ਨੇ ਕਿ ਅਸੀਂ ਭਾਰਤ ਦੇ ਜਿੰਨੇ ਵੀ ਲੋਕ ਆ, ਉਹ ਧਰਮ ਕੀ ਹੈ, ਕਿਸੇ ਦੀ ਜਾਤੀ ਕੀ ਹੈ, ਕਿਸੇ ਦਾ ਸੂਬਾ ਕੀ ਹੈ, ਕਿਸੇ ਦੀ ਭਾਸ਼ਾ ਕੀ ਹੈ, ਸਾਡੇ ਲਈ ਮਜਬੂਰੀ ਵੀ ਹੈ ਤੇ ਸਾਡੇ ਲਈ ਜ਼ਰੂਰੀ ਵੀ ਕਿ ਅਸੀਂ ਇਕੱਠੇ ਹੋ ਕੇ ਪਹਿਲਾਂ ਭਾਰਤ ਦੀਆਂ ਸਮੱਸਿਆਵਾਂ ਦੂਰ ਕਰੀਏ, ਕਿ ਜੇ ਅਸੀਂ ਆਪਸ ਵਿੱਚ ਕੋਈ ਨਫ਼ਰਤ ਕੋਈ ਬੈਰ ਭਾਵ ਰੱਖ ਕੇ ਚੱਲਾਂਗੇ ਉਹਦੇ ਨਾਲ ਕੰਮ ਸੂਤਰ ਨਹੀਂ ਜੇ ਆਉਣਾ। ਦੇਖੋ ਇੱਕ ਗੱਲ ਤੇ ਸਮਝਣ ਵਾਲੀ ਆ ਵੀ ਜਦੋਂ ਆਪਾਂ ਪਿੱਛੇ ਚਲੇ ਜਾਈਏ, ਪੁਰਾਣੀ ਗੱਲ ਕਰ ਲਈਏ ਨਾ, ਤੇ ਭਾਰਤ ਨੂੰ ਕਿਹਾ ਜਾਂਦਾ ਵੀ ਗੁਲਦਸਤਾ, ਤੇ ਗੁਲਦਸਤਾ ਜਿਹੜਾ ਉਹਦੇ ਵਿੱਚ ਅਲੱਗ-ਅਲੱਗ ਕਿਸਮ ਦੇ ਫੁੱਲ ਹੁੰਦੇ ਆ, ਫੇਰ ਹੀ ਸੋਹਣਾ ਲੱਗਦਾ ਉਹ। ਇਹਦੇ ਬਾਰੇ ਵੀ ਕਿਹਾ ਜਾਂਦਾ ਵੀ ਦੇਖੋ ਜੀ ਇੱਕ ਦੇਸ਼ ਆ, ਜਿਸ ਦੇਸ਼ ਦੇ ਅਲੱਗ-ਅਲੱਗ ਸਟੇਟ ਨੇ, ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਉਹ ਕਹਿ ਲਓ ਕਿ ਵੀ ਕਲਚਰ ਆ, ਉਹਦੇ ਵਿੱਚ ਅਲੱਗ ਬੋਲੀ ਆ, ਅਲੱਗ ਪਹਿਰਾਵਾ ਆ, ਉਹਨਾਂ ਦਾ ਅਲੱਗ ਧਰਮ ਹੋ ਸਕਦਾ ਜਾਂ ਮੰਨਣ ਦਾ ਤਰੀਕਾ ਅਲੱਗ ਹੋ ਸਕਦਾ। ਉਹ ਸਾਰੇ ਕੁਝ ਅਲੱਗ-ਅਲੱਗ ਖਾਣਿਆਂ ਦੇ ਨਾਲ ਰਹਿ ਕੇ ਫਿਰ ਵੀ ਜਿੱਥੇ ਵੀ ਕਿਸੇ ਨੂੰ ਪੁੱਛਣ ਜਾਓ, ਹੋ ਸਕਦਾ ਵੀ ਉਹ ਬੋਲੀ ਵੱਖ ਬੋਲਦਾ ਹੋਵੇ, ਪਰ ਉਹ ਗੱਲ ਇੱਕ ਦੇਸ਼ ਦੀ ਕਰਦਾ, ਇੱਕ ਦੇਸ਼ ਯਾਨੀ ਭਾਰਤ। ਹੁਣ ਸਵਾਲ ਇਹ ਆ ਵੀ ਜੇ ਤੇ ਆਪਾਂ ਉਹ ਸਾਰਿਆਂ ਵੱਖ-ਵੱਖ ਰੰਗਾਂ ਨੂੰ ਸੰਭਾਲ ਕੇ ਰੱਖ ਲਵਾਂਗੇ ਤੇ ਉਹਦੇ ਨਾਲ ਉਹ ਜਿਹੜਾ ਗੁਲਦਸਤਾ ਸੋਹਣਾ ਵੀ ਰਹੂਗਾ, ਮਜ਼ਬੂਤ ਵੀ ਰਹੂਗਾ। ਤੇ ਜੇ ਆਪਾਂ ਉਹਨੂੰ ਹੌਲੀ-ਹੌਲੀ ਕਿਸੇ ਪਾਸਿਓਂ ਪਲੀਤ ਕਰਨ ਲੱਗ ਪਏ ਤੇ ਇਹ ਨਾ ਹੋਵੇ ਵੀ ਅਗਲੇ ਬੰਦੇ ਨੂੰ ਜਿੱਥੇ ਇਹ ਲੱਗਦਾ ਸੀ ਵੀ ਮੈਂ ਆ, ਮੇਰਾ ਦੇਸ਼ ਆ, ਉੱਥੇ ਉਹਨੂੰ ਸਿਰਫ ਤੇ ਸਿਰਫ ਇਸ ਚੀਜ਼ ਦਾ ਥਾਟ ਚੱਲਦਾ ਰਿਹਾ ਵੀ ਯਾਰ ਮੈਂ ਆ, ਮੇਰੀ ਹੋਂਦ ਆ ਤੇ ਮੈਨੂੰ ਬਚਾਉਣਾ ਕਿੱਦਾਂ, ਇੱਕ ਟਸਲ ਪੈਦਾ ਹੋ ਗਈ ਨਾ। ਉਹਦੇ 'ਚ ਇੱਕ ਚੀਜ਼ ਇਹ ਵੀ ਆਪਾਂ ਬੇਨਤੀ ਕਰ ਸਕਦੇ ਹਾਂ ਕਿ ਵੀ ਕਿਸੇ ਵੇਲੇ ਹੁੰਦਾ ਨਾ ਬੰਦੇ ਨੂੰ ਮਾਣ ਹੁੰਦਾ, ਅਗਲੇ ਨੂੰ ਲੱਗਦਾ ਵੀ ਮੇਰਾ ਯਾਰ ਮੇਰਾ ਫਲਾਨਾ ਸਰੂਪ ਆ, ਜਾਂ ਮੇਰੀ ਫਲਾਨੀ ਕੌਮ ਆ, ਜਾਂ ਮੇਰਾ ਫਲਾਨੀ ਜਾਤ ਆ, ਜਾਂ ਮੇਰਾ ਫਲਾਨਾ ਧਰਮ ਹੈ, ਇਸ ਕਰਕੇ ਸਾਡੇ 'ਚ ਆਹ ਖਾਸੀਅਤ ਹੈ। ਤੇ ਉਹਦੀ ਉਸ ਖਾਸੀਅਤ ਦੀ ਜੇ ਰਿਸਪੈਕਟ ਕੀਤੀ ਜਾਵੇ ਤੇ ਉਹ ਦੇਸ਼ ਦੇ ਹੀ ਕੰਮ ਆਉਣੀ ਹੈ। ਤੇ ਜੇ ਆਪਾਂ ਉਹਦੇ ਖਾਸੀਅਤ ਦੀ ਰਿਸਪੈਕਟ ਨਹੀਂ ਕਰਾਂਗੇ, ਅਗਲੇ ਨੂੰ ਲੱਗੂਗਾ ਵੀ ਯਾਰ ਮੇਰੀ ਇਸ ਚੀਜ਼ ਦੀ ਕੋਈ ਵੈਲਿਊ ਹੀ ਹੈ ਨਹੀਂ, ਤੇ ਅਗਲਾ ਬੰਦਾ ਸਗੋਂ ਇੱਕ ਤੇ ਉਹ ਹੀਣ ਭਾਵਨਾ ਦਾ ਸ਼ਿਕਾਰ ਹੋਊਗਾ, ਪਲੱਸ ਉਹਦੀ ਆਪਣਤ ਦੂਰ ਹੋਊਗੀ। ਜੇ ਆਪਣਤ ਦੂਰ ਹੋਊਗੀ ਤੇ ਫਿਰ ਉਹੀ ਗੁਲਦਸਤਾ ਜਿਹੜਾ ਖਿੰਡਣਾ ਸ਼ੁਰੂ ਹੋ ਜੂ। ਸੰਧਾਲੀਆ ਸਾਹਿਬ, ਇਸ ਵੇਲੇ ਕੋਵਿਡ ਸਾਡੇ ਕੋਲੇ ਬਹੁਤ ਵੱਡੀ ਐਗਜ਼ਾਮਪਲ ਹੈ। ਇਹਦੇ ਤੋਂ ਚੰਗੀ ਉਦਾਹਰਣ, ਵਧੀਆ ਉਦਾਹਰਣ, ਠੋਸ ਉਦਾਹਰਣ ਮੈਂ ਨਹੀਂ ਕਹਿੰਦਾ ਕਿ ਕੋਵਿਡ ਚੰਗਾ, ਪਰ ਕਈ ਵਾਰੀ ਹੁੰਦਾ ਨਾ ਕਈ ਚੀਜ਼ਾਂ ਤੁਹਾਨੂੰ ਝੰਜੋੜਨ ਆਉਂਦੀਆਂ। ਕੋਈ ਬੰਦਾ ਇਦਾਂ ਬੈਠਾ ਹੋਵੇ, ਕਈ ਵਾਰੀ ਨਿਆਣਾ ਪੜ੍ਹਦਾ ਹੁੰਦਾ, ਪੜ੍ਹਦੇ ਉਹ ਕੁਛ ਹੋਰ ਹੀ ਘੁੱਗੂ ਘੋੜੇ ਜਿਹਾ ਮਲ ਪੈਂਦਾ, ਤੇ ਆਣ ਕੇ ਉਹਨੂੰ ਕੋਮੋਡਾ ਹਿਲਾਉਂਦਾ, ਝੰਜੋੜਦਾ ਕਿ ਤੈਨੂੰ ਪੜ੍ਹਨ ਬਿਠਾਇਆ, ਘੁੱਗੂ ਘੋੜੇ ਬਣਾਉਣ ਨਹੀਂ ਬਿਠਾਇਆ। ਮੈਨੂੰ ਲੱਗਦਾ ਕਿ ਕੋਵਿਡ ਨੇ ਸਾਨੂੰ ਦੱਸਿਆ ਕਿ ਘੁੱਗੂ ਘੋੜੇ ਨਾ ਬਣਾਓ। ਜਦੋਂ ਵਾਇਰਸ ਆਇਆ ਸੀ, ਜੇ ਹਸਪਤਾਲਾਂ ਦੇ ਵਿੱਚ ਮੰਜਿਆਂ ਦੀ ਘਾਟ ਸੀ, ਬਿਸਤਰਿਆਂ ਦੀ ਘਾਟ ਸੀ, ਡਾਕਟਰਾਂ ਦੀ ਘਾਟ ਸੀ, ICU ਦੀ ਘਾਟ ਸੀ, ਆਕਸੀਜਨ ਦੀ ਘਾਟ ਸੀ, ਉਹ ਸਾਰਿਆਂ ਲਈ ਸੀ। ਉਹ ਕੋਵਿਡ ਨੇ ਸਾਨੂੰ ਇਹ ਦੱਸ ਦਿੱਤਾ ਕਿ ਭਾਈ ਸਾਰੇ ਜਗ੍ਹਾ ਦੇ ਉੱਤੇ ਮੌਤਾਂ ਹੋਈਆਂ, MP ਨਹੀਂ ਰਹੇ, ਕਈ MLA ਨਹੀਂ ਰਹੇ, ਮੰਤਰੀ ਤੱਕ ਚਲੇ ਗਏ ਦੁਨੀਆ ਤੋਂ। ਤੁਸੀਂ ਇਹ ਦੇਖੋ ਕਿ ਜੇ ਅਸੀਂ ਉਹਨਾਂ ਅਲਾਮਤਾਂ ਦੇ ਨਾਲ ਸਿੱਝਣਾ ਕਿ ਅਸੀਂ ਆਪਸ ਦੇ ਵਿੱਚ ਆਪਣੇ ਧਰਮ ਦੇ ਵਿੱਚ ਪੱਕੇ ਰਹੋ, ਜਿੰਨੇ ਪੱਕੇ ਰਹਿ ਸਕਦੇ ਰਹੋ, ਸਵੇਰੇ ਸ਼ਾਮ ਪਾਠ ਪੂਜਾ ਜਿੱਥੇ ਤੁਹਾਡਾ ਮਨ ਕਰਦਾ ਉਹ ਕਰੋ, ਪਰ ਦੂਜਿਆਂ ਦਾ ਸਤਿਕਾਰ ਕਰੋ ਕਿ ਭਾਈ ਮੇਰਾ ਧਰਮ ਬਹੁਤ ਵਧੀਆ, ਮੈਂ ਆਪਣੇ ਧਰਮ ਨੂੰ ਮੰਨਦਾ, ਯਾਰ ਤੇਰਾ ਧਰਮ ਵੀ ਬੜਾ ਵਧੀਆ, ਤੂੰ ਆਪਦੇ ਨੂੰ ਮੰਨ, ਆ ਰੋਟੀ ਇਕੱਠੇ ਬਹਿ ਕੇ ਖਾਂਦੇ ਆ, ਆਪਾਂ ਚਾਹ ਇੱਕੋ ਹੀ ਖੋਖੇ ਤੋਂ ਪੀਣੀ ਹੈ। ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ ਇਸ ਵੇਲੇ ਉਦੋਂ ਕੀ ਸੀ, ਜੇ ਨਹੀਂ ਸੀ ਬਾਜ਼ਾਰ ਬੰਦ ਸੀ ਤੇ ਸਾਰਿਆਂ ਲਈ ਬੰਦ ਸੀ, ਜੇ ਸਮਾਨ ਨੇ ਫਲਾਈਟਾਂ ਬੰਦ ਸੀ ਤੇ ਸਾਰਿਆਂ ਲਈ ਬੰਦ ਸੀ। ਮੈਂ ਇਹ ਵੀ ਬੇਨਤੀ ਕਰਾਂ, ਉਹ ਜਿਹੜੇ 10 ਕੁ ਦਿਨ ਸੀ ਜਦੋਂ ਆਕਸੀਜਨ ਦਾ ਸਿਲੰਡਰ ਨਹੀਂ ਸੀ ਲੱਭਦਾ, ਲੋਕ ਮੋਢਿਆਂ ਤੇ ਰੱਖ ਕੇ ਬਲੈਕ 'ਚ ਭੱਜੇ ਫਿਰਦੇ ਸੀ ਵੀ ਯਾਰ ਜਿੰਨੇ ਹਜ਼ਾਰ ਦਾ ਵੀ ਲੱਭਦਾ ਸਾਨੂੰ ਦੇ ਦਿਓ ਜੀ। ਜੇ ਮੰਨ ਲਓ ਵੀ ਉੱਥੇ ਕੋਈ ਇੱਕ ਧਰਮ ਵਾਲੇ ਬੰਦੇ ਦਾ ਮਰੀਜ਼ ਪਿਆ ਤੇ ਅਗਲਾ ਕਹਿੰਦਾ ਵੀ ਸਿਲੰਡਰ ਤੇ ਮਿਲਦਾ ਤੇ ਇੰਨੇ ਕੁ ਦਾ ਮਿਲ ਜੂ, ਪਰ ਉਹ ਹੈ ਕਿਸੇ ਹੋਰ ਧਰਮ ਦਾ ਬੰਦਾ, ਕਿਸੇ ਨੇ ਪੁੱਛਿਆ ਉਦੋਂ ਵੀ ਯਾਰ ਇੱਧਰ ਆਪਣਾ ਮਰੀਜ਼ ਮਰਨ ਡਿਆ ਤੇ ਮੈਂ ਉਹਦੇ ਕੋਲੋਂ ਸਿਲੰਡਰ ਲੈਣ ਨਹੀਂ ਜਾਣਾ ਕਿਉਂਕਿ ਫਲਾਣੇ ਧਰਮ ਦਾ, ਕਿਉਂਕਿ ਉਦੋਂ ਆਪਣੇ ਤੇ ਪਈ ਸੀ। ਉਦੋਂ ਜਿਹੜਾ ਬੰਦਾ ਉਹ ਜ਼ਹਿਰ ਉਗਲਣ ਵਾਲਾ ਉਹ ਵੀ ਚੁੱਪ ਸੀ ਵੀ ਨਹੀਂ ਯਾਰ ਕੱਲ ਨੂੰ ਮੇਰੇ ਨੂੰ ਵੀ ਲੋੜ ਪੈ ਸਕਦੀ। ਜਦੋਂ ਉਹਨੇ ਵੇਖਿਆ ਵੀ ਸਾਰਾ ਕੁਝ ਸੈਟਲ ਹੋ ਗਿਆ, ਫਿਰ ਉਹਨੂੰ ਲੱਗਦਾ ਵੀ ਓਕੇ ਹੁਣ ਦਿਓ ਬਿਆਨ ਜੀ। ਇਹ ਜ਼ਰੂਰ ਮੇਰੇ ਖਿਆਲ ਨਾਲ ਹਰੇਕ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਵੀ ਯਾਰ ਜਦੋਂ ਲੋੜ ਪੈਂਦੀ ਹੈ ਨਾ, ਉਦੋਂ ਅੱਜ ਦੀ ਡੇਟ ਜੇ ਮੰਨ ਲਓ ਕਿਸੇ ਨੂੰ ਕਹੇ ਵੀ ਫਲਾਨੀ ਆਪਾਂ ਨੂੰ ਕਿਸਮ ਦਾ ਬਲੱਡ ਚਾਹੀਦਾ, ਵੀ ਫਲਾਨਾ ਗਰੁੱਪ ਚਾਹੀਦਾ, ਜਦੋਂ ਪਤਾ ਹੋਏ ਨਾ ਵੀ ਸਾਹਮਣੇ ਅਗਲੇ ਦੇ ਸਾਹ ਜਾਣ ਡਿਆ, ਤੇ ਉਦੋਂ ਕੋਈ ਉੱਥੇ ਥੈਲੀ ਜਿਹੜੀ ਲਹੂ ਦੀ ਆ ਕੇ ਤੇ ਉੱਥੇ ਕੋਈ ਇਹ ਨਹੀਂ ਪੜਦਾ ਵੀ ਇਹ ਕਿਹੜੇ ਧਰਮ ਦਾ ਬਈ ਫਿਰ ਚਾੜਿਓ ਇਹਨੂੰ ਜੀ। ਸੋ ਉਹ ਗੱਲਾਂ ਜ਼ਰੂਰ ਹਮੇਸ਼ਾ ਸਾਹਮਣੇ ਰੱਖਣੀਆਂ ਚਾਹੀਦੀਆਂ ਵੀ ਜੋ ਆਪਾਂ ਨੂੰ ਜਦੋਂ ਉੱਥੇ ਲੋੜ ਆ ਉੱਥੇ ਆਪਣੇ ਧਰਮ ਦੀ ਸਮਝ ਨਹੀਂ ਆਉਂਦੀ ਗੱਲ ਦੀ, ਤੇ ਫਿਰ ਬਾਅਦ ਜਦੋਂ ਆਪਾਂ ਸੌਖੇ ਹੁੰਦੇ ਉਦੋਂ ਕਿਉਂ ਆਉਂਦੀ ਹੈ। ਨਹੀਂ, ਇਹ ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ ਜਾਂਦੇ ਜਾਂਦੇ ਇੱਕ ਗੱਲ ਜਿਹੜੀ ਆਪਾਂ ਜ਼ਰੂਰ ਹੁਣ ਕਰ ਲੈਣੀ ਹੈ ਕਿ 2373 ਨਿਯੁਕਤੀ ਪੱਤਰ ਦਿੱਤੇ ਗਏ ਆ। ਭਗਵੰਤ ਮਾਨ ਹੋਰੀ ਆਪ ਗਏ ਸੀ, ਉਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਬੰਦੇ ਸੀ, ਕੋਈ ਕਿਤੇ 200, ਕੋਈ 250, ਕਿਤੇ 70। ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਸੰਬੋਧਨ ਕੀਤਾ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਜੀ ਦੇਖੋ ਪਹਿਲੀ ਗੱਲ ਹੈ ਜਿਹੜੀ ਮੈਨੂੰ ਇੰਪੋਰਟੈਂਟ ਗੱਲ ਉਹਦੇ ਵਿੱਚੋਂ ਲੱਗੀ ਕਿ ਉਹਨਾਂ ਨੇ ਕਿਹਾ ਜੀ ਧਰਨੇ ਲੱਗ ਰਹੇ ਆ, ਮੇਰੇ ਘਰ ਦੇ ਮੂਹਰੇ ਵੀ ਧਰਨੇ ਲਾ ਲੈਂਦੇ ਆ, ਕਿਸੇ ਹੋਰ ਮੰਤਰੀ ਦੇ ਘਰ ਮੂਹਰੇ ਵੀ ਸਾਡੇ ਨੌਜਵਾਨ, ਤੇ ਕਹਿੰਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਅਜੇ 2 ਮਹੀਨੇ ਮੁਕੰਮਲ ਨਹੀਂ ਹੋਏ, ਤੁਹਾਡੀਆਂ ਭਰਤੀਆਂ ਲਟਕੀਆਂ ਸਾਨੂੰ ਪਤਾ, ਪ੍ਰੋਸੈਸ ਤੁਹਾਡਾ ਅਧੂਰਾ ਪਿਆ ਸਾਨੂੰ ਪਤਾ ਹੈ,
ਥੋੜ੍ਹਾ ਜਿਹਾ ਸਮਾਂ ਦਿਓ, ਤੁਹਾਡੀਆਂ ਭਰਤੀਆਂ ਮੁਕੰਮਲ ਕਰਾਂਗੇ, ਤੁਹਾਨੂੰ ਨਿਯੁਕਤੀ ਪੱਤਰ ਦੇਵਾਂਗੇ। ਉਹ ਕਹਿੰਦੇ ਜੀ 2373 ਬੰਦਿਆਂ ਨੂੰ ਅਸੀਂ 2 ਮਹੀਨਿਆਂ ਦੇ ਅੰਦਰ ਅੰਦਰ ਨਿਯੁਕਤੀ ਪੱਤਰ ਦੇ ਦਿੱਤੇ, ਹਰ ਹਫਤੇ ਦਿਆ ਕਰਨੇ ਆ, 10 ਦਿਨੀ 12 ਦਿਨੀ। ਕਈ ਨੌਜਵਾਨ ਸੀ ਜਿਹੜੇ ਪਹਿਲਾਂ ਮੈਸੇਜ ਕਰਦੇ ਹੁੰਦੇ ਜੀ ਸਾਡੇ ਪੁੱਛ, ਕੋਈ ਕਹਿੰਦਾ ਜੀ ਉਹ ਸਾਡਾ ਰਿਜ਼ਲਟ ਆ ਗਿਆ, ਕੋਈ ਕਹਿੰਦੇ ਜੀ ਨਹੀਂ ਉਹ ਸਾਡੀ ਕਾਉਂਸਲਿੰਗ ਦਾ ਸਕੈਜੂਲ ਆ ਗਿਆ, ਸ਼ਡਿਊਲ ਕਿ ਭਾਈ ਇੰਨੀ ਤਰੀਕ ਨੂੰ ਹੋਣੀ ਹੈ। ਉਹ ਕੰਮ ਜੇ ਤੁਰ ਪਿਆ, ਅਸੀਂ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਦੇ ਬੋਲ ਆਪਣੇ ਉਹ ਪੁਗਾ ਜਾਣ, ਕਿਉਂਕਿ ਜਦੋਂ ਨਵੀਆਂ ਭਰਤੀਆਂ ਆਪਾਂ ਕੱਢਣੀਆਂ ਛੇਤੀ ਲੋੜ ਹੈ ਉਹਨਾਂ ਦੀ, ਕਿਉਂਕਿ ਨੌਜਵਾਨ ਵਿਹਲੇ ਆ, ਬੇਰੁਜ਼ਗਾਰ ਨੇ। ਤੇ ਦੂਜੇ ਪਾਸੇ ਜਦੋਂ ਨਵੀਆਂ ਭਰਤੀਆਂ ਨਿਕਲਦੀਆਂ ਤਾਂ ਪੁਰਾਣੇ ਨੂੰ ਹੁੰਦਾ ਯਾਰ ਅਸੀਂ ਤਾਂ ਪੇਪਰ ਵੀ ਦੇ ਦਿੱਤਾ, ਪਾਸ ਵੀ ਹੋ ਗਏ, ਫਿਜ਼ੀਕਲ ਟੈਸਟ ਵੀ ਪਾਸ ਕਰ ਲਿਆ, ਸਾਡੀ ਕਾਉਂਸਲਿੰਗ ਵੀ ਹੋ ਗਈ, ਸਾਡੇ ਡਾਕੂਮੈਂਟ ਵੀ ਉਹਨਾਂ ਨੇ ਵੈਰੀਫਾਈ ਕਰ ਲਿਆ ਕਿ ਠੀਕ ਕਾਲਜਾਂ, ਯੂਨੀਵਰਸਿਟੀਆਂ, ਬੋਰਡਾਂ ਤੋਂ, ਮਾਨਤਾ ਪ੍ਰਾਪਤ ਬੋਰਡਾਂ ਤੋਂ ਪੜ੍ਹੇ ਹੋਏ ਨੇ, ਸਾਨੂੰ ਸਿਰਫ ਨਿਯੁਕਤੀ ਪੱਤਰ ਦੇਣਾ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਹੁਣ ਸੰਧਾਲੀਆ ਸਾਹਿਬ, ਜੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਛੇਤੀ ਪੂਰੀ ਕਰਾਂਗੇ, ਉਹਨਾਂ ਨੂੰ ਧਰਵਾਸ ਮਿਲੂਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ ਕਿ ਭਾਈ ਰੱਖ ਲਿਆ ਤੁਹਾਨੂੰ, ਤਨਖਾਹ ਮਿਲੂਗੀ, ਪਰ ਕੰਮ ਕਰਨਾ ਪਊਗਾ, ਬਦਲੀਆਂ ਲਈ ਪੈਸੇ ਨਹੀਂ ਦੇਣੇ ਪੈਣਗੇ, ਬਦਲੀਆਂ ਲਈ ਸਿਫਾਰਸ਼ਾਂ ਨਹੀਂ ਲੱਭਣੀਆਂ ਪੈਣਗੀਆਂ, ਪਰ ਕੰਮ ਕਰਕੇ ਦਿਖਾਇਓ। ਜੇ ਬਦਲੀਆਂ ਬਿਨਾਂ ਸਿਫਾਰਸ਼ਾਂ ਪੈਸਿਆਂ ਤੋਂ ਹੋ ਗਈਆਂ, ਫਿਰ ਕੰਮ ਕਰਕੇ ਵੀ ਦਿਖਾਉਣਾ ਚਾਹੀਦਾ। ਜਿਹੜਾ ਨਹੀਂ ਕਰਦਾ ਫਿਰ ਕੋਈ ਗੱਲ ਨਹੀਂ, ਆਹ ਮੱਖਣ ਹੁੰਦਾ, ਮੱਖਣ ਚ ਵਾਲ ਹੁੰਦਾ, ਬੀਬੀਆਂ ਐਂ ਕੱਢ ਕੇ ਪਰੇ ਰੱਖ ਦਿੰਦੀਆਂ ਜੀ। ਇਹ ਤੇ ਦੇਖੋ ਬੜੀ ਕਲੀਅਰ ਕੱਟ ਗੱਲ ਬਣ ਗਈ ਪਿਛਲੇ ਦਿਨੀ, ਹਾਲਾਂਕਿ ਚਲੋ ਉਹ ਵਾਲਾ ਜਿਹੜਾ ਮਸਲਾ ਉਹ ਤੇ ਹੁਣ ਉਹਨਾਂ ਨੇ ਸਮੇਟ ਲਿਆ, ਪਰ ਉਦੋਂ ਇੱਕ ਸੋਸ਼ਲ ਮੀਡੀਆ ਤੇ ਮੁਹਿੰਮ ਨਹੀਂ ਚੱਲ ਪਈ ਸੀ ਵੀ ਉਹ ਕਹਿੰਦੇ ਜੀ ਫਲਾਨਾ ਬੰਦਾ ਧਰਨਾ ਲਾਉਂਦਾ ਜੀ, ਉਹ ਜੀ ਐਂ ਜੀ ਐਂ ਜੀ ਅਸੀਂ ਕੰਮ ਨਹੀਂ ਕਰਨਾ। ਨਾਲ ਹੀ ਲੋਕਾਂ ਨੇ ਆਪਣੇ ਨਾਂ ਨੰਬਰ ਲਿਖ ਕੇ ਪਾਉਣੇ ਸ਼ੁਰੂ ਕਰਦੇ ਜੀ, ਮੈਂ ਫਲਾਨਾ, ਬਾਇਓਡਾਟਾ ਨਹੀਂ ਹੁੰਦਾ ਜਾਂ CV ਵੀ ਮੈਂ ਫਲਾਨਾ, ਆ ਮੇਰਾ ਨੰਬਰ, ਆ ਮੇਰਾ ਪਿੰਡ, ਆ ਮੇਰੀ ਐਜੂਕੇਸ਼ਨ, ਮੈਨੂੰ ਫਲਾਨਾ ਕੰਮ ਦੇ ਦਿਓ, ਮੈਂ ਇੰਨੇ ਕੁ ਪੈਸਿਆਂ 'ਚ ਇੰਨੇ ਤੋਂ ਇੰਨੇ ਕੰਮ ਕਰੂੰ, ਜੇ ਨਾ ਕਰੂੰ ਤਾਂ ਕਿ। ਇਹਦਾ ਮਤਲਬ ਇਹ ਹੋ ਗਿਆ ਵੀ ਕੰਪੀਟੀਸ਼ਨ ਤੇ ਜੇ ਪ੍ਰਾਈਵੇਟ ਸੈਕਟਰ ਕੰਪੀਟੀਸ਼ਨ ਲੱਭਦਾ, ਅਗਲਾ ਕਹਿੰਦਾ ਵੀ ਯਾਰ ਮੈਨੂੰ ਯੋਗ ਬੰਦਾ ਚਾਹੀਦਾ ਜਿਹੜਾ ਮੇਰੇ ਦੇ ਫਿੱਟ ਹੋਵੇ। ਇਹਦਾ ਮਤਲਬ ਇਹ ਸਰਕਾਰ ਵੀ ਹੌਲੀ ਹੌਲੀ ਉਸ ਪਾਸੇ ਨੂੰ ਤੁਰ ਪਈ ਵੀ ਸਾਨੂੰ ਯੋਗ ਬੰਦਾ ਚਾਹੀਦਾ, ਵੀ ਵੀਰ ਮੇਰੇ ਉਹ ਪੈਸੇ ਪੂਰੇ ਤੇ ਕੰਮ ਹੀ ਪੂਰਾ। ਹੁਣ ਇਹ ਗੱਲ ਠੀਕ ਕੀਤੀ ਉਹਨਾਂ ਨੇ ਵੀ ਉਹ ਕਹਿੰਦੇ ਵੀ ਦੇਖੋ ਜੇ ਅਸੀਂ ਕਾਹਲੀ ਕਰਾਂਗੇ ਤੇ ਯਾਰ ਕੱਲ੍ਹ ਨੂੰ ਫੇਰ ਅਦਾਲਤ 'ਤੇ ਕੋਈ ਕੇਸ ਫਸ ਗਿਆ, ਤੇ ਕੇਸ ਤੁਹਾਨੂੰ ਪਤਾ ਸਾਲਾਂ ਬੱਧੀ ਨਹੀਂ ਨਿਬੜਦੇ ਹੁੰਦੇ, ਫਿਰ ਤੁਸੀਂ ਤੰਗ ਹੋਣਾ। ਉਹਦੇ ਨੂੰ ਚੰਗਾ ਵੀ ਤੁਸੀਂ ਥੋੜ੍ਹੀ ਜਿਹੀ ਬ੍ਰੇਕ ਲਾਓ, ਅਸੀਂ ਆਪਣੇ ਹਿਸਾਬ ਨਾਲ ਛਾਣ ਕੇ ਸਾਰਾ ਕੁਝ ਹੌਲੀ ਹੌਲੀ ਕਰੀ ਜਾਂਦੇ ਹਾਂ। ਤੇ ਜੇ ਅਗਲੀਆਂ ਨੂੰ ਜਿਨ੍ਹਾਂ ਦੀਆਂ ਨਿਯੁਕਤੀਆਂ ਦੇ ਲਈ ਹੁਣ ਪੱਤਰ ਦਿੱਤੇ ਆ, ਉਹਨਾਂ ਦਾ ਕੰਮ ਪਹਿਲਾਂ ਹੋਇਆ ਸੀ ਤਾਂ ਹੀ ਪੱਤਰ ਮਿਲੇ, ਬਾਕੀਆਂ ਦੇ ਅਜੇ ਅਨਾਊਂਸਮੈਂਟ ਹੋਈ, ਇਹ ਤੇ ਕਿਤੇ ਹੋਇਆ ਨਹੀਂ ਵੀ ਅਖਬਾਰ ਦੇ ਵਿੱਚ ਲਿਖ ਕੇ ਆਇਆ ਸੀ 5000 ਰੱਖਣੇ ਤੇ ਅਗਲੇ ਨੇ 5000 ਰੱਖ ਵੀ ਲੈ ਹੁਣ ਜੀ। ਇਹਦਾ ਮਤਲਬ ਉਹ ਜਿਹੜਾ ਬੰਦਾ ਲਾਈਨ 'ਚ ਲੱਗਾ ਉਹ ਲਾਈਨ ਦੇ ਵਿੱਚ ਤੁਰਿਆ ਆਉਂਦਾ ਨਹੀਂ। ਠੀਕ ਹੈ ਸੰਧਾਲੀਆ ਸਾਹਿਬ, ਤੇ ਬਾਕੀ ਇੱਕ ਗੱਲ ਐਤਕੀ ਹੋਰ ਚੰਗੀ ਹੋ ਰਹੀ ਹੈ ਕਿ ਜੇ ਸਰਕਾਰ ਕੋਈ ਮਾੜਾ ਕੰਮ ਕਰਦੀ ਹੈ ਜਾਂ ਵਿਰੋਧੀਆਂ ਨੂੰ ਲੱਗਦਾ ਹੈ ਕਿ ਮਾੜਾ, ਵਿਰੋਧੀ ਟੁੱਟ ਕੇ ਪੈ ਰਹੇ ਆ, ਪਰ ਜਿੱਥੇ ਉਹਨਾਂ ਨੂੰ ਲੱਗਦਾ ਕਿ ਆ ਕੁਝ ਠੀਕ ਹੈ ਉੱਥੇ ਉਹ ਠੀਕ ਵੀ ਕਹਿ ਰਹੇ ਆ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਈ ਵਾਰੀ ਪੁੱਛਿਆ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਜੇ ਸਰਕਾਰ ਨੂੰ ਥੋੜ੍ਹਾ ਜਿਹਾ ਸਮਾਂ ਦਿੰਦੇ ਆ, ਟਾਈਮ ਲੱਗਦਾ ਹੁੰਦਾ, ਫਿਰ ਦੇਖਾਂਗੇ। ਰਾਜਾ ਵੜਿੰਗ ਹੋਰੀ ਕਾਂਗਰਸ ਦੇ ਪ੍ਰਧਾਨ ਸੀ, ਉਹਨਾਂ ਨੂੰ ਕਈ ਵਾਰ ਪੁੱਛਿਆ, ਉਹ ਕਹਿੰਦੇ ਜੀ ਅਜੇ ਮੈਂ ਸਮਾਂ ਦੇਣਾ ਚਾਹੁੰਦਾ, ਫੇਰ ਦੱਸਾਂਗੇ ਨੰਬਰ ਕਿੰਨੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜੇ ਪੁੱਛਦੇ ਆ ਤੇ ਉਹ ਵੀ ਕਹਿ ਦਿੰਦੇ ਆ। ਹੁਣ ਜਦੋਂ ਮੋਹਾਲੀ ਦੇ ਵਿੱਚ ਹਮਲਾ ਹੋਇਆ ਸੀ, ਉਦੋਂ ਵੀ ਤਾਂ ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ ਅਸੀਂ ਭਾਈ ਸ਼ਾਂਤੀ ਦੀ ਕਾਮਨਾ ਕਰਦੇ ਹਾਂ, ਸਰਕਾਰ ਆ ਕੁਛ ਕਰੇ, ਸਰਬ ਪਾਰਟੀ ਮੀਟਿੰਗ ਸੱਦੇ। ਥੋੜਾ ਜਿਹਾ ਵੱਡਾ ਜਿਗਰਾ ਸੱਤਾਧਾਰੀ ਧਿਰ ਵੀ ਰੱਖੇ, ਕੋਈ ਬਦਲਾਖੋਰੀ ਦੀ ਕਾਰਵਾਈ ਨਾ ਕਰੇ, ਫਿਰ ਟੁੱਟ ਕੇ ਪੈ ਜਾਣਾ ਹੀ ਸਾਰਿਆਂ ਨੇ ਤੁਹਾਨੂੰ। ਤੇ ਇਦਾਂ ਹੀ ਵਿਰੋਧੀ ਧਿਰਾਂ ਵੀ ਵੱਡਾ ਜਿਗਰਾ ਥੋੜਾ ਜਿਹਾ ਰੱਖਣ। ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਵਧੀਆ ਪ੍ਰਸ਼ਾਸਨ ਦੀ ਲੋੜ ਹੈ, ਤੇ ਉਹ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਰਲੀ ਮਿਲੀ ਭੁਗਤ ਇਧਰਲੇ ਪਾਸੇ ਨੂੰ ਹੋਵੇ, ਉਹਦੇ ਤੋਂ ਬਿਨਾਂ ਸੰਭਵ ਨਹੀਂ। ਇਹ ਤੇ ਗੱਲ ਹੈਗੀ। ਚਲਿਏ ਫਿਰ WhatsApp ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।